City, bless you. ਪ੍ਰਭੂ ਦੀ ਵਡਿਆਈ ਹੋਵੇ। Amen. ਪਰਮੇਸ਼ਰ ਅੱਜ ਵੀ ਚੰਗਾ ਤੇ ਭਲਾ ਹੈ He is, yes. ਤੇ ਅੱਜ ਵੀ ਉਹ ਆਪਣੇ ਲੋਕਾਂ ਤੇ ਕਿਰਪਾ ਕਰਦਾ ਹੈ। Amen. ਬਾਰ-ਬਾਰ ਅਸੀਂ ਡਿੱਗਦੇ ਹਾਂ, ਗਲਤੀਆਂ ਕਰਦੇ ਹਾਂ, ਪਰ ਫਿਰ ਵੀ ਉਹ ਸਾਡੇ ਨਾਲ ਧੀਰਜ ਕਰਦਾ ਤੇ ਸਾਨੂੰ ਚੱਕ ਕੇ ਖੜੇ ਕਰਦਾ ਹੈ। Praise the Lord. ਮੈਂ ਆਪਣੇ ਜੀਵਨ ਦੇ ਵਿੱਚ ਸੱਚੀ ਦੇਖਦੀ ਹਾਂ ਕਿ ਪ੍ਰਭੂ ਦੀ ਕਿਰਪਾ ਆ, ਨਹੀਂ ਤਾਂ ਮੇਰੇ ਕੋਲ ਕੋਈ ਚਾਂਸ ਨਹੀਂ ਹੈਗਾ ਕਿ ਮੈਂ ਉਹਨੂੰ ਪਿਤਾ ਕਹਿ ਸਕਾਂ। ਸੋ ਤੁਹਾਡਾ ਸਾਰਿਆਂ ਦਾ ਇਸ ਮੀਟਿੰਗ ਦੇ ਵਿੱਚ ਸਵਾਗਤ ਕਰਦੇ ਹਾਂ, ਵੈਲਕਮ ਕਰਦੇ ਹਾਂ, ਜੀ ਆਇਆਂ ਨੂੰ ਕਹਿੰਦੇ ਹਾਂ ਤੇ ਉਮੀਦ ਰੱਖਦੀ ਹਾਂ ਤੁਸੀਂ ਵੀ ਪ੍ਰਭੂ ਦੀ ਕਿਰਪਾ ਦੇ ਥੱਲੇ ਆ। Amen. ਤੇ ਪ੍ਰਭੂ ਨੇ ਆਪਾਂ ਨੂੰ ਸਾਰਿਆਂ ਨੂੰ ਆਪਣੀ ਕਿਰਪਾ ਦੇ ਥੱਲੇ ਰੱਖਿਆ ਆ ਤੇ ਅੱਜ ਦਾ ਇੱਕ ਦਿਨ ਦਿੱਤਾ ਆ ਜਿਹਦੇ ਵਿੱਚ ਆਪਾਂ ਜੀਂਦੇ ਆ। ਬਾਰੀ ਵਾਰੀ ਸਾਡੀ ਸੋਚ ਉਹਨਾਂ ਚੀਜ਼ਾਂ ਤੇ ਜਾਂਦੀ ਆ ਜਿਹੜੀਆਂ ਸਾਡੇ ਕੋਲ ਹੈ ਨਹੀਂ। ਸੋ ਇਸ ਕਰਕੇ ਅਸੀਂ ਧੰਨਵਾਦ ਕਰਨਾ ਹੀ ਚੇਤਾ ਭੁਲਾ ਦਿੰਦੇ ਹਾਂ। ਪਰ ਜੇ ਆਪਾਂ ਲਿਸਟ ਬਣਾਈਏ, ਮੈਂ ਕਿਸੇ ਨੂੰ ਸੁਣਦੀ ਸੀ, ਉਹ ਵੀ ਇਹੀ ਗੱਲ ਕਹਿੰਦੇ ਸੀ, ਕਹਿੰਦੇ ਜਦੋਂ ਮੈਂ ਲਿਸਟ ਬਣਾਉਣ ਲੱਗੀ ਜਿਸ ਪਰਸਨ ਦੇ ਵਿੱਚ ਮੈਂ ਗਲਤੀਆਂ ਦੇਖਦੀ ਸੀ ਉਹਦੇ ਵਿੱਚ ਖੂਬੀਆਂ ਵੀ ਜ਼ਿਆਦਾ ਸੀਗੀਆਂ। ਸੋ ਜੇ ਆਪਾਂ ਆਪਣੇ ਜੀਵਨ ਦੇ ਵਿੱਚ ਦੇਖੀਏ ਕਿ ਪਰਮੇਸ਼ਰ ਨੇ ਸਾਡੇ ਤੇ ਕਿੰਨੀ ਕਿਰਪਾ ਕੀਤੀ ਆ ਤੇ ਸਾਡੇ ਕੋਲ ਕੀ ਕੁਛ ਹੈਗਾ ਆ, ਤੇ ਮੇਰੇ ਖਿਆਲ ਅਸੀਂ ਵੀ ਬਹੁਤ ਪ੍ਰਭੂ ਦਾ ਧੰਨਵਾਦ ਕਰ ਸਕਦੇ ਹਾਂ। Praise the Lord. ਕਿਉਂਕਿ ਪ੍ਰਭੂ ਖੁਸ਼ ਹੁੰਦਾ ਹੈ ਜਦੋਂ ਅਸੀਂ ਉਹਦੀ ਹਜ਼ੂਰੀ ਦੇ ਵਿੱਚ ਧੰਨਵਾਦ ਕਰਦੇ ਹੋਏ ਆਉਂਦੇ ਹਾਂ ਤੇ ਹਰ ਹਾਲ ਦੇ ਵਿੱਚ ਧੰਨਵਾਦ ਕਰਦੇ ਹਾਂ। ਆਮੇਨ। ਸੋ ਮੈਂ ਅੱਜ ਦੇ ਦਿਨ ਲਈ ਧੰਨਵਾਦ ਕਰਦੀ ਹਾਂ, ਮੇਰੇ ਆਪਣੇ ਜੀਵਨ ਲਈ ਧੰਨਵਾਦ ਕਰਦੀ ਹਾਂ, ਤੁਹਾਡੇ ਸਾਰਿਆਂ ਦੇ ਜੀਵਨ ਲਈ ਧੰਨਵਾਦ ਕਰਦੀ ਹਾਂ ਜਿਹਦੇ ਵਿੱਚ ਆਪਾਂ ਨੂੰ ਪਰਮੇਸ਼ਰ ਨੇ ਅੱਜ ਫੇਰ ਫਰੀडम ਦਿੱਤੀ ਆ ਤੇ ਉਹਦੇ ਬਚਨ ਵਾਸਤੇ ਧੰਨਵਾਦ ਕਰਦੇ ਹਾਂ, ਉਹਦੇ ਪਿਆਰ ਵਾਸਤੇ ਧੰਨਵਾਦ ਕਰਦੇ ਹਾਂ ਕਿ ਅੱਜ ਵੀ ਉਹ ਚੰਗਾ ਤੇ ਭਲਾ ਆ। ਆਮੇਨ। ਤੇ ਆਹ ਲਿੰਕ ਤੁਸੀਂ ਦੂਸਰਿਆਂ ਨੂੰ ਜ਼ਰੂਰ ਸ਼ੇਅਰ ਕਰੋ ਤੇ ਆਪਾਂ ਉਹਦੇ ਵਿੱਚ ਜਦੋਂ ਲਿੰਕ ਸ਼ੇਅਰ ਕਰਦੇ ਹਾਂ ਇਹਦੇ ਵਿੱਚ ਆਪਾਂ ਹਿੱਸਾ ਲੈਂਦੇ ਹਾਂ, ਜਿੱਦਾਂ ਪ੍ਰਭੂ ਦਾ ਵਚਨ ਦੱਸਦਾ ਆ ਕਿ ਤੁਸੀਂ ਮੇਰੇ ਕੰਮ ਕਰੋ। ਤੇ ਜਦੋਂ ਤੁਸੀਂ ਹਿੱਸਾ ਲੈਂਦੇ ਆ ਅਸੀਂ ਤੁਹਾਡੇ ਨਾਲ ਵਚਨ ਵੰਡਦੇ ਹਾਂ ਤੇ ਤੁਸੀਂ ਜ਼ਰੂਰ ਲਿੰਕ ਸ਼ੇਅਰ ਕਰਦੇ ਆ ਤੇ ਆਪਾਂ ਸਾਰੇ ਜਣੇ ਰਲ ਕੇ ਪਰਮੇਸ਼ਰ ਦੀ ਵਡਿਆਈ ਕਰਦੇ ਤੇ ਪਰਮੇਸ਼ਰ ਦਾ ਕੰਮ ਪਹੁੰਚਾਉਂਦੇ ਕਰਦੇ ਹਾਂ, ਕਿਉਂਕਿ ਆਪਾਂ ਨੂੰ ਨਹੀਂ ਪਤਾ ਅੱਜ ਦੇ ਦਿਨ ਵਿੱਚ ਇਸ ਵਚਨ ਦੇ ਵਿੱਚ ਕਿਹਨੇ ਬਚ ਜਾਣਾ ਹੈ, ਕਿਹਦੇ ਲਈ ਇਹਦੇ ਵਿੱਚ ਨਿਜਾਤ ਵਾ, ਕਿਹਦੇ ਲਈ ਅੱਜ ਇਹਦੇ ਵਿੱਚ ਪ੍ਰਭੂ ਨੇ ਗੱਲ ਕਰ ਲੈਣੀ। ਸੋ ਇਸ ਕਰਕੇ ਆਪਾਂ ਪ੍ਰਭੂ ਦੇ ਆਖੇ ਲੱਗੀਏ ਤੇ ਪ੍ਰਭੂ ਦੇ ਵਚਨ ਦੇ ਨਾਲ ਮਿਲੇ ਰਹੀਏ। ਸੋ ਆ ਜਾਓ ਆਪਾਂ ਪਿਤਾ ਪਰਮੇਸ਼ਰ ਨੂੰ ਤੇ ਯਿਸੂ ਮਸੀਹ ਨੂੰ ਤੇ ਪਵਿੱਤਰ ਆਤਮਾ ਨੂੰ ਵੀ ਵੈਲਕਮ ਕਰਦੇ ਹਾਂ ਕਿ ਉਹ ਸਾਡੀ ਮਦਦ ਕਰਨ ਸਾਰਿਆਂ ਦੀ, ਕਿ ਅਸੀਂ ਜ਼ਰੂਰ ਬੇਲ ਕੱਢ ਕੇ ਪ੍ਰਭੂ ਦੇ ਵਚਨਾਂ ਨੂੰ ਸੁਣੀਏ, ਧਿਆਨ ਨਾਲ ਸੁਣੀਏ, ਕਿ ਸੱਚੀ ਮੇਤੋਂ ਤਾਂ ਧਿਆਨ ਨਹੀਂ ਲਾ ਹੁੰਦਾ ਜੇ ਮੇਰੇ ਆਲੇ ਦੁਆਲੇ ਕੁਛ ਹੁੰਦਾ ਹੈ। ਸੋ ਮੈਂ ਉਮੀਦ ਰੱਖਦੀ ਹਾਂ ਤੁਸੀਂ ਵੀ ਇਦਾਂ ਹੀ ਹੋਵੋਗੇ ਖਰਿਆ, ਤੇ ਤੁਸੀਂ ਜਦੋਂ ਅਸੀਂ ਪ੍ਰਭੂ ਦੇ ਵਚਨ ਨੂੰ ਸੁਣਨਾ ਹੈ ਤਾਂ ਸਾਨੂੰ ਧਿਆਨ ਲਾਉਣਾ ਪੈਂਦਾ ਹੈ। Amen. ਧਿਆਨ ਨਾਲ ਸੁਣਨਾ ਪੈਂਦਾ ਹੈ ਕਿ ਪ੍ਰਭੂ ਦਾ ਵਚਨ ਅੱਜ ਆਪਾਂ ਨੂੰ ਕੀ ਕਹਿ ਰਿਹਾ ਹੈ। ਜਦੋਂ ਅਸੀਂ ਇੱਕ ਸਿਹਾਰੀ ਮਿਸ ਕਰ ਲੈਂਦੇ ਹਾਂ, ਬਿਹਾਰੀ ਮਿਸ ਕਰ ਲੈਂਦੇ ਹਾਂ, ਕੰਨਾ ਮਿਸ ਕਰ ਦਿੰਦੇ ਹਾਂ ਤੇ ਉਹਦਾ ਮਤਲਬ ਹੋਰ ਹੀ ਕੁਛ ਬਣ ਜਾਂਦਾ ਹੈ। ਆਮੇਨ। ਸੋ ਇਸ ਕਰਕੇ ਜੇ ਅਸੀਂ ਸੁਣਦਿਆਂ ਨੇ ਸਾਡਾ ਧਿਆਨ ਹੋਰ ਕਿਤੇ ਚਲ ਗਿਆ, ਕੱਲਾ ਕਰਨਾ ਸਿਹਾਰੀ ਬਿਹਾਰੀ ਨਹੀਂ ਮਿਸ ਹੋਣੀ, ਕਾਫੀ ਕੁਛ ਮਿਸ ਹੋ ਜਾਣਾ ਤੇ ਉਹ ਸਾਨੂੰ ਡਿਫਰੈਂਟ ਸਟੋਰੀ ਦਾ ਮਤਲਬ ਪਤਾ ਲੱਗਣਾ ਹੈ। ਸੋ ਇਸ ਕਰਕੇ ਮੈਂ ਤੁਹਾਡੇ ਅੱਗੇ ਰਿਕੁਐਸਟ ਕਰਦੀ ਹਾਂ, ਤੁਸੀਂ ਆਪ ਬਹੁਤ ਸਮਝਦਾਰ ਹੋ ਸਾਰੇ ਜਣੇ, ਕਿ ਆਪਾਂ ਹਰੇਕ ਜੋ ਚੀਜ਼ ਸਾਨੂੰ ਡਿਸਟਰਬ ਕਰਦੀ ਉਹਨੂੰ ਇੱਕ ਪਾਸੇ ਰੱਖੀਏ ਤੇ ਆਪਾਂ ਇਸ ਟਾਈਮ ਦੇ ਵਿੱਚ ਪ੍ਰਭੂ ਨਾਲ ਜੁੜੀਏ। ਆ ਜਾਓ ਆਪਾਂ ਮਤੀ, ਜਿਹਨੂੰ ਮੈਥਿਊ ਕਹਿੰਦੇ ਆ ਇੰਗਲਿਸ਼ ਦੇ ਵਿੱਚ, ਮਤੀ 4 ਮੈਥਿਊ 4 ਵਰਸ 1 ਤੋਂ ਲੈ ਕੇ 11 ਤੱਕ। ਮੈਂ ਫਿਰ ਰਿਪੀਟ ਕਰ ਦਿੰਦੀ ਹਾਂ, ਮੈਥਿਊ ਚੈਪਟਰ 4 ਵਰਸ 1 ਤੋਂ ਲੈ ਕੇ 11 ਤੱਕ ਆਪਾਂ ਪੜ੍ਹਦੇ ਹਾਂ। ਪ੍ਰਭੂ ਦਾ ਪਰਤਾਇਆ ਜਾਣਾ ਅਤੇ ਸੇਵਾ ਦਾ ਆਰੰਭ। ਤਦ ਯਿਸੂ ਆਤਮਾ ਦੀ ਅਗਵਾਈ ਨਾਲ ਉਜਾੜ ਵਿੱਚ ਗਿਆ, ਸ਼ੈਤਾਨ ਕੋਲੋਂ ਪਰਤਾਇਆ ਜਾਵੇ, ਅਤੇ ਜਾਂ 40 ਦਿਨ ਅਤੇ 40 ਰਾਤ ਵਰਤ ਰੱਖਿਆ ਤਾਂ ਉੜਕ ਉਹਨੂੰ ਭੁੱਖ ਲੱਗੀ।
ਤਦ ਪਰਤਾਉਣ ਵਾਲੇ ਨੇ ਕੋਲ ਆਣ ਕੇ ਉਹਨੂੰ ਕਿਹਾ, ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਕਹਿ ਜੋ ਇਹ ਪੱਥਰ ਰੋਟੀਆਂ ਬਣ ਜਾਣ। ਪਰ ਉਹਨੇ ਉੱਤਰ ਦਿੱਤਾ, ਲਿਖਿਆ ਹੈ ਭਈ ਇਨਸਾਨ ਨਿਰੀ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ, ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ਰ ਦੇ ਮੁਖੋਂ ਨਿਕਲਦਾ ਹੈ। Amen. ਫਿਰ ਸ਼ੈਤਾਨ ਉਹਨੂੰ ਪਵਿੱਤਰ ਸ਼ਹਿਰ ਵਿੱਚ ਨਾਲ ਲੈ ਗਿਆ ਅਤੇ ਹੈਕਲ ਦੇ ਕਿੰਗਰੇ ਉੱਤੇ ਖੜਾ ਕਰਕੇ ਉਹਨੂੰ ਕਿਹਾ, ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਆਪਣੇ ਆਪ ਨੂੰ ਹੇਠਾਂ ਡੇਗ ਦੇ, ਕਿਉਂ ਜੋ ਲਿਖਿਆ ਹੈ ਕਿ ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ, ਉਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ ਅਤੇ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ। ਕਿਤੇ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਨਾ ਲੱਗੇ। ਯਿਸੂ ਨੇ ਉਸ ਨੂੰ ਆਖਿਆ, ਇਹ ਵੀ ਲਿਖਿਆ ਹੈ, ਜੋ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਨਾ ਪਰਤਾ। ਫਿਰ ਸ਼ੈਤਾਨ ਉਹਨੂੰ ਇੱਕ ਵੱਡੇ ਉੱਚੇ ਪਹਾੜ ਉੱਤੇ ਨਾਲ ਲੈ ਗਿਆ ਅਤੇ ਜਗਤ ਦੀਆਂ ਸਾਰੀਆਂ ਪਾਤਸ਼ਾਹੀਆਂ ਅਤੇ ਉਹਨਾਂ ਦਾ ਜਲੋ ਉਹਨੂੰ ਵਿਖਾਇਆ ਅਤੇ ਉਹਨੂੰ ਕਿਹਾ, ਜੇ ਤੂੰ ਨਿਉ ਕੇ ਮੈਨੂੰ ਮੱਥਾ ਟੇਕੇ ਤੇ ਸਭ ਕੁਝ ਮੈਂ ਤੈਨੂੰ ਦੇ ਦਿਆਂਗਾ। ਤਦੋਂ ਯਿਸੂ ਨੇ ਉਸ ਨੂੰ ਕਿਹਾ, ਹੇ ਸ਼ੈਤਾਨ, ਚਲਿਆ ਜਾ, ਕਿਉਂ ਜੋ ਲਿਖਿਆ ਹੈ ਭਈ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ। Amen. ਤਦ ਸ਼ੈਤਾਨ ਉਹਨੂੰ ਛੱਡ ਗਿਆ ਅਤੇ ਵੇਖੋ ਦੂਤ ਕੋਲ ਆਣ ਕੇ ਉਹਦੀ ਟਹਿਲ ਕਰਨ ਲੱਗੇ। ਆਮੇਨ। Amen. ਕਈ ਵਾਰੀ ਇੱਥੇ ਜਿਹੜੀ ਛੇਵੀਂ ਆਇਤ ਆ ਉਹ ਥੋੜੀ ਜਿਹੀ ਇੱਥੇ ਡਿਫਰੈਂਟ ਤਰੀਕੇ ਨਾਲ ਲਿਖੀ ਹੈ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇੱਥੇ ਉਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ। ਮਤੇ ਦਾ ਮਤਲਬ ਹੁੰਦਾ ਕਿਤੇ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਨਾ ਲੱਗ ਜਾਵੇ। ਓਕੇ, ਕਈ ਵਾਰੀ ਆਪਣੀ ਪੰਜਾਬੀ ਦੇ ਵਿੱਚ ਕਈ ਅੱਖਰ ਮਿਸਿੰਗ ਵੀ ਹੋ ਜਾਂਦੇ ਆ, ਪਰ ਜਦੋਂ ਅਸੀਂ ਇੰਗਲਿਸ਼ ਦੀ ਜਾਂ ਹੋਰ ਕੋਈ ਪੰਜਾਬੀ ਦੀ ਟਰਾਂਸਲੇਟ 'ਚ ਦੇਖਦੇ ਹਾਂ ਤੇ ਉਹਦੇ ਨਾਲ ਆਪਾਂ ਮਿਲਾ ਸਕਦੇ ਹੁੰਦੇ ਤੇ ਸਹੀ ਅੱਖਰ ਆਪਾਂ ਨੂੰ ਲੱਭ ਪੈਂਦੇ ਆ। ਠੀਕ ਆ ਜੀ, ਆ ਜਾਓ ਆਪਾਂ ਹੁਣ ਪ੍ਰਾਰਥਨਾ ਕਰੀਏ ਤੇ ਪ੍ਰਭੂ ਇਸ ਬਚਨ ਦੇ ਉੱਤੇ ਆਪਾਂ ਨੂੰ ਬਲੈਸ ਕਰੇ Amen. ਤੇ ਬੋਲਣ ਵਾਲਿਆਂ ਤੇ ਕਿਰਪਾ ਕਰੇ ਕਿ ਜਦੋਂ ਅਸੀਂ ਬੋਲਦੇ ਹਾਂ, ਜਿੱਦਾਂ ਮੈਂ ਕਹਿੰਦੀ ਹੁੰਦੀ ਹਾਂ, ਇਸ ਪ੍ਰਭੂ ਦੇ ਵਚਨ ਨੂੰ ਕੋਈ ਵੀ ਆਪਣੀ ਸਮਝ ਦੇ ਨਾਲ ਸਮਝ ਨਹੀਂ ਸਕਦਾ। ਪ੍ਰਭੂ ਦਾ ਆਤਮਾ ਹੀ ਸਾਨੂੰ ਸਮਝਾ ਸਕਦਾ ਹੈ। ਸੋ ਇਸ ਕਰਕੇ ਜਦੋਂ ਆਪਾਂ ਪਾਸਟਰ ਜੀ ਨੇ ਬੋਲਣਾ ਆ, ਆਪਾਂ ਨੂੰ ਪ੍ਰਾਰਥਨਾ ਕਰਨ ਦੀ ਲੋੜ ਹੁੰਦੀ ਆ ਕਿ ਇਨਸਾਨ ਦੀ ਸਮਝ ਤੋਂ ਪਰਾਂ ਹੈ ਪਰਮੇਸ਼ਰ ਦੇ ਵਚਨ ਇੰਨੇ ਡੂੰਘੇ ਆ। ਪਰ ਜਿੰਨੀ ਵੀ ਸਮਝ ਹੋਵੇ, ਪ੍ਰਭੂ ਦਾ ਆਤਮਾ ਇਹਨਾਂ ਦੀ ਅਗਵਾਈ ਕਰੇ ਤਾਂ ਕਿ ਆਪਾਂ ਉਹਨੂੰ ਚੰਗੀ ਤਰ੍ਹਾਂ ਸਮਝ ਸਕੀਏ। ਆਮੇਨ। Amen. ਪ੍ਰਭੂ ਜੀ, ਅਸੀਂ ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰ ਕਰਦੇ ਹਾਂ, ਤੁਹਾਡੀ ਵਡਿਆਈ ਕਰਦੇ ਹਾਂ ਕਿ ਤੁਸੀਂ ਮਹਾਨ ਤੇ ਸੱਚੇ ਦੁਨੀਆ ਨੂੰ ਬਣਾਉਣ ਵਾਲੇ, ਰਚਣ ਵਾਲੇ ਪਰਮੇਸ਼ਰ ਹੋ ਤੇ ਅਸੀਂ ਤੁਹਾਨੂੰ ਪਿਤਾ ਕਹਿ ਸਕਦੇ ਹਾਂ ਕਿਉਂਕਿ ਤੁਸੀਂ ਸਾਡੇ ਵਾਸਤੇ ਰਾਹ ਤਿਆਰ ਕਰ ਦਿੱਤਾ। ਯਿਸੂ ਮਸੀਹ ਨੇ ਸਾਡੇ ਵਾਸਤੇ ਆਪਣੀ ਜਾਨ ਕ੍ਰਾਸ ਦੇ ਉੱਤੇ ਦਿੱਤੀ ਤੇ ਉਹ ਸਾਡੇ ਵਾਸਤੇ ਰਾਹ ਬਣ ਗਿਆ। ਸਾਡਾ ਟੁੱਟਾ ਰਿਸ਼ਤਾ ਤੁਹਾਡੇ ਨਾਲ ਜੋੜ ਦਿੱਤਾ। ਸੋ ਇਸ ਵਾਸਤੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ ਔਰ ਯਿਸੂ ਮਸੀਹ ਦਾ ਧੰਨਵਾਦ ਕਰਦੀ ਹਾਂ ਕਿ ਉਹ ਮੌਤ ਤੱਕ ਵੀ ਤੁਹਾਡੇ ਆਗਿਆਕਾਰੀ ਵਿੱਚ ਰਿਹਾ। ਜਿਸ ਕੰਮ ਦੇ ਵਿੱਚ ਲਈ ਭੇਜਿਆ ਉਹਨੂੰ ਉਹ ਪੂਰਾ ਕੀਤਾ ਉਹਨਾਂ ਨੇ। ਸੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਔਰ ਧੰਨਵਾਦ ਕਰਦੇ ਪਵਿੱਤਰ ਆਤਮਾ ਜੀ ਵਾਸਤੇ, ਜਿਹੜੇ ਯਿਸੂ ਮਸੀਹ ਜਦੋਂ ਚੱਲੇ ਸੀ ਉਹਨਾਂ ਨੇ ਕਿਹਾ ਸੀ, ਮੈਂ ਤੁਹਾਨੂੰ ਅਨਾਥ ਨਹੀਂ ਛੱਡੂੰਗਾ, ਪਰ ਮੈਂ ਤੁਹਾਡੇ ਵਾਸਤੇ ਪਵਿੱਤਰ ਆਤਮਾ ਭੇਜੂੰਗਾ, ਇੱਕ ਸਹਾਇਕ ਭੇਜੂੰਗਾ। ਅੱਜ ਉਸੇ ਸਹਾਇਕ ਨੂੰ ਅਸੀਂ ਵੈਲਕਮ ਕਰਦੇ ਹਾਂ ਕਿ ਇਸ ਟਾਈਮ ਦੇ ਵਿੱਚ ਆ ਕੇ ਸਾਡੀ ਮਦਦ ਕਰਨ ਕਿ ਜੋ ਵੀ ਅੱਜ ਬੋਲਿਆ ਜਾਵੇ ਪ੍ਰਭੂ ਜੀ ਉਹ ਤੁਹਾਡੇ ਵਚਨਾਂ ਦੇ ਵਿੱਚੋਂ ਹੋਵੇ, ਸਹੀ ਤਰੀਕੇ ਨਾਲ ਹੋਵੇ, ਕਿਉਂਕਿ ਪਿਤਾ ਪਰਮੇਸ਼ਰ ਜੀ ਇਸ ਵਚਨ ਨੂੰ ਸਿਰਫ ਤੇ ਸਿਰਫ ਪਵਿੱਤਰ ਆਤਮਾ ਹੀ ਸਮਝਾ ਸਕਦੇ ਆ। ਸੋ ਅਸੀਂ ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰ ਕਰਦੇ ਕਿ ਸਾਡੇ ਮੂੰਹ ਦੇ ਵਿੱਚੋਂ ਕੋਈ ਵੀ ਗਲਤ ਅੱਖਰ ਨਾ ਨਿਕਲ ਸਕੇ। ਸਾਡੇ ਮੂੰਹ ਦੇ ਉੱਤੇ ਆਪਣੇ ਰਾਖੇ ਬਿਠਾ ਲੈਣੇ ਕਿ ਜੋ ਵੀ ਅੱਖਰ ਹੋਣ ਉਹਦੇ ਨਾਲ ਯਿਸੂ ਮਸੀਹ ਦੇ ਨਾਂ ਨੂੰ ਜਲਾਲ ਆਵੇ Amen. ਤੇ ਤੇਰੇ ਲੋਕਾਂ ਦੀ ਮਦਦ ਹੋ ਸਕੇ, ਸਾਡੀ ਮਦਦ ਹੋ ਸਕੇ, ਕਿਉਂਕਿ ਅਸੀਂ ਸਾਰੇ ਤੇਰੇ ਲੋਕ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਡੀ ਇਸ ਜੀਵਨ ਦੇ ਵਿੱਚ ਤੇਰੇ ਬਚਨਾਂ ਦੇ ਰਾਹੀਂ ਮਦਦ ਹੋ ਸਕੇ। ਆਓ ਪਿਤਾ ਪਰਮੇਸ਼ਰ ਜੀ, ਸਾਰੇ ਉੱਤੇ ਤੁਸੀਂ ਇੰਚਾਰਜ ਬਣੋ ਔਰ ਤੁਹਾਨੂੰ ਹੀ ਅਸੀਂ ਵੈਲਕਮ ਕਰਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੇਨ। Amen. Amen. Praise ਆਮੇਨ। the Lord. ਓਕੇ ਜੀ। Amen. Hallelujah. ਜੈ ਮਸੀਹ ਦੀ everybody। ਮਸੀਹ ਦੀ। ਬਹੁਤ ਖੁਸ਼ੀ ਆ ਤੁਸੀਂ ਅੱਜ ਫੇਰ
ਸਾਡੇ ਨਾਲ ਜੁੜ ਸਕੇ ਆ। ਤਾਂ ਜ਼ਰੂਰ ਆਪਾਂ ਇਸ ਬਾਈਬਲ ਸਟੱਡੀ ਨੂੰ ਕਰਦੇ ਨੂੰ ਚੌਥੀ ਵੀਕ ਆ। ਸੋ ਪ੍ਰੇਜ਼ ਦ ਲੋਰਡ। ਬਹੁਤ ਖੁਸ਼ੀ ਹੈ ਆਪਾਂ ਬਾਈਬਲ ਦੇ ਵਿੱਚੋਂ ਸਿੱਖ ਰਹੇ ਹਾਂ, ਅਤੇ ਜਦੋਂ ਅਸੀਂ ਉਹਦੇ ਵਿੱਚੋਂ ਸਿੱਖਦੇ ਹਾਂ ਅਤੇ ਉਦੋਂ ਸਾਨੂੰ ਪਤਾ ਲੱਗਦਾ ਆ ਸਾਡੀ ਕੀ ਚੀਜ਼ ਆ। ਆਪਾਂ ਇਹਦੇ ਵਿੱਚੋਂ ਇਹ ਸਿੱਖਦੇ ਆਏ ਹਾਂ ਪਰਮੇਸ਼ਰ ਦਾ ਕੀ ਪਲਾਨ ਸੀਗਾ, ਅਤੇ ਕੀ ਉਹਨੇ ਸਾਡੇ ਵਾਸਤੇ ਪਲਾਨ ਬਣਾਇਆ ਸੀਗਾ, ਪਰ ਕਿੱਥੋਂ ਅਸੀਂ ਡਿੱਗ ਪਏ ਹਾਂ, ਅਤੇ ਫਿਰ ਪ੍ਰਭੂ ਨੇ ਕਿੱਦਾਂ ਸਾਨੂੰ ਮੁੜ ਕੇ ਫਿਰ ਲਿਆਉਣ ਦਾ ਪਲਾਨ ਬਣਾਇਆ। ਜਿਹੜਾ ਅੱਜ ਆਪਾਂ ਦੇਖਦੇ ਹਾਂ, ਅਸੀਂ ਦੇਖਦੇ ਹਾਂ ਪਰਮੇਸ਼ਰ ਫਿਰ ਸਾਨੂੰ ਉਸ ਓਰੀਜਨਲ ਪਲਾਨ 'ਤੇ, ਜਿਹੜਾ ਪਹਿਲਾਂ ਪਲਾਨ ਬਣਾਇਆ ਸੀ, ਉਹ 'ਤੇ ਮੁੜ ਕੇ ਫੇਰ ਲਿਆਉਂਦਾ ਆ, ਅਤੇ ਆਪਾਂ ਦੇਖਦੇ ਵੀ ਕਿੱਦਾਂ ਅਸੀਂ ਉਹ 'ਤੇ ਆ ਸਕਦੇ ਹਾਂ। ਸੋ ਜ਼ਰੂਰ ਧਿਆਨ ਨਾਲ ਸੁਣਨਾ, ਅਤੇ ਹੋ ਸਕਦਾ ਤੁਹਾਨੂੰ 1-2 ਵਾਰੀ ਵੀ ਸੁਣਨਾ ਪਵੇ, ਪਰ ਫੇਰ ਵੀ ਸੁਣ ਲੈਣਾ, ਤਾਂ ਵੀ ਅਸੀਂ ਇਹ ਚੀਜ਼ ਨੂੰ ਸਮਝਣ ਲੱਗ ਪਈਏ। ਅਤੇ ਬਾਈਬਲ ਦੇ ਵਰਸਿਸ ਚੈੱਕ ਕਰਨੇ, ਤਾਂ ਉਹਦੇ ਨਾਲ ਸਾਨੂੰ ਪਤਾ ਲੱਗਦਾ ਵੀ ਜੋ ਜਗਦੀਸ਼ ਸਿਖਾਇਆ ਵੀ ਸਹੀ ਆ। ਸੋ ਜ਼ਰੂਰ ਬਾਈਬਲ ਨੂੰ ਚੈੱਕ ਕਰਨਾ, ਅਤੇ ਨਾਲ ਨਾਲ ਰੂਹ ਆਤਮਾ ਦੀ ਆਵਾਜ਼ ਨੂੰ ਸੁਣਨਾ, ਦੇਖੋ ਵੀ ਨਾਲ ਦੇ ਨਾਲ ਸਾਨੂੰ ਉਹ ਕੀ ਕਹਿ ਰਿਹਾ ਆ। ਓਕੇ, ਸੋ ਪਰਮੇਸ਼ਰ ਨੇ ਰੂਹ ਆਤਮਾ ਇੱਥੇ ਭੇਜਿਆ, ਜਿੰਨਿਆਂ ਵੀ ਯਿਸੂ ਮਸੀਹ ਨੂੰ ਪਾਇਆ ਉਹਨਾਂ ਨੂੰ ਰੂਹ ਆਤਮਾ ਮਿਲਿਆ ਆ, ਅਤੇ ਉਹ ਸਾਨੂੰ ਸਿਖਾ ਰਿਹਾ ਆ ਵੀ ਇਸ ਜੀਵਨ ਦੇ ਵਿੱਚ ਅਸੀਂ ਕਿੱਦਾਂ ਫਤਿਹਮੰਦ ਜੀਵਨ ਰਹਿਣਾ। ਸੋ ਪਹਿਲਾਂ ਮੈਂ ਇੱਥੋਂ ਫਿਰ ਜਿੰਨੀ ਵਾਰੀ ਵੀ ਇਹ ਆਪਾਂ ਸ਼ੁਰੂ ਕੀਤੀ ਹੈ, ਮੈਂ ਇਹ ਪਲਾਨ ਸ਼ੁਰੂ ਦੱਸਿਆ, ਜਿਹੜਾ ਪਹਿਲਾਂ ਓਰੀਜਨਲ ਪਲਾਨ ਸੀਗਾ ਪਰਮੇਸ਼ਰ ਦਾ। ਸੋ ਉਹਦੇ ਵਿੱਚ 6 ਚੀਜ਼ਾਂ ਸੀ ਜਿਹੜੀਆਂ ਸਾਨੂੰ ਜਾਣਨ ਦੀ ਜ਼ਰੂਰਤ ਹੈ। ਤਾਂ ਜੇ ਤੁਹਾਨੂੰ ਹਾਲੇ ਨਹੀਂ ਪਤਾ ਲੱਗਾ ਉਹਨਾਂ ਦਾ 6 ਦਾ, ਤੇ ਲਿਖ ਲੈਣੀਆਂ, ਅਤੇ ਫਿਰ ਅਸੀਂ ਯਾਦ ਰੱਖ ਸਕਦੇ ਹਾਂ ਵੀ ਪਰਮੇਸ਼ਰ ਦਾ ਕੀ ਖਿਆਲ ਸੀ, ਕਾਹਤੇ ਸਾਨੂੰ ਬਣਾਇਆ ਸੀਗਾ, ਕਿੱਦਾਂ ਸਾਨੂੰ ਬਣਾਇਆ ਸੀ, ਅਤੇ ਕੀ ਸਾਡੇ ਤੋਂ ਚਾਹੁੰਦਾ ਸੀ। ਸੋ ਜਿਹੜੀ ਪਹਿਲੀ ਚੀਜ਼ ਆਪਾਂ ਦੇਖਦੇ ਸੀਗੇ ਉਹਦੇ ਵਿੱਚੋਂ ਇਹ ਸੀਗਾ, ਪਰਮੇਸ਼ਰ ਨੇ ਇਕੱਲੇ ਆਦਮੀ ਨੂੰ ਆਪਣੀ ਸ਼ਕਲ 'ਚ ਬਣਾਇਆ ਸੀ। ਹੋਰ ਕਿਸੇ ਪੰਛੀ ਨੂੰ, ਕਿਸੇ ਸਮੁੰਦਰ ਵਿੱਚੋਂ ਚੀਜ਼ ਨੂੰ, ਕਿਸੇ ਧਰਤੀ 'ਤੇ ਘਿਸਣ ਵਾਲੀ ਚੀਜ਼ ਨੂੰ, ਕਿਸੇ ਪਸ਼ੂ ਨੂੰ ਉਹਨੇ ਪਰਮੇਸ਼ਰ ਦੀ ਸ਼ਕਲ ਦੇ ਵਿੱਚ ਨਹੀਂ ਉਹ ਬਣੇ ਹੋਏ ਹੈਗੇ। ਇੱਕ ਇਕੱਲਾ ਆਦਮੀ, ਮੈਨਕਾਈਂਡ, ਓਕੇ, ਪੀਪਲ ਜਿਹੜੇ ਉਹ ਹੀ ਇਕੱਲੇ ਪਰਮੇਸ਼ਰ ਨੇ ਆਪਣੀ ਸ਼ਕਲ ਦੇ ਵਿੱਚ ਬਣਾਇਆ। ਦੂਸਰੀ ਚੀਜ਼ ਜਿਹੜੀ ਆਪਾਂ ਦੇਖਿਆ ਸੀ, ਸਾਨੂੰ ਉਹਨੇ ਆਪਣੇ ਵਰਗਾ ਸੁਭਾਅ ਦਿੱਤਾ। ਜਿਹੜਾ ਪਹਿਲਾ ਸਾਡਾ ਸੁਭਾਅ ਸੀਗਾ ਉਹਦੇ ਵਰਗਾ ਸੀਗਾ, ਅਤੇ ਉਹ ਅਸੀਂ ਉਹਦੇ ਵਿੱਚੋਂ ਅਸੀਂ ਥੋੜ੍ਹਾ ਜਿਹਾ ਗਵਾ ਲਿਆ ਸੀ, ਅਤੇ ਅਸੀਂ ਪਰ ਫੇਰ ਮੁੜ ਕੇ ਉੱਥੇ ਆ ਸਕਦੇ ਹਾਂ। ਤੀਸਰੀ ਚੀਜ਼ ਜਿਹੜੀ ਉਹਨੇ ਸਾਨੂੰ ਦਿਖਾਇਆ, ਉਹਨੇ ਸਾਨੂੰ ਬਣਾਇਆ ਸੀ ਅਸੀਂ ਇੱਥੇ ਧਰਤੀ ਉੱਤੇ ਰਾਜ ਕਰੀਏ। ਜਿੰਨੀਆਂ ਵੀ ਧਰਤੀ ਵਿੱਚ ਚੀਜ਼ਾਂ ਆ, ਉਹ ਚਾਹੁੰਦਾ ਸੀ ਵੀ ਅਸੀਂ ਰਾਜ ਕਰੀਏ, ਪਰਮੇਸ਼ਰ ਦਾ ਆਦਮੀ ਜਿਹੜਾ ਸੀ ਉਹ ਰਾਜ ਕਰੇ। ਚੌਥੀ ਚੀਜ਼, ਉਹ ਚੀਜ਼ਾਂ ਗਿਣਾਉਂਦਾ ਆ ਜਿਨ੍ਹਾਂ ਉੱਤੇ ਰਾਜ ਕਰਨਾ ਹੈ। ਫਿਸ਼ ਆਫ ਦ ਸੀ, ਬਰਡਸ ਆਫ ਦੀ ਏਅਰ, ਓਵਰ ਦ ਲਾਈਵ ਸਟਾਕ, and over everything in the earth, every creeping thing that creeps on the earth। ਜਿੰਨੀਆਂ ਵੀ ਚੀਜ਼ਾਂ ਇਸ ਧਰਤੀ ਤੇ ਕਿਸਮਦੀਆਂ ਆ, ਉਹ ਸਾਰੀਆਂ ਉੱਤੇ ਸਾਨੂੰ ਰੂਲ ਕਰਨ ਨੂੰ, ਸਾਨੂੰ ਰਾਜ ਕਰਨ ਨੂੰ ਉਹਨੇ ਕਿਹਾ ਸੀ। ਪੰਜਵੀਂ ਚੀਜ਼ ਜਿਹੜੀ ਸਾਨੂੰ ਕਹੀ ਸੀ ਬਹੁਤ ਖਾਸ ਸੀ, ਕਹਿੰਦਾ ਬੀ ਫਰੂਟਫੁਲ ਐਂਡ ਮਲਟੀਪਲਾਈ। ਸਾਨੂੰ ਵਧਣ ਨੂੰ ਕਿਹਾ ਆ, ਅਸੀਂ ਵੱਧਦੇ ਰਹੋ। ਬਹੁਤ ਮੁਲਕਾਂ ਨਹੀਂ, ਪਰ ਮੈਨੂੰ ਇੱਕ ਵੀ ਪਤਾ ਚੀਨ ਵਾਲਿਆਂ ਨੇ ਬਈ ਰੱਖਿਆ ਆ ਵੀ ਤੁਸੀਂ 2 ਤੋਂ ਵੱਧ ਨਿਆਣੇ ਨਹੀਂ ਲੈ ਸਕਦੇ ਹੈਗੇ, ਪਰ ਉਹ ਪਰਮੇਸ਼ਰ ਵੱਲੋਂ ਨਹੀਂ ਹੈਗਾ। ਓਕੇ, ਪਰਮੇਸ਼ਰ ਚਾਹੁੰਦਾ ਅਸੀਂ ਵਧੀਏ ਅਤੇ ਫਲੀਏ। ਅਤੇ 6ਵੀਂ ਚੀਜ਼ ਜਿਹੜੀ ਅਸੀਂ ਦੇਖਦੇ ਹਾਂ, ਉਹ ਕਹਿੰਦਾ ਇਸ ਧਰਤੀ ਨੂੰ ਦਬਾ ਕੇ ਰੱਖਿਓ। ਜਿੰਨੀਆਂ ਵੀ ਚੀਜ਼ਾਂ ਇਹਦੇ ਵਿੱਚ ਹੈਗੀਆਂ ਤੁਸੀਂ ਰੂਲ ਕਰਨਾ ਹੈ। ਓਕੇ, ਉਹਨਾਂ ਸਾਰੀਆਂ ਚੀਜ਼ਾਂ ਨੂੰ ਦਬਾ ਕੇ ਰੱਖਣਾ, ਆਪਣੇ ਵੱਸ ਦੇ ਵਿੱਚ ਰੱਖਣਾ। ਉਹ ਸਾਨੂੰ ਹੁਕਮ ਨਾ ਦੇਣ, ਪਰ ਅਸੀਂ ਉਹਨਾਂ ਨੂੰ ਹੁਕਮ ਦੇਈਏ ਕਿੱਦਾਂ ਰਹਿਣਾ ਹੈ। ਸੋ ਪ੍ਰੇਜ਼ ਦ ਲੋਰਡ। ਇਹ 6 ਚੀਜ਼ਾਂ ਸੀਗੀਆਂ ਜਿਹੜੀਆਂ ਆਪਾਂ ਦੇਖਦੇ ਆਏ, ਹਰੇਕ ਵਾਲੀ ਦੇਖਦੇ ਆਏ ਹਾਂ। ਫਿਰ ਆਪਾਂ ਦੇਖਿਆ ਸੀ ਆਦਮੀ ਨੇ ਪਾਪ ਕਰ ਲਿਆ, ਕੋਈ ਉਮੀਦ ਨਹੀਂ ਸੀ, ਧਰਤੀ ਨੂੰ ਪਰਮੇਸ਼ਰ ਨੇ ਸਰਾਫ ਦੇ ਦਿੱਤਾ। ਸੋ ਮੁੜ ਕੇ ਧਰਤੀ 'ਚੋਂ ਆਦਮੀ ਨੂੰ ਬਣਾ ਨਹੀਂ ਸਕਦਾ ਸੀਗਾ। ਜਿੰਨੇ ਵੀ ਐਡਮ ਤੋਂ ਆਦਮੀ ਹੋਏ, ਜਿੰਨੇ ਵੀ ਐਡਮ ਤੋਂ ਔਲਾਦ ਹੋਈ ਆ, ਉਹ ਸਾਰੇ ਉਹਦੇ ਖੂਨ ਵਿੱਚ ਪਾਪ ਵੱਸਦਾ ਸੀਗਾ। ਸੋ ਉਹ ਸਾਰੇ ਪਾਪੀ ਸੀਗੇ। ਸੋ ਹੁਣ ਉਹ ਕਿੱਥੋਂ ਆਦਮੀ ਲਊਗਾ। ਸੋ ਪਿਛਲੇ ਹਫ਼ਤੇ ਆਪਾਂ ਦੇਖਿਆ ਸੀਗਾ, ਪਰਮੇਸ਼ਰ ਨੇ ਆਪਣਾ ਸ਼ਬਦ ਸਵਰਗਦੂਤ ਗੈਬਰੀਅਲ ਨੂੰ ਬੋਲਿਆ। ਉਹ ਸ਼ਬਦ ਜਿਹੜਾ ਪਰਮੇਸ਼ਰ ਨੇ ਬੋਲਿਆ ਸੀ, ਉਹ ਲੈ ਕੇ ਆਇਆ, ਅਤੇ ਉਹਨੇ ਕੁਆਰੀ ਕੁੜੀ ਮਰੀਅਮ ਨੂੰ ਕੋਲ ਬੋਲਿਆ। ਅਤੇ ਮਰੀਅਮ ਨੇ ਥੋੜ੍ਹੇ ਸਵਾਲ ਸੀ ਉਹਦੇ ਕੋਲ ਵੀ ਮੈਂ ਕੁਆਰੀ ਹਾਂ, ਮੇਰੇ ਕਿੱਦਾਂ ਬੱਚਾ ਹੋ ਸਕਦਾ। ਪਰ ਜਦੋਂ ਉਹਨੇ ਸਮਝਾਇਆ,
ਉਹਨੇ ਉਹ ਬਚਨ ਨੂੰ ਕਬੂਲ ਕਰ ਲਿਆ, ਆਪਣੇ ਪੇਟ ਦੇ ਵਿੱਚ ਰੱਖਿਆ। ਤੇ ਫਿਰ ਬਾਈਬਲ ਸਾਨੂੰ ਦੱਸਦੀ ਆ, ਆਪਾਂ ਫਿਰ ਮੁੜ ਕੇ ਪੜਾਂਗੇ ਯਹੂਨਾ ਪਹਿਲਾ ਚੈਪਟਰ ਤੇ ਉਹਦੀ 14ਵੀਂ ਆਇਤ ਦੇ ਵਿੱਚ ਸਾਨੂੰ ਦੱਸਦਾ ਆ, ਜਿਹੜਾ ਮੈਂ ਬਚਨ ਕਹਿੰਦਾ ਸੀ, ਪਰ ਜਿਹੜਾ ਸ਼ਬਦ ਆ ਉਹ ਦੇਹਧਾਰੀ ਹੋਇਆ। ਬਚਨ ਜਾਂ ਸ਼ਬਦ ਸੇਮ ਚੀਜ਼ ਹੀ ਆ। ਸੋ ਆਪਾਂ ਪੜ੍ਹ ਕੇ ਸੁਣਦੇ ਹਾਂ ਬਈ ਪਰਮੇਸ਼ਰ ਨੇ ਕਿੱਦਾਂ ਉਹਨੂੰ ਦੇ ਲਿਆਂਦੀ। ਹਾਂਜੀ, ਯਹੂਨਾ ਉਹਦਾ ਪਹਿਲਾ ਚੈਪਟਰ ਤੇ ਉਹਦੀ 14ਵੀਂ ਆਇਤ, ਜੌਨ ਚੈਪਟਰ 1 ਵਰਸ 14। ਅਤੇ ਸ਼ਬਦ ਦੇਹਧਾਰੀ ਹੋਇਆ ਅਤੇ ਕਿਰਪਾ ਅਤੇ ਸੱਚਾਈ ਦੇ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ, ਅਤੇ ਅਸਾਂ ਉਸ ਦਾ ਤੇਜ ਪਿਤਾ ਦੇ ਇਕਲੌਤੇ ਦੇ ਤੇਜ ਵਰਗਾ ਡਿੱਠਾ। ਆਮੇਨ। ਸੋ ਬਹੁਤ ਸਕਾਲਾ ਸਮਝਣਾ। ਕਈ ਵਾਰੀ ਜਿਹੜੇ ਪੜ੍ਹੇ ਲਿਖੇ ਹੁੰਦੇ ਉਹ ਜ਼ਿਆਦਾ ਕੰਪਲਿਕੇਟਡ ਕਰ ਦਿੰਦੇ, ਪਰ ਕੰਪਲਿਕੇਟਡ ਨਹੀਂ ਹੈਗਾ, ਬਹੁਤ ਸਿੰਪਲ ਆ। ਕੀ ਹੋਇਆ ਸੀ, ਪਰਮੇਸ਼ਰ ਨੇ ਸ਼ਬਦ ਬੋਲਿਆ, ਗੈਬਰੀਅਲ ਨੇ ਲੈ ਕੇ ਆਂਦਾ, ਮਰੀਅਮ ਨੇ ਕਬੂਲ ਕੀਤਾ ਤੇ ਆਪਣੇ ਪੇਟ ਦੇ ਵਿੱਚ ਰੱਖਿਆ ਬਚਨ, ਸ਼ਬਦ ਜਾਂ ਬਚਨ, ਓਕੇ, ਉਹਦੇ ਉੱਤੇ ਮਾਸ ਆ ਗਿਆ। ਇਹੀ ਆਪਾਂ ਪੜ੍ਹ ਕੇ ਹਟੇ। ਤੇ ਉਹ ਜਿਹੜਾ ਮਾਸ ਆਇਆ ਸੀ, ਉਹ ਜਿਹੜਾ ਬੱਚਾ ਜਨਮਿਆ, ਉਹਦੇ ਵਿੱਚ ਜਿਹੜਾ ਖੂਨ ਵਗਦਾ ਸੀ, ਉਹਦੇ ਵਿੱਚ ਕੋਈ ਪਾਪ ਨਹੀਂ ਸੀਗਾ। ਕਰਕੇ ਆਪਾਂ ਨੂੰ ਪਤਾ ਆ, ਅੱਜ ਕੱਲ੍ਹ ਆਪਾਂ ਸਾਇੰਟੀਫਿਕ ਵਰਲਡ ਦੇ ਵਿੱਚ ਰਹਿੰਦੇ ਆ, ਜਿੱਥੇ ਸਾਇੰਸ ਆਪਾਂ ਨੂੰ ਸਭ ਕੁਝ ਦੱਸਦੀ ਆ। ਤੇ ਜਿਹੜਾ ਬੱਚੇ ਦਾ ਖੂਨ ਹੁੰਦਾ ਆ, ਸਪੈਸ਼ਲੀ ਲੜਕੇ ਦਾ, ਉਹ ਹਰ ਵੇਲੇ ਉਹਦੇ ਪੇ ਦਾ ਹੁੰਦਾ ਆ, ਮਾਂ ਦਾ ਖੂਨ ਉਹਦੇ ਵਿੱਚ ਨਹੀਂ ਆਉਂਦਾ ਹੈਗਾ। ਤਾਂ ਫਿਰ ਆਪਾਂ ਦੇਖਦੇ ਹਾਂ ਬਈ ਉਹਦਾ ਜਿਹੜਾ ਖੂਨ ਸੀ, ਉਹ ਕੁਆਰੀ ਤੋਂ ਜਨਮਿਆ ਸੀ। ਸੋ ਉਹਦਾ ਖੂਨ ਜਿਹੜਾ ਪਰਮੇਸ਼ਰ ਦਾ ਸੀ, ਉਹ ਪਵਿੱਤਰ ਸੀਗਾ, ਉਹਦੇ ਵਿੱਚ ਕੋਈ ਪਾਪ ਨਹੀਂ ਸੀਗਾ। ਸੋ ਉਹ ਪਾਪ ਤੋਂ ਬਗੈਰ ਸੀਗਾ। ਹੁਣ ਇੱਕ ਲੜਕਾ ਇੱਥੇ ਗਰੋਅਪ ਹੋਇਆ ਤੇ ਉਹ 29-30 ਸਾਲਾਂ ਦਾ ਹੋ ਗਿਆ, ਪਰ ਪਰਮੇਸ਼ਰ ਨੇ ਇੱਕ ਉਹਨੂੰ ਮਿਸ਼ਨ ਦਿੱਤਾ ਸੀ, ਇੱਕ ਉਹਨੂੰ ਪਲਾਨ, ਇੱਕ ਪਰਪਸ ਕਰਨ ਨੂੰ ਭੇਜਿਆ ਸੀਗਾ। ਉਹ ਕੀ ਪਲਾਨ ਸੀਗਾ, ਕੀ ਪਰਪਸ ਸੀਗਾ, ਉਹ ਆਪਾਂ ਦੇਖਣ ਲੱਗੇ ਹਾਂ। ਫਿਰ ਦੇਖਦੇ ਹਾਂ ਵੀ ਕਿੱਦਾਂ ਉਹਨੇ ਪੂਰਾ ਕੀਤਾ। ਓਕੇ, ਕੀ ਪਲਾਨ ਸੀਗਾ ਤੇ ਕਿੱਦਾਂ ਉਹਨੇ ਪੂਰਾ ਕੀਤਾ। ਓਕੇ, ਸੋ ਇੱਥੇ ਆਪਾਂ ਦੇਖਦੇ ਹਾਂ ਲੂਕਾ ਦੀ ਕਿਤਾਬ, ਉਹਦਾ 4ਥਾ ਚੈਪਟਰ, ਯਿਸੂ ਮਸੀਹ ਆਪ ਬੋਲਦੇ ਆ ਬਈ ਉਹਨਾਂ ਦਾ ਕੀ ਪਰਪਸ, ਕੀ ਪਲਾਨ ਪਰਮੇਸ਼ਰ ਨੇ ਦੇ ਕੇ ਉਹਨਾਂ ਨੂੰ ਭੇਜਿਆ ਆ। ਲੂਕਾ ਦੇ 4ਥਾ ਚੈਪਟਰ, ਉਹਦੀ 18 ਤਾਂ 19 ਆਇਤ ਆਪਾਂ ਪੜ੍ਹਦੇ ਹਾਂ। ਇਹ ਗੋਸਪਲ ਲੂਕ ਦਾ ਆ ਤੇ 4 ਚੈਪਟਰ ਤੇ 18 ਤੇ 19। ਲੂਕ ਚੈਪਟਰ 4 ਵਰਸ 18 ਐਂਡ 19। ਪ੍ਰਭੂ ਦਾ ਆਤਮਾ ਮੇਰੇ ਉੱਤੇ ਹੈ, ਇਸ ਲਈ ਜੋ ਉਹਨੇ ਮੈਨੂੰ ਮਸਾ ਕੀਤਾ ਵੀ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾਂ। ਉਸ ਮੈਨੂੰ ਘੱਲਿਆ ਹੈ ਕਿ ਬੰਧੂਆਂ ਨੂੰ ਛੁੱਟਣ ਅਤੇ ਅੰਨ੍ਹਿਆਂ ਨੂੰ ਵੇਖਣ ਦਾ ਪ੍ਰਚਾਰ ਕਰਾਂ, ਤੇ ਕੁਚਲਿਆਂ ਹੋਇਆਂ ਨੂੰ ਛੁਡਾਵਾਂ, ਅਤੇ ਪ੍ਰਭੂ ਦੀ ਮਨਜ਼ੂਰੀ ਦੇ ਵਰੇ ਦਾ ਪ੍ਰਚਾਰ ਕਰਾਂ। ਆਮੇਨ, ਆਮੇਨ। ਸੋ ਇੱਥੇ ਅਸੀਂ ਯਿਸੂ ਮਸੀਹ ਦੱਸਦਾ ਆ, ਉਹ ਕਹਿੰਦਾ ਵੀ ਪਰਮੇਸ਼ਰ ਨੇ ਮੈਨੂੰ ਮਸਾ ਕੀਤਾ, ਮਸਾ ਕਰਕੇ ਇਸ ਕੰਮ ਨੂੰ ਭੇਜਿਆ ਵੀ ਮੈਂ ਖੁਸ਼ਖਬਰੀ ਗਰੀਬਾਂ ਨੂੰ ਸੁਣਾਵਾਂ। ਬਹੁਤ ਲੋਕੀ ਖੁਸ਼ਖਬਰੀ ਸੁਣਾਉਣਾ ਚਾਹੁੰਦੇ ਆ, ਜਾਂ ਜੋ ਵੀ ਉਹਨਾਂ ਕੋਲ ਪ੍ਰਚਾਰ ਹੈਗਾ ਸੁਣਾਉਣਾ ਚਾਹੁੰਦੇ, ਉਹ ਅਮੀਰਾਂ ਨੂੰ ਚੁਣਾਉਣਾ ਚਾਹੁੰਦੇ ਆ, ਪਰ ਯਿਸੂ ਮਸੀਹ ਕਹਿੰਦਾ ਨਹੀਂ, ਮੈਂ ਗਰੀਬਾਂ ਦੇ ਕੋਲ ਆਇਆ। ਤੇ ਬਹੁਤ ਲੋਕਾਂ ਨੇ ਉੱਤੇ ਦੋਸ਼ ਲਾਏ ਸੀ। ਉਹ ਕਹਿੰਦੇ ਇਹ ਤਾਂ ਗਰੀਬਾਂ ਦਾ ਤਾਂ ਪਾਪੀਆਂ ਦਾ ਯਾਰ ਦੋਸਤ ਆ, ਇਹ ਤਾਂ ਉਹਨਾਂ ਦੇ ਨਾਲ ਬਹਿੰਦਾ ਖਾਂਦਾ ਹੈ। ਸੱਚੀ, ਜਿਨ੍ਹਾਂ ਨੂੰ ਕੋਈ ਪਛਾਣਦਾ ਨਹੀਂ ਸੀ, ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਸੀ, ਜਿਹੜੇ ਇਸ ਦੁਨੀਆ ਵਿੱਚ ਕੁਛ ਨਹੀਂ ਜਾਣੇ ਸੀਗੇ, ਆਪਾਂ ਕਹਿ ਸਕਦੇ ਤੁੱਛ ਜਾਣੇ ਹੋਏ ਸੀਗੇ, ਤੇ ਉਹਨਾਂ ਦੇ ਕੋਲ ਯਿਸੂ ਮਸੀਹ ਪ੍ਰਚਾਰ ਕਰਨ ਆਇਆ। ਜਿਹੜੇ ਗਰੀਬਾਂ ਤੋਂ ਗਰੀਬ ਸੀਗੇ, ਜਿਹੜੇ ਲੋਕੀ ਪੈਰਾਂ ਥੱਲੇ ਮਿੱਧਦੇ ਸੀਗੇ, ਉਹਨਾਂ ਦੇ ਕੋਲ ਯਿਸੂ ਮਸੀਹ ਖੁਸ਼ਖਬਰੀ ਲੈ ਕੇ ਆਇਆ। ਖੁਸ਼ਖਬਰੀ ਕੀ ਆ? ਪਰਮੇਸ਼ਰ ਨੇ ਤੁਹਾਡੇ ਪਾਪਾਂ ਦਾ ਇਲਾਜ ਕੀਤਾ ਆ। ਪਰਮੇਸ਼ਰ ਨੇ ਇੱਕ ਨੂੰ ਭੇਜਿਆ ਆ ਜਿਹਨੇ ਤੁਹਾਡੇ ਪਾਪਾਂ ਦੀ ਕੀਮਤ ਦੇ ਦੇਣੀ ਆ, ਤੇ ਤੁਸੀਂ ਉਹਦੇ ਬੇਟੇ ਬੇਟੀਆਂ ਮੁੜ ਕੇ ਫੇਰ ਬਣ ਜਾਣਾ। ਇਹ ਖੁਸ਼ਖਬਰੀ ਆ। ਇਹ ਉਹ ਪਹਿਲੀ ਜਿਹੜੀ ਖੁਸ਼ਖਬਰੀ ਸੀ, ਇਹ ਸੁਣਾਉਂਦਾ। ਫਿਰ ਉਹ ਕਹਿੰਦਾ, ਆਈ ਹੈਵ ਬੀਨ ਸੈਂਟ ਟੂ ਪ੍ਰੋਕਲੇਮ ਲਿਬਰਟੀ ਟੂ ਦ ਕੈਪਟਿਵਸ। ਜਿਹੜੇ ਸ਼ੈਤਾਨ ਦੇ ਫੜੇ ਹੋਏ ਆ, ਜਿਨ੍ਹਾਂ ਨੂੰ ਉਹਨੇ ਦਬਾਅ ਪਾਇਆ ਆ, ਉਹ ਉਹਨਾਂ ਨੂੰ ਮੈਂ ਕਹਿੰਦਾ ਛੁਡਾਉਣ ਆਇਆ। ਸੱਚੀ, ਜਦੋਂ ਆਪਾਂ ਯਿਸੂ ਮਸੀਹ ਦੀ ਮਿਨਿਸਟਰੀ ਵਿੱਚ, ਸੇਵਾ ਵਿੱਚ ਦੇਖਦੇ ਆ, ਬਹੁਤ ਲੋਕੀ ਭੂਤਾਂ ਨੇ ਫੜੇ ਹੁੰਦੇ ਆ, ਤੇ ਉਹ ਜਦੋਂ ਯਿਸੂ ਮਸੀਹ ਆਉਂਦਾ ਉਹ ਦੁਹਾਈ ਦਿੰਦੇ ਆ, ਪਰ ਯਿਸੂ ਮਸੀਹ ਇੱਕ ਹੁਕਮ ਹੀ ਦਿੰਦਾ ਆ। ਜਦੋਂ ਉਹ ਕਹਿੰਦਾ ਇਹਨੂੰ ਛੱਡ ਕੇ ਚੱਲ ਜਾਓ, ਤੇ ਉਹਨਾਂ ਨੂੰ ਜਾਣਾ ਪੈਂਦਾ ਸੀ। ਕਾਹਦੇ ਕਰਕੇ? ਉਹਦਾ ਮਿਸ਼ਨ ਇਹ ਸੀਗਾ, ਉਹ ਉਹਨਾਂ ਨੂੰ ਛੁਡਾਉਣ ਆਇਆ ਸੀ, ਤੇ ਉਹ ਛੁਡਾਉਂਦਾ ਆ।
ਸੋ ਇਹਦੇ ਵਿੱਚੋਂ ਸਾਨੂੰ ਦੱਸਦਾ ਵੀ ਇਸ ਕੰਮ ਵਾਸਤੇ ਆਇਆ ਸੀ। ਰਿਕਵਰਿੰਗ ਆਫ ਸਾਈਟ ਟੂ ਦ ਬਲਾਈਂਡ, ਜਿਹੜੇ ਅੰਨੇ ਸੀ ਉਹਨਾਂ ਨੂੰ ਦਿਸਣ ਲੱਗ ਜਾਵੇ। ਇੱਥੇ ਇਹ ਹੀ ਨਹੀਂ ਕੱਲਾ ਜਿਹੜੇ ਫਿਜ਼ੀਕਲੀ ਅੰਨੇ ਆ, ਬਹੁਤ ਲੋਕੀ ਆਤਮਿਕ ਅੰਨੇ ਆ। ਉਹਨਾਂ ਦੇ ਖਿਆਲ 'ਚ ਬਈ ਅਸੀਂ ਜਿਹੜੇ ਮਜ਼ਹਬ ਦੇ ਵਿੱਚ ਹੈਗੇ ਆ, ਮਜ਼ਹਬ ਸਾਡੇ ਵਾਸਤੇ ਠੀਕ ਆ, ਪਰ ਪਰਮੇਸ਼ਰ ਸਾਨੂੰ ਦੱਸਣਾ ਚਾਹੁੰਦਾ ਆ ਕਿਸੇ ਮਜ਼ਹਬ ਨੇ ਸਾਨੂੰ ਪਰਮੇਸ਼ਰ ਦੇ ਕੋਲ ਨਹੀਂ ਲੈ ਕੇ ਜਾਂਦੇ ਹੈਗੇ, ਪਰ ਇੱਕ ਜਿਹੜਾ ਪਰਮੇਸ਼ਰ ਨੇ ਰਸਤਾ ਬਣਾਇਆ ਉਹ ਹੀ ਲੈ ਕੇ ਜਾਂਦਾ ਆ। ਸੋ ਪਰਮੇਸ਼ਰ ਦੀ ਕਿਰਪਾ ਨਾਲ ਅਸੀਂ ਬਚਾਈ ਜਾਂਦੇ ਹਾਂ, ਕੰਮਾਂ ਦੇ ਨਾਲ ਨਹੀਂ ਬਚਾਈ ਜਾਂਦੇ ਹੈਗੇ। ਸੋ ਇੱਥੇ ਉਹ ਸਾਨੂੰ ਦੱਸਦਾ ਵੀ ਸਾਡੇ ਅੱਖਾਂ ਖੁੱਲ੍ਹ ਜਾਣ। ਜਿੰਨਾ ਚਿਰ ਸਾਡੀਆਂ ਉਹ ਅੱਖਾਂ ਨਹੀਂ ਖੁੱਲ੍ਹਦੀਆਂ ਹੈਗੀਆਂ, ਜਿੰਨਾ ਚਿਰ ਸਾਡੇ ਤੋਂ ਬਲਾਈਂਡਨੈਸ ਨਹੀਂ ਚੱਕੀ ਜਾਂਦੀ ਹੈਗੀ, ਤੇ ਉਹਨਾਂ ਚਿਰ ਸਾਨੂੰ ਪਤਾ ਨਹੀਂ ਲੱਗਦਾ ਜਿੰਨਾ ਮਰਜ਼ੀ ਕੋਈ ਦੱਸੀ ਜਾਵੇ। ਸੋ ਪਰਮੇਸ਼ਰ ਅੱਜ ਸਾਡੀਆਂ ਅੱਖਾਂ ਖੋਲ੍ਹਣੀਆਂ ਚਾਹੁੰਦਾ ਆ। ਕਈ ਵਾਰੀ ਬਚਨ ਹੀ ਹੁੰਦਾ ਹੈ, ਜਦੋਂ ਅਸੀਂ ਹੁਣ ਬਚਨ ਤੁਹਾਡੇ ਕੋਲ ਬੋਲਦੇ ਹਾਂ ਉਹਨਾਂ ਦੇ ਨਾਲ ਤੁਹਾਡੀਆਂ ਅੱਖਾਂ ਖੁੱਲ੍ਹ ਜਾਂਦੀਆਂ ਆ। ਜਿੱਦਾਂ ਇੱਕ ਦਿਨ ਸਾਡੀਆਂ ਅੱਖਾਂ ਖੁੱਲ੍ਹ ਗਈਆਂ ਸੀਗੀਆਂ ਜਦੋਂ ਸਾਨੂੰ ਕਿਸੇ ਨੇ ਦੱਸਿਆ ਯਿਸੂ ਮਸੀਹ ਨੇ ਸਾਡੀ ਸਜ਼ਾ ਕ੍ਰੋਸ ਉੱਤੇ ਝੱਲੀ ਸੀ, ਸਾਨੂੰ ਨਰਕਾਂ 'ਚ ਜਾਣ ਦੀ ਜ਼ਰੂਰਤ ਨਹੀਂ ਹੈਗੀ, ਅਸੀਂ ਉਹਨੂੰ ਪਾ ਕੇ ਸਵਰਗ ਪਾ ਸਕਦੇ ਹਾਂ, ਅਸੀਂ ਪਰਮੇਸ਼ਰ ਨਾਲ ਆਪਣਾ ਰਸਤਾ ਠੀਕ ਕਰ ਸਕਦੇ ਹਾਂ। ਇਹ ਇੱਥੇ ਯਿਸੂ ਮਸੀਹ ਦੱਸਣ ਆਇਆ ਸੀ। ਫਿਰ ਉਹ ਕਹਿੰਦਾ ਆਈ ਹੈਵ ਕਮ ਟੂ ਗਿਵ ਲਿਬਰਟੀ ਟੂ ਦੀ ਅਪਰੈਸਡ, ਜਿਹੜੇ ਦਬਾਅ ਦੇ ਥੱਲੇ ਉਹਨਾਂ ਨੂੰ ਮੈਂ ਆਜ਼ਾਦ ਕਰਨ ਆਇਆ। ਮੈਂ ਕਹਿੰਦਾ ਦੱਸਣਾ ਦਿਸ ਇਜ਼ ਦ ਈਅਰ ਆਫ ਦ ਫੇਵਰ ਆਫ ਦ ਲੋਰਡ। ਬਹੁਤ ਲੋਕੀ ਗਾਹਾਂ ਨੂੰ ਦੇਖ ਰਹੇ ਆ, ਖਰੇ ਗਾਹਾਂ ਜਾ ਕੇ ਕੁਛ ਹੋਊਗਾ, ਪਰ ਯਿਸੂ ਮਸੀਹ ਕਹਿੰਦਾ ਨਹੀਂ, ਹੁਣੇ ਹੀ ਟਾਈਮ ਆ, ਆਹ ਹੀ ਸਾਲ ਆ, ਇੱਥੇ ਹੀ ਤੁਸੀਂ ਹੁਣ ਯਿਸੂ ਮਸੀਹ ਨੂੰ ਪਾ ਸਕਦੇ ਆ। ਅੱਜੇ ਜੇ ਤੁਸੀਂ ਮੈਨੂੰ ਸੁਣ ਰਹੇ ਆ, ਅੱਜੇ ਹੀ ਤੁਸੀਂ ਮੁਕਤੀ ਪਾ ਸਕਦੇ, ਅੱਜੇ ਹੀ ਤੁਸੀਂ ਆਪਣੇ ਪਾਪਾਂ ਦੀ ਮਾਫੀ ਪਾ ਸਕਦੇ, ਅੱਜੇ ਹੁਣ ਦਿਸ ਇਜ਼ ਦ ਈਅਰ ਆਫ ਦ ਫੇਵਰ। ਅੱਜ ਇਹ ਇੱਥੇ ਤੁਸੀਂ ਹੋ ਸਕਦੇ। ਸੋ ਜਿਹੜਾ ਪਹਿਲਾ ਮਿਸ਼ਨ ਸੀ ਯਿਸੂ ਮਸੀਹ ਦਾ ਇਹ ਸੀਗਾ। ਤੇ ਯਿਸੂ ਮਸੀਹ ਜਦੋਂ ਆਪਾਂ ਬਾਈਬਲ ਪੜ੍ਹਦੇ ਹਾਂ, ਆਪਾਂ ਮੈਥਿਊ, ਮਾਰਕ, ਲੂਕਾ ਤੇ ਯਹੂਨਾ ਵਿੱਚ ਪੜ੍ਹਦੇ ਆਪਾਂ ਦੇਖਦੇ ਹਾਂ ਯਿਸੂ ਮਸੀਹ ਸਾਰੀਆਂ ਚੀਜ਼ਾਂ ਪੂਰੀਆਂ ਕਰਦਾ ਹੈ, ਜਿੱਦਾਂ ਉਹਦੇ ਬਾਰੇ ਲਿਖਿਆ ਸੀਗਾ ਉਹ ਸਾਰੀਆਂ ਚੀਜ਼ਾਂ ਪੂਰੀਆਂ ਕਰਦਾ ਹੈ। ਪਰ ਇੱਕ ਮਿਸ਼ਨ ਹੋਰ ਸੀਗਾ ਯਿਸੂ ਮਸੀਹ ਦਾ, ਉਹ ਵੀ ਯਿਸੂ ਮਸੀਹ ਦੱਸਦੇ ਆ। ਉਹ ਯਹੂਨਾ 3:16 ਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਬਈ ਕੀ ਉਹਦਾ ਮਿਸ਼ਨ ਸੀਗਾ। ਹਾਂਜੀ ਹਾਂਜੀ, ਇਹ ਜੌਨ ਗੋਸਪਲ ਚੈਪਟਰ 3 ਵਰਸ 16, ਯਹੂਨਾ 3 ਤੇ ਉਹਦੀ 16ਵੀਂ ਆਇਤ ਵਿੱਚ ਇਦਾਂ ਲਿਖਿਆ, ਕਿਉਂਕਿ ਪਰਮੇਸ਼ਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ, ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ਼ ਨਾ ਹੋਵੇ ਪਰ ਸਦੀਵਕ ਜੀਵਨ ਪਾਵੇ। ਆਮੇਨ। ਸੋ ਅਖੀਰਲਾ ਉਹਦਾ ਮਿਸ਼ਨ ਕੀ ਸੀਗਾ? ਪਰਮੇਸ਼ਰ ਨੇ ਇੱਕੋ ਹੀ ਆਪਣਾ ਬੇਟਾ ਸੀ, ਉਹ ਹੀ ਸਾਨੂੰ ਦੇਤਾ। ਕਾਹਤੇ ਕਰਕੇ? ਉਹ ਸਾਡੇ ਨਾਲ ਇੰਨਾ ਪਿਆਰ ਕਰਦਾ ਸੀ, ਉਹ ਕਹਿੰਦਾ ਸੀ ਕੋਈ ਵੀ ਨਾਸ਼ ਨਾ ਹੋਵੇ। ਜੇ ਉਹ ਉਸ ਬੇਟੇ ਵਿੱਚ ਬਲੀਵ ਕਰਨ ਲੱਗ ਪਊਗਾ, ਜੇ ਉਹ ਜਿਹੜੀ ਬਲੀ ਦੇਣੀ ਉਹਦੇ ਵਿੱਚ ਬਲੀਵ ਕਰਨਗੇ, ਕਹਿੰਦਾ ਮੈਂ ਉਹਨਾਂ ਨੂੰ ਐਵਰਲਾਸਟਿੰਗ ਲਾਈਫ ਦੇ ਦੂੰਗਾ, ਮੈਂ ਉਹਨਾਂ ਨੂੰ ਸਦਾ ਦਾ ਜੀਵਨ ਦੇ ਦੂੰਗਾ। ਜਿੱਦਾਂ ਐਡਮ ਦੇ ਕੋਲ ਸਦਾ ਦਾ ਜੀਵਨ ਸੀਗਾ, ਉਹ ਮੁੜ ਕੇ ਫੇਰ ਸਾਨੂੰ ਮਿਲ ਸਕਦਾ ਹੈ। ਆ ਪਰਮੇਸ਼ਰ ਅੱਜ ਵੀ ਸਾਨੂੰ ਸੱਦ ਰਿਹਾ ਆ, ਉਹ ਕਹਿੰਦਾ ਮੈਂ ਤੁਹਾਨੂੰ ਸਦਾ ਦਾ ਜੀਵਨ ਦੇਣਾ ਚਾਹੁੰਦਾ ਹਾਂ। ਸੋ ਅੱਜ ਕੇਅਰਫੁਲੀ ਸੁਣਨਾ ਆ ਵੀ ਯਿਸੂ ਮਸੀਹ ਨੇ ਕਿੱਦਾਂ ਪੂਰਾ ਕੀਤਾ ਆ, ਤੇ ਅੱਜ ਜਿਹੜੇ ਅਸੀਂ ਪਾਉਣਾ ਚਾਹੁੰਦੇ ਆ। ਜਦੋਂ ਮੈਂ ਅਖੀਰ ਵਿੱਚ ਪ੍ਰੇ ਕਰਨੀ, ਤੁਸੀਂ ਮੇਰੇ ਨਾਲ ਪ੍ਰੇ ਕਰ ਸਕਦੇ ਆ, ਤੇ ਤੁਹਾਡਾ ਮੁੜ ਕੇ ਫੇਰ ਰਸਤਾ ਪਰਮੇਸ਼ਰ ਨਾਲ ਠੀਕ ਹੋ ਸਕਦਾ ਹੈ। ਸੋ ਇੱਥੇ ਸਾਨੂੰ ਕਲੀਅਰਲੀ ਦੱਸਦਾ ਹੈ, ਪਹਿਲੀ ਚੀਜ਼ ਜਦੋਂ ਯਿਸੂ ਮਸੀਹ ਨੇ ਸ਼ੁਰੂ ਕੀਤੀ, ਹੋਲੀ ਸਪਿਰਿਟ ਉਹਨੂੰ ਲੈ ਕੇ ਜਾਂਦਾ ਆ ਬਾਹਰ ਜਾਣਾ ਵਿੱਚ ਲੈ ਕੇ ਜਾਂਦਾ ਆ, ਤੇ ਉੱਥੇ ਸ਼ੈਤਾਨ ਉਹਨੂੰ ਟੈਂਪਟ ਕਰਦਾ ਆ, ਉਹਨੂੰ ਪ੍ਰਤਿਆਉਂਦਾ ਆ। ਜਿੱਦਾਂ ਪ੍ਰਤਿਆਵੇ ਆਪਣੇ ਤੇ ਆਉਂਦੇ ਆ, ਇਦਾਂ ਹੀ ਯਿਸੂ ਮਸੀਹ ਤੇ ਆਏ। ਉਹਦੇ ਬਾਰੇ ਆਪਾਂ ਥੋੜ੍ਹੀ ਜਿਹੀ ਪੜ੍ਹਾਂਗੇ 1 ਤੋਂ 4 ਤੇ ਮੈਥਿਊ ਚੈਪਟਰ 4 ਵਰਸ 1 to 4। ਹਾਂਜੀ, ਮਤੀ ਉਹਦਾ ਚੌਥਾ ਚੈਪਟਰ 1 ਤੋਂ 4 ਆਪਾਂ ਪੜ੍ਹਦੇ ਹਾਂ। ਪ੍ਰਭੂ ਦਾ ਪਰਤਾਇਆ ਜਾਣਾ ਅਤੇ ਸੇਵਾ ਦਾ ਆਰੰਭ। ਤਦ ਯਿਸੂ ਆਤਮਾ ਦੀ ਅਗਵਾਈ ਦੇ ਨਾਲ ਉਜਾੜ ਵਿੱਚ ਗਿਆ, ਸ਼ੈਤਾਨ ਕੋਲੋਂ ਪਰਤਾਇਆ ਜਾਵੇ, ਅਤੇ ਜਾਂ 40 ਦਿਨ ਅਤੇ 40 ਰਾਤ ਵਰਤ ਰੱਖਿਆ ਤਾਂ ਉੜਕ ਉਹਨੂੰ ਭੁੱਖ ਲੱਗੀ। ਤਦ ਪਰਤਾਉਣ ਵਾਲੇ ਨੇ ਕੋਲ ਆਣ ਕੇ ਉਹਨੂੰ ਕਿਹਾ, ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਕਹਿ ਜੋ ਇਹ ਪੱਥਰ ਰੋਟੀਆਂ ਬਣ ਜਾਣ। ਪਰ ਉਹਨੇ ਉੱਤਰ ਦਿੱਤਾ, ਲਿਖਿਆ ਹੈ ਵੀ ਇਨਸਾਨ ਨਿਰੀ ਰੋਟੀ ਨਾਲ
ਹੀ ਜਿਉਂਦਾ ਨਹੀਂ ਰਹੇਗਾ, ਪਰ ਹਰੇਕ ਵਾਕ ਦੇ ਨਾਲ ਜਿਹੜਾ ਪਰਮੇਸ਼ਰ ਦੇ ਮੁਖੋਂ ਨਿਕਲਦਾ ਹੈ। ਆਮੀਨ। ਆਮੀਨ। ਸੋ ਇੱਥੇ ਆਪਾਂ ਦੇਖਦੇ ਹਾਂ ਯਿਸੂ ਮਸੀਹ ਨੇ 40 ਦਿਨ 40 ਰਾਤ ਵਰਤ ਰੱਖਿਆ ਤੇ ਫਿਰ ਸ਼ੈਤਾਨ ਉਹਨੂੰ ਪਰਤਾਉਣ ਆਇਆ। ਇੱਥੇ ਖਿਆਲ ਕਰਨ ਵਾਲੀ ਚੀਜ਼ ਆ, ਸ਼ੈਤਾਨ ਹਰ ਵੇਲੇ ਉਦੋਂ ਆਉਂਦਾ ਸਾਨੂੰ ਪਰਤਾਉਣ ਜਦੋਂ ਅਸੀਂ ਬਹੁਤ ਕਮਜ਼ੋਰ ਹੁੰਦੇ ਹਾਂ। ਕਿਸੇ ਚੀਜ਼ ਤੋਂ ਅਸੀਂ ਕਮਜ਼ੋਰ ਹੋ ਗਏ, ਉਦੋਂ ਨਹੀਂ ਆਉਂਦਾ ਜਦੋਂ ਅਸੀਂ ਬਹੁਤ ਤਕੜੇ ਹੁੰਦੇ ਹਾਂ, ਉਦੋਂ ਆਉਂਦਾ ਜਦੋਂ ਅਸੀਂ ਕਮਜ਼ੋਰ ਹੁੰਦੇ ਹਾਂ, ਜਦੋਂ ਸਾਨੂੰ ਭੁੱਖ ਲੱਗੀ ਹੁੰਦੀ ਹੈ, ਜਦੋਂ ਸਾਨੂੰ ਕੋਈ ਚੀਜ਼ ਚਾਹੀਦੀ ਹੁੰਦੀ ਹੈ, ਜਦੋਂ ਸਾਨੂੰ ਕੋਈ ਰਸਤਾ ਨਹੀਂ ਕਿਸੇ ਪਾਸੇ ਦੀਦਾ ਹੈਗਾ, ਤੇ ਉਦੋਂ ਉਹ ਪਰਤਾਉਣ ਆਉਂਦਾ ਵੀ ਅਸੀਂ ਕਿਸੇ ਤਰ੍ਹਾਂ ਡਿੱਗ ਸਕੀਏ। ਸੋ ਇੱਥੇ ਜੋ ਯਿਸੂ ਮਸੀਹ ਨੂੰ ਭੁੱਖ ਲੱਗੀ ਹੋਈ ਆ ਤੇ ਉਹ 40 ਦਿਨ 40 ਰਾਤਾਂ ਕੁਝ ਖਾਧਾ ਨਹੀਂ ਹੈਗਾ, ਤੇ ਉਹ ਕਿਹੜੀ ਚੀਜ਼ ਤੋਂ ਪਰਤਾਉਂਦਾ ਆ? ਬਈ ਜੇ ਤੂੰ ਸੱਚੀ ਪਰਮੇਸ਼ਰ ਦਾ ਪੁੱਤਰ ਆ, ਫੇਰ ਤੂੰ ਇਸ ਰੋਟੀ ਨੂੰ ਤੂੰ ਹੁਣ ਪੱਥਰਾਂ ਚੱਕ ਕੇ ਉਹਨੂੰ ਰੋਟੀ ਬਣਾ ਸਕਦਾ ਹੈ। ਤੇ ਆਪਾਂ ਦੇਖਦੇ ਹਾਂ ਬਈ ਕੀ ਸ਼ੈਤਾਨ ਉਹਨੂੰ ਕਹਿੰਦਾ ਚੌਥੀ ਆਇਤ ਦੇ ਵਿੱਚ ਯਿਸੂ ਮਸੀਹ ਉਹਨੂੰ ਜਵਾਬ ਦਿੰਦਾ ਆ ਵੀ ਇਸ ਜੋ ਸ਼ੈਤਾਨ ਨੇ ਬੋਲਿਆ ਸੀਗਾ। ਹਾਂਜੀ, ਤੀਜੀ ਵੀ ਪੜ੍ਹਨੀ ਕਿ ਤੀਜੀ ਪਹਿਲਾਂ ਪੜ੍ਹਦੇ ਹੋ। ਤਦ ਪਰਤਾਉਣ ਵਾਲੇ ਨੇ ਕੋਲ ਆਣ ਕੇ ਉਹਨੂੰ ਕਿਹਾ, ਜੇ ਤੂੰ ਪਰਮੇਸ਼ਰ ਦਾ ਪੁੱਤਰ ਵਾ ਤੇ ਕਹਿ ਜੋ ਇਹ ਪੱਥਰ ਰੋਟੀਆਂ ਬਣ ਜਾਣ। ਪਰ ਉਹਨੇ ਤੇ ਦਿੱਤਾ, ਲਿਖਿਆ ਹੈ ਕਿ ਇਨਸਾਨ ਨਿਰੀ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੂਗਾ, ਪਰ ਹਰੇਕ ਵਾਕ ਦੇ ਨਾਲ ਜਿਹੜਾ ਪਰਮੇਸ਼ਰ ਦੇ ਮੁਖੋਂ ਨਿਕਲਦਾ ਹੈ। ਆਮੀਨ। ਆਮੀਨ। ਸੋ ਇੱਥੋਂ ਆਪਾਂ ਦੇਖਦੇ ਹਾਂ ਉਹ ਇਹਨੂੰ ਰੋਟੀ ਤੋਂ ਨਾਲੇ ਨਹੀਂ, ਯਿਸੂ ਮਸੀਹ ਨੂੰ ਇੰਨੀ ਭੁੱਖ ਲੱਗੀ ਹੋਊਗੀ, ਇੰਨਾ ਹੰਗਰੀ ਹੋਊਗਾ ਉਹ, ਪਰ ਫਿਰ ਵੀ ਯਿਸੂ ਮਸੀਹ ਕਹਿੰਦਾ ਨਹੀਂ, ਆਪਾਂ ਦੇਖਣਾ ਪਰਮੇਸ਼ਰ ਦਾ ਬਚਨ ਕੀ ਕਹਿ ਰਿਹਾ ਆ। ਪਰਮੇਸ਼ਰ ਦਾ ਬਚਨ ਕਹਿ ਰਿਹਾ ਆ, ਅਸੀਂ ਜਦੋਂ ਸ਼ੈਤਾਨ ਪਰਤਾਉਂਦਾ ਅਸੀਂ ਉਹਦੇ ਥੱਲੇ ਵਿੱਚ ਇਹਨੂੰ ਟੈਸਟ ਨਹੀਂ ਕਰਦਾ ਹੈਗਾ। ਸੋ ਬਹੁਤ ਖਿਆਲ ਨਾਲ ਸਾਨੂੰ ਦੇਖਣਾ ਪੈਂਦਾ ਆ, ਬੇਸ਼ੱਕ ਅਸੀਂ ਕਮਜ਼ੋਰ ਹੋਏ ਆ, ਫੇਰ ਵੀ ਸਾਨੂੰ ਬਚਨ ਤੇ ਚੱਲਣ ਦੀ ਜ਼ਰੂਰਤ ਆ। ਇੱਥੇ ਇੱਕ ਬਹੁਤ ਅਜੀਬ ਗੱਲ ਆ ਜੋ ਅਸੀਂ ਦੇਖਦੇ ਹਾਂ, ਜਿੰਨੀ ਵਾਰੀ ਵੀ ਸ਼ੈਤਾਨ ਨੇ ਯਿਸੂ ਮਸੀਹ ਨੂੰ ਪਰਤਾਉਣ ਦੀ ਕੋਸ਼ਿਸ਼ ਕੀਤੀ ਆ, ਯਿਸੂ ਮਸੀਹ ਨੇ ਇਦਾਂ ਨਹੀਂ ਕਿਹਾ ਤੈਨੂੰ ਪਤਾ ਨਹੀਂ ਮੈਂ ਕੌਣ ਆ, ਮੈਂ ਪਰਮੇਸ਼ਰ ਦਾ ਪੁੱਤਰ ਆ, ਮੈਂ ਤਾਂ ਮਾੜੀ ਜਿਹੀ ਫੂਕ ਮਾਰੀ ਤੂੰ ਉੜ ਜਾਣਾ। ਨੋ, ਉਹਨੇ ਜਿੰਨੀ ਵਾਰੀ ਵੀ ਉਹਨੂੰ ਹਰਾਇਆ, ਉਹਨੇ ਆਪਣੇ ਜਿਹੜਾ ਬਾਈਬਲ ਦੇ ਵਿੱਚ ਬਚਨ ਲਿਖਿਆ ਸੀ ਉਹਦੇ ਨਾਲ ਹਰਾਇਆ। ਇਹਦੇ ਵਿੱਚ ਇਹਦਾ ਕੀ ਮਤਲਬ ਲਿਆ? ਇਹਦਾ ਇਹ ਮਤਲਬ ਲਿਆ ਬਈ ਅਸੀਂ ਵੀ ਬਾਈਬਲ ਦੇ ਬਚਨ ਦੇ ਨਾਲ ਸ਼ੈਤਾਨ ਨੂੰ ਹਰਾ ਸਕਦੇ ਹਾਂ। ਉਹੋ ਹੀ ਬਚਨ ਸਾਡੇ ਹੱਥ ਦੇ ਵਿੱਚ ਆ ਜਿਹੜਾ ਯਿਸੂ ਮਸੀਹ ਦੇ ਕੋਲ ਸੀਗਾ। ਉਹੋ ਹੀ ਬਚਨ ਵਰਤ ਕੇ ਜੋ ਆਪਾਂ ਬਾਈਬਲ ਦੇ ਵਿੱਚੋਂ ਲਿਖਿਆ ਆ, ਉਹਨੇ ਸ਼ੈਤਾਨ ਨੂੰ ਹਰਾਤਾ। ਭੈਣੋ ਭਰਾਵੋ, ਜੇ ਤੁਹਾਡੇ ਕੋਲ ਬਾਈਬਲ ਹੈਗੀ ਆ, ਤੁਹਾਡੇ ਕੋਲ ਵੀ ਉਹ ਬਚਨ ਹੈਗਾ ਆ। ਤੁਸੀਂ ਵੀ ਜਿੰਨਾ ਮਰਜ਼ੀ ਬੈਰੀ ਵੱਡਾ ਹੋਇਆ, ਜਿੰਨਾ ਮਰਜ਼ੀ ਸ਼ਕਤੀ ਵਾਲਾ ਆ, ਤੁਸੀਂ ਉਹਨੂੰ ਬਚਨ ਦੇ ਨਾਲ ਹਰਾ ਸਕਦੇ ਆ। ਫਿਰ ਸ਼ੈਤਾਨ ਨੇ ਗਿਵ ਅਪ ਨਹੀਂ ਕੀਤਾ ਹੈਗਾ, ਉਹ ਫੇਰ ਆਉਂਦਾ, ਹੁਣ ਹੋਰ ਕੁਝ ਟਰਾਈ ਕਰਕੇ ਦੇਖਦਾ। ਸਾਨੂੰ ਵੀ ਉਹ ਕਈ ਵਾਰੀ ਇਦਾਂ ਹੀ ਕਰਦਾ, ਜੇ ਇੱਕ ਚੀਜ਼ ਤੋਂ ਅਸੀਂ ਨਹੀਂ ਡਿੱਗੇ ਹੈਗੇ, ਉਹਨੇ ਹੋਰ ਕੁਝ ਟਰਾਈ ਕਰਕੇ ਦੇਖਣੀ ਆ। 6ਵੀਂ ਆਇਤ ਦੇ ਵਿੱਚ ਉਹ ਇਦਾਂ ਕਹਿੰਦਾ ਆ। ਹਾਂਜੀ, ਇਹਦਾ ਮੈਥਿਊ ਚੈਪਟਰ 4 ਵਰਸ 6 ਦੇ ਵਿੱਚ ਆਪਾਂ ਕਹਿੰਦੇ ਹਾਂ, ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਆਪਣੇ ਆਪ ਨੂੰ ਹੇਠਾਂ ਡੇਗ, ਕਿਉਂ ਜੋ ਲਿਖਿਆ ਹੈ ਕਿ ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦਊਗਾ, ਉਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ ਅਤੇ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਨਾ ਲੱਗੇ। ਕੀ ਕਹਿੰਦਾ? ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ। ਹੁਣ ਉਹ ਸ਼ੱਕ ਪਾਉਣੀ ਚਾਹੁੰਦਾ ਹੈ ਉਹਦੇ ਮਾਈਂਡ ਦੇ ਵਿੱਚ। ਕਈ ਵਾਰੀ ਆਪਣੇ ਕੋਲ ਵੀ ਪਰਮੇਸ਼ਰ ਇਦਾਂ ਹੁੰਦਾ ਆ, ਉਹਨੇ ਸਾਨੂੰ ਕਹਿਣਾ ਸੱਚੀ ਤੁਸੀਂ ਪਰਮੇਸ਼ਰ ਦੇ ਬੇਟੇ ਬੇਟੀਆਂ, ਫਿਰ ਟੈਸਟ ਕਰਕੇ ਦੇਖਦਾ ਆ। ਕਈ ਵਾਰੀ ਲੋਕੀ ਸ਼ੱਕ ਦੇ ਵਿੱਚ ਫਿਰ ਪੈ ਜਾਂਦੇ ਆ, ਉਹਨੇ ਕਹਿਣਾ ਭਾਜੀ ਪਾਸਟਰ ਜੀ ਮੈਂ ਸੇਵਡ ਆ, ਸੱਚੀ ਮੈਨੂੰ ਪਤਾ ਨਹੀਂ ਲੱਗਦਾ ਹੈਗਾ। ਸ਼ੈਤਾਨ ਸ਼ੱਕ ਪਾਉਂਦਾ ਆ, ਪਰ ਯਿਸੂ ਮਸੀਹ ਦੇ ਵਿੱਚ ਡਿੱਗਿਆ ਨਹੀਂ, ਉਹਦੇ ਵਿੱਚੋਂ ਕਮਜ਼ੋਰੀ ਨਹੀਂ ਪਾਈ, ਨਾ ਉਹਨੇ ਟੈਸਟ ਕਰਕੇ ਦੇਖਿਆ। ਯਿਸੂ ਮਸੀਹ ਨੇ ਉਹਨੂੰ ਕੀ ਜਵਾਬ ਦਿੱਤਾ? ਬਚਨ ਦੇ ਫੇਰ ਵਿੱਚੋਂ ਦਿੰਦਾ। ਸੋ ਖਿਆਲ ਰੱਖਣਾ 7ਵੀਂ ਆਇਤ। ਹਾਂਜੀ, ਚੈਪਟਰ 4 ਵਰਸ 7। ਯਿਸੂ ਨੇ ਉਸ ਨੂੰ ਆਖਿਆ, ਇਹ ਵੀ ਲਿਖਿਆ ਆ, ਜੋ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਨਾ ਪਰਤਾ। ਆਮੀਨ। ਫੇਰ ਬਚਨ ਦੇ ਵਿੱਚੋਂ ਦੱਸਦਾ ਹੈ, ਕਹਿੰਦਾ ਵੀ ਤੁਸੀਂ ਪਰਮੇਸ਼ਰ ਨੂੰ ਪਰਤਾਉਣਾ ਨਹੀਂ ਹੈਗਾ, ਟੈਸਟ ਨਹੀਂ ਕਰਕੇ ਦੇਖਣਾ ਹੈਗਾ। ਓਕੇ, ਸੋ ਉਹਨੂੰ ਪਤਾ ਸੀ ਉਹ ਕੌਣ ਆ। ਕਈ ਵਾਰੀ ਅਸੀਂ ਹਕਾਰ ਕੇ ਹੀ ਕਹਿ ਸਕਦੇ ਹਾਂ। ਮੈਨੂੰ ਇੱਕ ਵਾਰੀ ਚੇਤਾ, ਮੈਂ ਇੱਕ ਵਾਰੀ ਚਰਚ ਵਿੱਚ ਇੱਕ ਸੀਗਾ
ਤੇ ਕੋਈ ਮੇਰੇ ਕੋਲ ਭਰਾ ਸੀਗਾ, ਮੇਰੇ ਕੋਲ ਕੋਈ ਆਇਆ ਤਾਂ ਉਹ ਕਹਿੰਦਾ ਮੇਰੇ ਵਿੱਚ ਦੁਰਸ਼ ਆਤਮਾ ਆ, ਤੇ ਕਹਿੰਦਾ ਜੀ ਤੁਸੀਂ ਮੇਰੀ ਹੈਲਪ ਕਰੋਗੇ? ਮੈਂ ਕਿਹਾ ਹਾਂ। ਤੇ ਮੈਂ ਉਹ ਜਦੋਂ ਮੈਂ ਉਹਦੀ ਹੈਲਪ ਕਰਨ ਲੱਗਾ ਤਾਂ ਦੁਰਸ਼ ਆਤਮਾ ਉਹਦੇ ਵਿੱਚੋਂ ਬੋਲਣ ਲੱਗ ਪਿਆ। ਕਹਿੰਦਾ ਤੂੰ ਫਿਰ ਮੈਨੂੰ ਕੱਢ ਦੇ, ਤੂੰ ਕੱਢ ਕੇ ਦੇਖ ਲੈ ਫਿਰ। ਕਹਿੰਦਾ ਬਹੁਤ ਲੱਗਾ ਮੇਰੇ ਮਨ, ਪਰ ਮੈਂ ਅੰਦਰ ਹੋਲੀ ਸਪਿਰਿਟ ਨੂੰ ਪੁੱਛਦਾ ਹਾਂ ਬਈ ਮੈਨੂੰ ਕੀ ਕਰਨਾ ਚਾਹੀਦਾ ਹੈ। ਹੋਲੀ ਸਪਿਰਿਟ ਕਹਿੰਦਾ ਇਸ ਆਦਮੀ ਨੂੰ ਸਿਖਾ ਉਹਦਾ ਕਿੱਦਾਂ ਮੁਕਾਬਲਾ ਕਰਨਾ ਹੈ। ਸੀ ਉਹ ਕਈ ਵਾਰੀ ਸ਼ੈਤਾਨ ਸਾਨੂੰ ਟੈਂਪਟੇਸ਼ਨ ਦਿੰਦਾ ਹੈ, ਪਰ ਅਸੀਂ ਰੂਹ ਆਤਮਾ ਨੂੰ ਪੁੱਛਦੇ ਹਾਂ ਤੇ ਉਹਦੇ ਬਚਨ ਦੇ ਨਾਲ ਫਿਰ ਆਪਾਂ ਦੂਸਰਿਆਂ ਦੀ ਹੈਲਪ ਕਰ ਸਕਦੇ ਹਾਂ। ਫਿਰ ਮੈਂ ਉਹਨੂੰ ਸਿਖਾਇਆ, ਮੈਂ ਉਹਨੂੰ ਕਿਹਾ ਭਾਜੀ ਸ਼ੈਤਾਨ ਹਰਾਇਆ ਤੁਹਾਡੇ ਪੈਰਾਂ ਦੇ ਥੱਲੇ ਆ, ਤੇ ਤੁਸੀਂ ਉਹਨੂੰ ਪੈਰ ਉਹਦੇ ਸਿਰੀ ਉੱਤੇ ਉਹਦਾ ਆਪਣਾ ਪੈਰ ਰੱਖ ਕੇ ਮਲੋ। ਅਜੀਬ ਦੇਖਣ ਵਾਲੀ ਚੀਜ਼ ਸੀਗੀ। ਤੇ ਉਹ ਆਪਣਾ ਪੈਰ ਮਲਦਾ ਆ ਤੇ ਨਾਲੇ ਦੁਹਾਈਆਂ ਵੀ ਪਾਉਂਦਾ ਹੈ, ਕਰਕੇ ਜਿਹੜੀ ਦੁਰਸ਼ ਆਤਮਾ ਉਹਦੇ ਵਿੱਚੋਂ ਦੀ ਬੋਲਦਾ ਆ ਤੇ ਉਹ ਦੁਹਾਈ ਵੀ ਪਾਉਂਦਾ ਆ। ਪਰ 2 ਮਿੰਟਾਂ ਬਾਅਦ ਉਹ ਐਨ ਆਜ਼ਾਦ ਹੋ ਜਾਂਦਾ ਆ। ਸੋ ਇੱਥੇ ਆਪਾਂ ਦੇਖਦੇ ਹਾਂ ਬਈ ਅਸੀਂ ਪਰਮੇਸ਼ਰ ਨੂੰ ਭਰਮਾਉਣਾ ਨਹੀਂ ਹੈਗਾ, ਪਰ ਦੇਖਣਾ ਹੋਲੀ ਸਪਿਰਿਟ ਸਾਡੇ ਤੋਂ ਕੀ ਚਾਹੁੰਦਾ ਆ। ਆਪਾਂ 8 ਤੋਂ 10 ਆਇਤ ਮਾਰਕ ਚੈਪਟਰ 4 verse 8 to 10 we'll read. Sorry, ਮਤੀ ਹਾਂਜੀ, ਇਸੇ ਚੈਪਟਰ ਦੇ ਵਿੱਚ ਆਪਾਂ ਚੌਥੇ ਵਿੱਚ ਮੈਥਿਊ 4 ਤੇ ਉਹਦਾ 8 and 9 verse ਹਨ। ਹਾਂਜੀ। ਫਿਰ ਸ਼ੈਤਾਨ ਉਹਨੂੰ ਇੱਕ ਵੱਡੇ ਉੱਚੇ ਪਹਾੜ ਉੱਤੇ ਨਾਲ ਲੈ ਗਿਆ ਅਤੇ ਜਗਤ ਦੀਆਂ ਸਾਰੀਆਂ ਪਾਤਸ਼ਾਹੀਆਂ ਉੱਤੇ ਅਤੇ ਉਹਨਾਂ ਦਾ ਜਲੋ ਉਹਨੂੰ ਵਿਖਾਇਆ ਅਤੇ ਉਹਨੂੰ ਕਿਹਾ ਜੇ ਤੂੰ ਨਿਉ ਕੇ ਮੈਨੂੰ ਮੱਥਾ ਟੇਕੇ ਤਾਂ ਇਹ ਸਭ ਕੁਝ ਮੈਂ ਤੈਨੂੰ ਦੇ ਦਿਆਂਗਾ। ਬਹੁਤ ਇੰਪੋਰਟੈਂਟ ਹੈ। ਅੱਜ ਕੱਲ ਬਹੁਤ ਲੋਕੀ ਇੱਥੋਂ ਡਿੱਗ ਜਾਂਦੇ ਆ। ਕੀ ਕਹਿੰਦਾ ਉਹਨੇ ਸਾਰੀਆਂ ਦੁਨੀਆ ਦਾ ਧਨ ਦਿਖਾਇਆ, ਸਾਰੀਆਂ ਦੁਨੀਆ ਦੀਆਂ ਅਚੀਵ ਚੀਜ਼ਾਂ ਦਿਖਾ ਲਈਆਂ। ਕਹਿੰਦਾ ਸਾਰੀਆਂ ਮੈਂ ਤੈਨੂੰ ਦੇ ਦੂੰਗਾ ਜੇ ਮੈਨੂੰ ਮੱਥਾ ਟੇਕ ਦਊਗਾ। ਸੱਚੀ ਅੱਜ ਕੱਲ ਅਸੀਂ ਦੇਖਦੇ ਸਾਡੇ ਭੈਣ ਭਰਾ ਮੱਥਾ ਟੇਕਣ ਲੱਗੇ ਹੋਏ ਆ ਚੀਜ਼ਾਂ ਨੂੰ। ਕਾਹਤੇ? ਕਰਕੇ ਉਹ ਚੀਜ਼ਾਂ ਨੂੰ ਕਹਿੰਦੀਆਂ ਅਸੀਂ ਤੁਹਾਨੂੰ ਅਮੀਰ ਬਣਾ ਦੇਵਾਂਗੇ, ਅਸੀਂ ਤੁਹਾਨੂੰ ਆਹ ਦੇ ਦੇਵਾਂਗੇ, ਆਹ ਦੇ ਦੇਵਾਂਗੇ, ਤੇ ਉਹ ਉਹਨਾਂ ਚੀਜ਼ਾਂ ਨੂੰ ਮੰਨਣ ਲੱਗ ਪਿਆ। ਪਰ ਜਿਹੜਾ ਉਹਨਾਂ ਦਾ ਅਖੀਰ ਦਾ ਹਾਲ ਹੋਣਾ ਆ ਉਹ ਨਰਕਾਂ ਦੇ ਵਿੱਚ ਆ। ਪਰ ਯਿਸੂ ਮਸੀਹ ਦੇ ਵਿੱਚ ਡਿੱਗਿਆ ਨਹੀਂ। ਯਿਸੂ ਮਸੀਹ ਨੇ ਸਾਨੂੰ ਦਿਖਾਇਆ ਵੀ ਕੀ ਸਾਨੂੰ ਜਵਾਬ ਦੇਣਾ ਚਾਹੀਦਾ ਆ 10ਵੀਂ ਆਇਤ ਦੇ ਵਿੱਚ। ਹਾਂਜੀ, ਮਤੀ 4 ਮੈਥਿਊ 4 verse 10। ਤਦੋਂ ਯਿਸੂ ਨੇ ਉਸ ਨੂੰ ਕਿਹਾ, ਹੇ ਸ਼ੈਤਾਨ ਚੱਲਿਆ ਜਾ, ਕਿਉਂ ਜੋ ਲਿਖਿਆ ਹੈ ਕਿ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ। ਆਮੀਨ। ਕੀ ਕਹਿੰਦਾ? Jesus said, Satan, be gone. Not yet. Okay. ਕੱਲਾ ਪਰਮੇਸ਼ਰ ਨੂੰ ਵਰਸ਼ਿਪ ਕਰਨਾ, ਉਹਦੀ ਇਕੱਲੀ ਸਜਦਾ ਕਰਨੀ, ਹੋਰ ਕਿਸੇ ਚੀਜ਼ ਦੀ ਨਹੀਂ। ਅਸੀਂ ਇਸ ਚੀਜ਼ ਤੋਂ ਬਹੁਤ ਦੂਰ ਹੋ ਗਏ, ਹੋਰਨਾਂ ਚੀਜ਼ਾਂ ਨੂੰ ਮੰਨਣ ਲੱਗ ਪਏ। ਪਰ ਅਸੀਂ ਇੱਥੇ ਦੇਖਿਆ ਯਿਸੂ ਮਸੀਹ ਦੇ ਵਿੱਚ ਡਿੱਗਿਆ ਨਹੀਂ ਸੀ, ਉਹ ਇਸ ਚੀਜ਼ ਦੇ ਵਿੱਚ ਪੱਕਾ ਰਿਹਾ। ਸੋ ਹੁਣ ਸਾਰੇ ਟੈਸਟ ਹੋ ਚੁੱਕੀ ਆ। ਇਹ ਤੋਂ ਬਾਅਦ ਹੋਰ ਵੀ ਉਹਨੇ ਟੈਸਟ ਕਰਨ ਆਉਣਾ, ਫਿਨਿਸ਼ ਨਹੀਂ ਹੋਇਆ, ਪਰ ਹੁਣ ਫਿਨਿਸ਼ ਹੋ ਗਿਆ ਹੁਣ ਦੇ ਟਾਈਮ ਵਾਸਤੇ। ਤੇ ਯਿਸੂ ਮਸੀਹ ਵਿਕਟੋਰੀਅਸ ਹੋ ਗਿਆ, ਉਹਨੇ ਫਤਿਹ ਪਾ ਲਈ ਆ। ਸੋ ਜਿਹੜਾ ਐਡਮ ਤੇ ਉੱਤੇ ਟੈਸਟ ਆਇਆ ਸੀ, ਯਿਸੂ ਮਸੀਹ ਤੇ ਉਦੋਂ ਵੀ ਵੱਡਾ ਆਇਆ, ਉਦੋਂ ਵੀ ਜ਼ਿਆਦੀਆਂ ਚੀਜ਼ਾਂ ਬੱਚੇ ਦੇ ਵਿੱਚ ਆਈਆਂ। ਪਰ ਅਸੀਂ ਦੇਖਦੇ ਹਾਂ ਜਿਹੜਾ ਯਿਸੂ ਮਸੀਹ ਆਇਆ ਸੀ, ਜਿਹੜਾ ਪਰਮੇਸ਼ਰ ਨੇ ਭੇਜਿਆ ਸੀਗਾ, ਉਹਨੇ ਜੋ ਐਡਮ ਉੱਤੇ ਆਇਆ ਸੀ ਉਹਨੇ ਉੱਤੇ ਦਿਖਾਲਤਾ ਫਤਿਹ ਪਾ ਕੇ। ਸੋ ਉਹਨੇ ਫਤਿਹ ਉੱਤੇ ਪਾ ਲਈ ਆ। ਹੁਣ ਉਹ ਪਾਪ ਤੋਂ ਬਗੈਰ ਆ। ਜਰਮਿਆ ਵੀ ਪਾਪ ਤੋਂ ਬਗੈਰ ਸੀਗਾ, ਸ਼ੈਤਾਨ ਨੇ ਜਦੋਂ ਪਰਤਾਇਆ ਗਿਆ ਉਦੋਂ ਵੀ ਪਾਪ ਤੋਂ ਬਗੈਰ ਆ। ਹੁਣ ਉਹਨੇ ਸੇਵਾ ਕਰਨੀ ਆ, ਤੇ ਜਿੰਨਾ ਚਿਰ ਵੀ ਉਹ ਸੇਵਾ ਕਰਦੇ ਰਹੇ ਪਾਪ ਤੋਂ ਬਗੈਰ ਹੀ ਰਹਿਣਾ ਆ। ਉਸ ਟੈਂਪਟੇਸ਼ਨ ਦੇ ਵਿੱਚ ਡਿੱਗਿਆ ਨਹੀਂ। ਸੋ ਪ੍ਰੇਜ਼ ਦ ਲਾਰਡ। ਪ੍ਰਭੂ ਦੀ ਵਡਿਆਈ ਹੋਵੇ ਬਈ ਯਿਸੂ ਮਸੀਹ ਨੇ ਸਾਡੇ ਵਾਸਤੇ ਬਹੁਤ ਬੜੇ ਬੜੇ ਕੰਮ ਕੀਤੇ ਆ ਜਿਹੜੇ ਅਸੀਂ ਆਪ ਕਰ ਨਹੀਂ ਸਕਦੇ ਸੀਗੇ। ਸੋ ਕੀ ਹੋਇਆ? ਉਹਨੂੰ ਪਾਪ ਉੱਤੇ ਫਤਿਹ ਪਾਉਣ ਦੀ ਜ਼ਰੂਰਤ ਸੀਗੀ। ਕਾਹਤੇ? ਫੇਰ ਉਹ ਸਾਡੇ ਵਾਸਤੇ ਕੀਮਤ ਦੇ ਸਕਦਾ ਸੀ।
ਜੋ ਆਪ ਪਾਪੀ ਹੁੰਦਾ ਉਹ ਤਾਂ ਆਪਣੀ ਮੌਤੇ ਮੰਨਦਾ ਸੀ, ਸਾਡੇ ਪਾਪਾਂ ਦਾ ਕਿੱਦਾਂ ਉਹ ਕੀਮਤ ਦੇਂਦਾ। ਉਹ ਤਾਂ ਹੀ ਕੀਮਤ ਦੇ ਸਕਦਾ ਸੀ ਜੋ ਆਪ ਪਾਪਾਂ ਤੋਂ ਬਗੈਰ ਹੋਵੇ। ਜੇ ਮੈਂ ਖੂਨ ਕੀਤਾ ਹੋਵੇ ਤੇ ਹੋਰ 10 ਨੇ ਵੀ ਖੂਨ ਕੀਤੇ ਹੋਣ ਤੇ ਮੈਂ ਜਾ ਕੇ ਕਹਾਂ ਵੀ ਇਹਨਾਂ 10 ਨੂੰ ਫ੍ਰੀ ਕਰ ਦਿਓ ਤੇ ਮੈਂ ਮੌਤ ਝੱਲ ਲੈਣਾ ਆ, ਉਹਨੇ ਕਹਿਣਾ ਨਹੀਂ, ਤੂੰ ਤਾਂ ਆਪਣੀ ਮੌਤੇ ਮੰਨਣਾ ਕਰਕੇ ਤੂੰ ਤਾਂ ਆਪ ਪਾਪ ਕੀਤਾ ਹੈ, ਤੂੰ ਤਾਂ ਆਪ ਖੂਨ ਕੀਤਾ ਆ। ਪਰ ਜਿਹਨੇ ਨਹੀਂ ਕੀਤਾ ਹੈਗਾ, ਜੇ ਉਹ ਕਹਿੰਦਾ ਆ ਫਿਰ ਹੋ ਸਕਦਾ। ਸੋ ਜਿਹੜਾ ਸਵਰਗਾਂ ਦੇ ਵਿੱਚ ਕੋਰਟ ਸੀਗਾ, ਉਹਨੇ ਫੈਸਲਾ ਇੱਦਾਂ ਕੀਤਾ ਸੀ, ਇੱਕ ਪਾਪੀ ਥਾਣੀ, ਇੱਕ ਆਦਮੀ ਥਾਣੀ ਪਾਪ ਆਇਆ ਸੀ, ਇੱਕ ਉਹਨੂੰ ਚੱਕ ਕੇ ਲਿਜਾ ਸਕਦਾ, ਤੇ ਇਹ ਯਿਸੂ ਮਸੀਹ ਨੇ ਪੂਰਾ ਕੀਤਾ ਹੈ। ਸੋ ਸੱਚੀ ਹੁਣ ਆਪਾਂ ਥੋੜ੍ਹੀਆਂ ਆਇਤਾਂ ਪੜ੍ਹਨੀਆਂ ਜਿਹੜੀਆਂ ਸਾਨੂੰ ਬਹੁਤ ਸਾਫ਼ ਤਰ੍ਹਾਂ ਦੱਸਦੀਆਂ ਆ ਯਿਸੂ ਮਸੀਹ ਨੇ ਸਾਡੇ ਪਾਪਾਂ ਦੀ ਕੀਮਤ ਦੇਤੀ ਆ। ਜੇ ਉਹਨੇ ਕੀਮਤ ਦੇਤੀ ਆ ਤਾਂ ਮਤਲਬ ਸਾਨੂੰ ਦੇਣ ਦੀ ਜ਼ਰੂਰਤ ਨਹੀਂ ਹੈਗੀ। ਸੋ ਪਲੀਜ਼ ਕੇਅਰਫੁਲੀ ਸੁਣਨਾ, ਬਹੁਤ ਸਾਫ਼ ਤਰ੍ਹਾਂ ਬਾਈਬਲ ਸਾਨੂੰ ਦੱਸਦੀ ਹੈ। ਸਿਰਫ ਮੈਂ 3 ਕੀ ਆਇਤਾਂ ਲਿਖੀਆਂ, ਆਪਾਂ ਬਹੁਤ ਲਿਖ ਸਕਦੇ ਸੀਗੇ, ਪਰ 3 ਆਇਤਾਂ ਮੈਂ ਲਿਖੀਆਂ ਜਿਹਨਾਂ ਸਾਨੂੰ ਪਤਾ ਲੱਗਦਾ ਆ ਬਈ ਯਿਸੂ ਮਸੀਹ ਨੇ ਸਾਡੀ ਕੀਮਤ ਦਿੱਤੀ ਹੋਈ ਆ। 2 Corinthians chapter 5 verse 21। ਹਾਂਜੀ, 2 Corinthians ਉਹਦਾ 5ਵਾਂ ਚੈਪਟਰ ਤੇ ਉਹਦੀ 21 ਆਇਤ। ਉਹਨੇ ਉਸ ਨੂੰ ਜਿਹੜਾ ਪਾਪ ਦਾ ਜਾਣੂ ਨਹੀਂ ਸੀ ਸਾਡੀ ਖਾਤਰ ਪਾਪ ਠਹਿਰਾਇਆ, ਤਾਂ ਜੋ ਅਸੀਂ ਉਸ ਵਿੱਚ ਹੋ ਕੇ ਪਰਮੇਸ਼ਰ ਦਾ ਧਰਮ ਬਣੀਏ। ਆਮੀਨ। ਕੀ ਹੋਇਆ? ਉਹ ਧੰਨਵਾਦ ਸੀਗਾ ਯਿਸੂ ਮਸੀਹ, ਤੇ ਉਹ ਜਿਹਨੇ ਪਾਪ ਜਾਣਦਾ ਨਹੀਂ ਸੀ, ਪਾਪ ਕੀਤਾ ਨਹੀਂ ਸੀਗਾ, ਤੇ ਉਹ ਆਪ ਪਾਪੀ ਬਣਿਆ ਬਈ ਅਸੀਂ ਧਰਮਬਾਜ਼ ਬਣੀਏ। ਸੋ ਇੱਥੇ ਕੀ ਹੋਇਆ? ਜਿਹੜੀ ਉਹਦੀ ਧਰਮਬਾਜ਼ੀ ਸੀਗੀ ਸਾਡੇ ਉੱਤੇ ਟ੍ਰਾਂਸਫਰ ਹੋ ਗਈ, ਸਾਡਾ ਪਾਪ ਉੱਤੇ ਚਲ ਗਿਆ ਤੇ ਉਹਦੀ ਜਿਹੜੀ ਧਰਮਬਾਜ਼ੀ ਸੀ ਉਹ ਸਾਡੇ ਤੇ ਆ ਗਈ, ਇੱਕ ਐਕਸਚੇਂਜ ਹੋ ਗਿਆ। ਸੋ ਪ੍ਰੇਜ਼ ਦ ਲਾਰਡ, ਬਈ ਪਰਮੇਸ਼ਰ ਨੇ ਸਾਡੇ ਵਾਸਤੇ ਬਹੁਤ ਬੜੇ ਕੰਮ ਕੀਤੇ ਜਿਹੜੇ ਸਾਡੇ ਵਾਸਤੇ ਅਣਹੋਣੇ ਸੀਗੇ। ਫਿਰ ਪਹਿਲਾ ਪਤਰਸ ਉਹਦੇ 2:24 ਤੇ 25 ਵਿੱਚ ਵੀ ਸਾਨੂੰ ਦੱਸਦਾ ਆ ਬਈ ਕਿੱਦਾਂ ਇਹ ਟ੍ਰਾਂਸਫਰ ਹੋਈ, ਕਿੱਦਾਂ ਯਿਸੂ ਮਸੀਹ ਨੇ ਸਾਡੇ ਇਕੱਲੇ ਪਾਪ ਨਹੀਂ, ਬਿਮਾਰੀਆਂ ਵੀ ਉਹਨੇ ਚੱਕੀਆਂ, ਜੋ ਵੀ ਪਾਪ ਦੇ ਨਾਲ ਸਾਡੇ ਤੇ ਆਉਂਦਾ ਆ ਉਹਨੇ ਸਾਰੀ ਉਹ ਕੀਮਤ ਦਿੱਤੀ ਹੈ। ਸੋ ਕੇਅਰਫੁਲੀ ਸੁਣਨਾ ਪਲੀਜ਼। ਪਹਿਲਾ ਪੀਟਰ 2 ਚੈਪਟਰ 24 ਤੇ 25 ਆਇਤ। ਇਹ ਹੈਗਾ ਹੈ ਪਹਿਲਾ ਪਤਰਸ ਉਹਦਾ 2 ਚੈਪਟਰ 24 ਤੇ 25। 1 Peter chapter 2 verse 24 and 25। ਉਸ ਆਪ ਸਾਡਿਆਂ ਪਾਪਾਂ ਨੂੰ ਆਪਣੇ ਸਰੀਰ ਵਿੱਚ ਰੁੱਖ ਉੱਤੇ ਚੁੱਕ ਲਿਆ, ਪਰ ਅਸੀਂ ਪਾਪ ਦੀ ਵੱਲੋਂ ਮਰ ਕੇ ਧਰਮ ਦੀ ਵੱਲੋਂ ਜੀਏ। ਉਸੇ ਦੇ ਮਾਰ ਖਾਣ ਤੋਂ ਅਸੀਂ ਨਿਰੋਏ ਕੀਤੇ ਗਏ। ਤੁਸੀਂ ਤਾਂ ਭੇਡਾਂ ਵਾਂਗ ਭਟਕਦੇ ਫਿਰਦੇ ਸੌ, ਪਰ ਹੁਣ ਆਪਣੀਆਂ ਜਾਨਾਂ ਦੇ ਯਾਲੀ ਅਤੇ ਨਿਗਾਹਬਾਨ ਦੇ ਕੋਲ ਮੁੜ ਆਏ ਹੋ। ਆਮੀਨ। ਸੋ ਇੱਥੇ ਕੀ ਦੱਸਦਾ? ਹੁਣ ਤੁਸੀਂ ਮੁੜ ਆ ਗਏ। ਉਹਨੇ ਸਾਡੇ ਪਾਪ ਚੱਕ ਲਏ, ਸਾਡੀਆਂ ਬਿਮਾਰੀਆਂ ਚੱਕ ਲਈਆਂ, ਤੇ ਹੁਣ ਕੀ ਹੋਇਆ? ਅਸੀਂ ਮੁੜ ਆਏ ਹਾਂ। ਸੋ ਜੇ ਤੁਸੀਂ ਅੱਜ ਇਹ ਜਿਹੜੀ ਕੀਮਤ ਦਿੱਤੀ ਹੈ, ਜੇ ਤੁਸੀਂ ਅੱਜ ਕਬੂਲ ਕਰ ਲਓ, ਜੇ ਤੁਸੀਂ ਅੱਜ ਮੰਨਣ ਨੂੰ ਤਿਆਰ ਆ, ਹਾਂ ਮੈਂ ਪਾਪੀ ਹਾਂ, ਮੈਨੂੰ ਲੋੜ ਆ, ਫਿਰ ਕੀ ਹੋਣਾ? ਫਿਰ ਤੁਸੀਂ ਪਰਮੇਸ਼ਰ ਵੱਲ ਨੂੰ ਮੁੜ ਆਉਣਾ ਹੈ। ਹੁਣ ਅਸੀਂ ਪਰਮੇਸ਼ਰ ਤੋਂ ਦੂਰ ਨੂੰ ਜਾ ਰਹੇ ਹਾਂ, ਫਿਰ ਅਸੀਂ ਪਰਮੇਸ਼ਰ ਵੱਲ ਨੂੰ ਮੁੜ ਕੇ ਆ ਜਾਣਾ। ਫਿਰ ਅਸੀਂ ਕੀ ਹੈ ਨਾ, ਪਰਮੇਸ਼ਰ ਦੇ ਬੇਟੇ ਬੇਟੀਆਂ ਬਣ ਸਕਦੇ ਹਾਂ। ਇੱਕ ਟਾਈਮ ਉਹਦੇ ਅਸੀਂ ਬੇਟੇ ਬੇਟੀਆਂ ਸੀਗੇ, ਪਰ ਪਾਪਾ ਨੇ, ਜਿੱਦਾਂ ਆਪਾਂ ਪਿਛਲੇ ਹਫ਼ਤੇ ਦੇਖੀ ਸੀ, ਪਾਪਾ ਨੇ ਸਾਨੂੰ ਸਾਡੇ ਪਰਮੇਸ਼ਰ ਤੋਂ ਜੁਦਾ ਕੀਤਾ ਹੈ। ਪਰ ਉਹ ਜਿਹੜਾ ਇਲਾਜ ਆ ਯਿਸੂ ਮਸੀਹ ਨੇ ਕਰ ਦਿੱਤਾ ਆ। ਸੋ ਸਾਡੇ ਵਾਸਤੇ ਇੱਕ ਡਿਵਾਈਨ ਐਕਸਚੇਂਜ ਆ ਗਿਆ ਆ। ਜਿਹੜੇ ਸਾਡੇ ਪਾਪ ਸੀ ਯਿਸੂ ਮਸੀਹ ਤੇ ਚਲ ਗਏ ਆ, ਉਹਦੀ ਰਾਈਚਸਨੈਸ, ਉਹਦੀ ਸੱਚਾਈ ਸਾਡੇ ਉੱਤੇ ਆ ਗਈ ਆ। ਸੋ ਜ਼ਰੂਰ ਅੱਜ ਇਹਦੇ ਬਾਰੇ ਸੋਚਣਾ। ਇੱਕ ਹੋਰ ਚੀਜ਼ ਆਪਾਂ ਸਾਰਿਆਂ ਦੇ ਵਿੱਚੋਂ ਆਪਾਂ ਇਹ ਤਾਂ ਪੜ੍ਹਦੇ ਹਾਂ ਤੇ ਇਹਦੇ ਵਿੱਚੋਂ ਆਪਾਂ ਨੂੰ ਨਵੀਂ ਚੀਜ਼ ਵੀ ਕੁਛ ਲੱਭਦੀ ਆ। ਪਹਿਲਾਂ ਆਪਾਂ ਪੜ੍ਹਿਆ ਸੀ ਇਕੱਲਾ ਪਾਪਾਂ ਦੇ ਬਾਰੇ ਦੱਸਦਾ ਸੀ, ਦੂਸਰਾ ਆਪਾਂ ਇੱਥੇ ਪੀਟਰਸ ਦੇ ਵਿੱਚੋਂ ਪੜ੍ਹਿਆ ਆ, ਫਿਰ ਉਹ ਸਾਨੂੰ ਦੱਸਦਾ ਸਾਡੇ
ਜਿਹੜੇ ਬਿਮਾਰੀਆਂ ਸੀ ਉਹ ਵੀ ਯਿਸੂ ਮਸੀਹ ਚੱਕ ਲਈਆਂ ਸੀ। ਹੁਣ ਆਪਾਂ ਗਲੇਸ਼ੀਅਸ ਦੀ ਕਿਤਾਬ ਵਿੱਚੋਂ ਪੜ੍ਹਨ ਲੱਗੇ ਹਾਂ, ਉਹਦਾ ਚੈਪਟਰ 3 ਵਰਸ 13 ਐਂਡ 14, ਤੇ ਇੱਥੇ ਇੱਕ ਹੋਰ ਵੀ ਚੀਜ਼ ਦੱਸਦਾ ਜੋ ਯਿਸੂ ਮਸੀਹ ਨੇ ਕ੍ਰਾਸ ਉੱਤੇ ਚੱਕੀ ਸੀ। ਹਾਂਜੀ, ਇਹ ਗਲਾਤੀਆਂ ਦਾ ਚੈਪਟਰ 10 13 ਤੇ 14, ਗਲੇਸ਼ੀਅਨਸ ਚੈਪਟਰ 3 ਵਰਸ 13 ਐਂਡ 14। ਮਸੀਹ ਨੇ ਸਾਨੂੰ ਮੁੱਲ ਲੈ ਕੇ ਸ਼ਰ੍ਹਾ ਦੇ ਸਰਾਪ ਤੋਂ ਛੁਡਾਇਆ, ਇਸ ਕਰਕੇ ਜੋ ਉਹ ਸਾਡੇ ਲਈ ਸਰਾਪ ਬਣਿਆ, ਕਿਉਂ ਜੋ ਲਿਖਿਆ ਹੋਇਆ ਹੈ ਵੀ ਸਰਾਪੀ ਹੈ ਹਰੇਕ ਜਿਹੜਾ ਰੁੱਖ ਉੱਤੇ ਟੰਗਿਆ ਹੋਇਆ ਹੈ, ਵੀ ਅਬਰਾਹਮ ਦੀ ਬਰਕਤ ਮਸੀਹ ਯਿਸੂ ਵਿੱਚ ਪਰਾਈਆਂ ਕੌਮਾਂ ਉੱਤੇ ਹੋਵੇ, ਤਾਂ ਜੋ ਅਸੀਂ ਉਸ ਆਤਮਾ ਦੇ ਵਚਨ ਨੂੰ ਨੇਚਾ ਦੇ ਰਾਹੀਂ ਪ੍ਰਾਪਤ ਕਰੀਏ। ਆਮੀਨ। ਉਹ ਇੱਥੇ ਸਾਨੂੰ ਦੱਸਦਾ ਉਹਨੇ ਇਕੱਲਾ ਸਾਨੂੰ ਪਾਪਾ ਤੋਂ ਨਹੀਂ ਛੁਡਾਇਆ, ਪਰ ਸਾਨੂੰ ਕਰਸ ਤੋਂ, ਜਿਹੜਾ ਸਰਾਫ ਸੀਗਾ ਸਾਡੇ ਤੋਂ। ਜਦੋਂ ਆਪਾਂ ਪੜ੍ਹਦੇ ਸੀ ਐਡਮ ਦੇ ਬਾਰੇ, ਉਹਨੂੰ ਜਿਹੜਾ ਸਰਾਫ ਦਿੱਤਾ ਗਿਆ ਸੀ ਉਹ ਤੋਂ ਵੀ ਉਹਨੇ ਛੁਡਾ ਲਿਆ ਹੈ। ਅਸੀਂ ਹੁਣ ਫ੍ਰੀ ਹੋ ਗਏ। ਇਕੱਲੇ ਹੁਣ ਫ੍ਰੀ ਨਹੀਂ ਹੋਏ ਹੈਗੇ, ਇੱਦਾਂ ਨਹੀਂ ਮਾਫ ਕਰਕੇ ਸਾਫ਼ ਕਰਕੇ ਸਾਨੂੰ ਹੁਣ ਛੱਡਤਾ, ਕਹਿੰਦਾ ਜਾਓ ਬਈ ਠੀਕ ਹੋ ਗਿਆ ਤੁਸੀਂ। ਨੋ, ਹੁਣ ਉਹ ਕਹਿੰਦਾ ਸਾਨੂੰ ਏਬਰਾਹਮ ਦੀਆਂ ਬਲੈਸਿੰਗਸ ਵੀ ਦੇਤੀਆਂ, ਜਿਹੜੀਆਂ ਏਬਰਾਹਮ ਦੇ ਕੋਲ ਬਲੈਸਿੰਗ ਸੀਗੀਆਂ ਸਾਨੂੰ ਹੁਣ ਆਫਰ ਕਰ ਰਿਹਾ ਉਹ, ਸਾਡੀਆਂ ਉਹ ਹੋ ਸਕਦੀਆਂ। ਬਹੁਤ ਮੇਰੇ ਭੈਣ ਭਰਾ ਖੁਸ਼ ਆ, ਉਹਨਾਂ ਦੇ ਪਾਪ ਹੋ ਗਏ, ਪਾਪ ਮਾਫ ਹੋ ਗਏ, ਤੇ ਜਦੋਂ ਉਹਨਾਂ ਆ ਦੁਨੀਆ ਨੂੰ ਛੱਡ ਕੇ ਗਏ, ਉਹਨੇ ਸਵਰਗਾਂ ਨੂੰ ਜਾਣਾ। ਪਰ ਇੰਨਾ ਇਕੱਲਾ ਹੀ ਨਹੀਂ ਹੈਗਾ, ਇੰਨਾ ਨਫ ਨਹੀਂ ਹੈਗਾ। ਪਰਮੇਸ਼ਰ ਉਹ ਚਾਹੁੰਦਾ ਹੁਣ ਅਸੀਂ ਬਰਕਤਾਂ ਦੇ ਵਿੱਚ ਰਹੀਏ, ਜਿੱਦਾਂ ਪਹਿਲਾਂ ਐਡਮ ਬਰਕਤਾਂ ਦੇ ਵਿੱਚ ਸੀਗਾ, ਤੇ ਜਿੱਦਾਂ ਏਬਰਾਹਮ ਨੇ ਦਿਖਾ ਲਿਆ ਉਹ ਬਰਕਤਾਂ ਸਾਡੇ ਤੇ ਆ ਸਕਦੀਆਂ। ਤੇ ਇੱਥੇ ਸਾਨੂੰ ਬਹੁਤ ਵਧੀਆ ਐਗਜ਼ਾਮਪਲ ਦੱਸਦਾ ਆ, ਕਹਿੰਦਾ ਏਬਰਾਹਮ ਦੀਆਂ ਬਲੈਸਿੰਗਸ ਸਾਨੂੰ ਆ ਸਕਦੀਆਂ। ਏਬਰਾਹਮ ਦੀਆਂ ਕਾਹਤੇ ਕਹਿੰਦੇ ਆ, ਕਰਕੇ ਏਬਰਾਹਮ ਬਹੁਤ ਅਮੀਰ ਸੀਗਾ, ਬਹੁਤ ਰਿਚ ਸੀਗਾ। ਕਿੱਦਾਂ ਉਹ ਕੋਲ ਡੰਗਰ ਬਹੁਤ ਸੀ, ਉਹ ਕੋਲ ਸੋਨਾ ਬਹੁਤ ਸੀ, ਉਹ ਕੋਲ ਚਾਂਦੀ ਬਹੁਤ ਸੀ, ਤੇ ਉਹ ਇੱਕ ਪਸ਼ੂ ਚਾਰਨ ਵਾਲਾ ਸੀਗਾ ਇੱਕ ਤਰ੍ਹਾਂ ਦਾ। ਪਰ ਉਹ ਰਾਜਿਆਂ ਨਾਲ, 5 ਰਾਜਿਆਂ ਨਾਲ ਲੜ ਕੇ ਉਹਨਾਂ ਨੂੰ ਵੀ ਜਿੱਤ ਕੇ ਆ ਗਿਆ। ਇੱਥੇ ਸਾਨੂੰ ਦੱਸਿਆ ਵੀ ਏਬਰਾਹਮ ਵਾਂਗ ਬਰਕਤਾਂ ਸਾਨੂੰ ਪਰਮੇਸ਼ਰ ਦਿੰਦਾ ਆ। ਉਹ ਕਿੱਥੋਂ ਖਰੀਦਿਆ ਸੀ ਅਸੀਂ, ਕਿੱਥੋਂ ਸਾਨੂੰ ਮਿਲਿਆ ਸੀਗਾ? ਉਹ ਯਿਸੂ ਮਸੀਹ ਨੇ ਕ੍ਰਾਸ ਉੱਤੇ ਸਾਡੇ ਵਾਸਤੇ ਜਿੱਤਿਆ ਸੀਗਾ, ਉਹ ਸਾਨੂੰ ਦੇ ਰਿਹਾ ਆ। ਇਹ ਸਾਡੀਆਂ ਚੀਜ਼ਾਂ ਆ। ਤੇ ਕਈ ਭਰਾ ਭੈਣ ਪਾਉਣਾ ਚਾਹੁੰਦੇ ਆ, ਕਈ ਕਹਿੰਦੇ ਅਸੀਂ ਇਹ 'ਚ ਹੀ ਖੁਸ਼ ਹਾਂ ਵੀ ਸਾਡੇ ਪਾਪ ਮਾਫ ਹੋ ਗਿਆ ਤੇ ਅਸੀਂ ਸਵਰਗਾਂ ਨੂੰ ਜਾਣਾ ਹੈ। ਪਰ ਇਹ ਇਨਫ ਨਹੀਂ ਹੈਗਾ। ਜਦੋਂ ਅਸੀਂ ਇਸ ਦੁਨੀਆ ਵਿੱਚ ਰਹਿਣਾ, ਸਾਨੂੰ ਫਤਿਹਮੰਦ ਹੋ ਕੇ ਰਹਿਣਾ ਚਾਹੀਦਾ ਆ। ਤੇ ਇੱਦਾਂ ਹੀ ਆਪਾਂ ਉਹ 6 ਚੀਜ਼ਾਂ ਦੇਖਿਆ ਸੀ ਜੋ ਪਰਮੇਸ਼ਰ ਨੇ ਸਾਡੇ ਵਾਸਤੇ ਕੀਤੀ ਆ, ਤੇ ਪਰਮੇਸ਼ਰ ਨੇ ਸਾਡੇ ਵਾਸਤੇ ਪ੍ਰੋਵੀਜ਼ਨ ਵੀ ਕੀਤੀ ਹੋਇਆ। ਜਿਹੜੀ ਚੀਜ਼ ਦੀ ਲੋੜ ਆ ਉਹ ਵੀ ਤਿਆਰ ਕੀਤੀ ਹੋਈ ਆ, ਅਸੀਂ ਅੱਜ ਪਾ ਸਕਦੇ ਹਾਂ। ਸੋ ਇੱਥੇ ਸਾਨੂੰ ਬਹੁਤ ਕਲੀਅਰਲੀ ਗਲੇਸ਼ੀਅਨਸ ਦੀ ਕਿਤਾਬ ਵਿੱਚ ਦੱਸਦਾ ਹੈ, and that Christ has blessed us with Abraham blessings, that the Gentiles, ਕੱਲੇ ਯਹੂਦੀਆਂ ਵਾਸਤੇ ਨਹੀਂ, ਪਰ ਜਿਹੜੇ ਬਾਹਰਲੇ ਕੌਮਾਂ ਦੇ ਉਹ ਵੀ ਪਾ ਸਕਣ, that they might receive the promise through faith। ਪਰ ਕਿੱਦਾਂ ਮਿਲਦੀਆਂ? ਕਹਿੰਦਾ ਨੇਚਰ ਦੇ ਨਾਲ ਮਿਲਦੀਆਂ। ਉੱਦਾਂ ਹੀ ਨਹੀਂ, ਜੇ ਆਪਣੇ ਤੋਂ ਉੱਦਾਂ ਹੀ ਘਰ ਆ ਕੇ ਡਿੱਗ ਪੈਣ, ਰਾਈਟ, ਉਦੋਂ ਹੀ ਪਤਾ ਲੱਗੇ ਜਦੋਂ ਘਰ ਆ ਗਈਆਂ ਚੀਜ਼ਾਂ ਵਾ ਠੀਕ ਹੈ। ਉਹ ਕਹਿੰਦਾ ਨੇਚਰ ਦੇ ਨਾਲ ਪਾਈ ਜਾਂਦੀਆਂ। ਸਾਨੂੰ ਬਲੀਵ ਕਰਨਾ ਪੈਣਾ, ਇੱਦਾਂ ਹੀ ਸਾਨੂੰ ਮੁਕਤੀ ਵਾਸਤੇ ਬਲੀਵ ਕਰਨਾ ਪੈਣਾ, ਇੱਦਾਂ ਹੀ ਸਾਨੂੰ ਪਾਪਾਂ ਦੀ ਮਾਫੀ ਵਾਸਤੇ ਬਲੀਵ ਕਰਨਾ ਪੈਣਾ। ਸਭ ਕੁਝ ਜੋ ਵੀ ਅਸੀਂ ਪਰਮੇਸ਼ਰ ਦੇ ਕੋਲ ਲੈਂਦੇ ਆ, ਨੇਚਰ ਦੇ ਨਾਲ ਸਾਡੇ ਕੋਲ ਉਹਦੇ ਕੋਲ ਲੈਣਾ ਪੈਂਦਾ, ਨੇਚਰ ਦੇ ਨਾਲ ਬਲੀਵ ਕਰਨਾ ਪੈਂਦਾ। ਬਾਈਬਲ ਦੱਸਦੀ ਹੈ, ਵਿਦਆਊਟ ਫੇਥ ਇਟ ਇਜ਼ ਇੰਪੋਸੀਬਲ ਟੂ ਬਲੀਵ ਹਿਮ। ਨੇਚਰ ਤੋਂ ਬਗੈਰ ਅਨਹੋਣਾ ਆ ਵੀ ਪਰਮੇਸ਼ਰ ਖੁਸ਼ ਹੋ ਜਾਵੇ। ਸੋ ਸਾਨੂੰ ਨੇਚਰ ਰੱਖਣ ਦੀ ਜ਼ਰੂਰਤ ਹੈ, ਸਾਨੂੰ ਬਲੀਵ ਕਰਨ ਦੀ ਜ਼ਰੂਰਤ ਹੈ। ਇਹ ਸਾਰੀਆਂ ਚੀਜ਼ਾਂ ਤੁਹਾਡੇ ਵਾਸਤੇ ਤੇ ਮੇਰੇ ਵਾਸਤੇ ਪਰਮੇਸ਼ਰ ਨੇ ਕੀਤੀਆਂ ਆ, ਪਰ ਇਹ ਸਾਨੂੰ ਪਾਉਣ ਦੀ ਜ਼ਰੂਰਤ ਹੈ, ਤੇ ਅਸੀਂ ਦੇਖਣਾ ਵੀ ਅਸੀਂ ਪਾਉਣਾ ਕਿ ਨਹੀਂ। ਆਮੀਨ। ਤੇ ਆਪਾਂ ਮਾਰਕਸ ਦੀ ਕਿਤਾਬ ਦੇ ਵਿੱਚੋਂ ਪੜ੍ਹਨ ਲੱਗੇ ਹਾਂ। ਇਹ ਜਿਹੜੀ ਜੋ ਯਿਸੂ ਮਸੀਹ ਨੇ ਕਰਨਾ ਸੀ, ਜੋ ਕੀਤਾ ਸੀਗਾ, ਉਹ ਵੀ ਯਿਸੂ ਮਸੀਹ ਦੀ ਮਰਜ਼ੀ ਚਾਹੀਦੀ ਸੀ। ਪਰਮੇਸ਼ਰ ਕਿਸੇ ਨਾਲ ਵੀ ਜੋੜਾ ਜਲਬੀ ਨਹੀਂ ਕਰਦਾ ਹੈਗਾ। ਜ਼ਰੂਰ ਪਰਮੇਸ਼ਰ ਨੂੰ, ਯਿਸੂ ਮਸੀਹ ਨੂੰ ਪਰਮੇਸ਼ਰ ਨੇ ਇਸ ਹੁਕਮ ਦੇ ਕੇ ਭੇਜਿਆ ਸੀ, ਇਹ ਮਿਸ਼ਨ ਦੇ ਕੇ ਭੇਜਿਆ ਸੀ, ਪਰ ਫਿਰ ਵੀ ਯਿਸੂ ਮਸੀਹ ਦੀ ਮਰਜ਼ੀ ਸੀ।
ਉਹ ਜਦੋਂ ਮਰਜੀ ਨਹੀਂ ਕਹਿ ਸਕਦਾ ਸੀ। ਜਿੰਨੇ ਵੀ ਲੋਕੀ ਇਸ ਧਰਤੀ ਤੇ ਹੈਗੇ ਆ, ਜਦੋਂ ਮਰਜੀ ਪਰਮੇਸ਼ਰ ਨੂੰ ਨਹੀਂ ਕਹਿ ਸਕਦੇ। ਦੇਖੋ ਪਰਮੇਸ਼ਰ ਨੇ ਕਿੰਨੀ ਵਧੀਆ ਸਾਨੂੰ ਮਰਜ਼ੀ ਦਿੱਤੀ ਹੋਈ ਆ। ਜਿਹੜੇ ਦੁਸ਼ਟ ਆਤਮਾ, ਜਿਹੜੇ ਸਾਨੂੰ ਰਾਤਾਂ ਨੂੰ ਤੰਗ ਕਰਦੇ ਆ, ਜਿਹੜੇ ਸਾਡੇ ਦਬਾਅ ਕਰਦੇ, ਉਹ ਸਾਨੂੰ ਆਪਸ਼ਨ ਨਹੀਂ ਦਿੰਦੇ ਹੈਗੇ, ਉਹ ਨਹੀਂ ਸਾਨੂੰ ਮਰਜ਼ੀ ਦਿੰਦੇ ਹੈਗੇ, ਸਾਡੇ ਨਾਲ ਜੁਰਾ ਜਰਬੀ ਕਰਦੇ ਆ। ਪਰ ਪਰਮੇਸ਼ਰ ਜਿਹੜਾ ਸਵਰਗਾਂ ਦੇ ਵਿੱਚ ਹੈ, ਜਿਹੜਾ ਆਪਣਾ ਪਿਤਾ ਆ, ਉਹ ਸਾਨੂੰ ਮਰਜ਼ੀ ਦਿੰਦਾ ਆ। ਯਿਸੂ ਮਸੀਹ ਨੇ ਵੀ ਉਹਨੂੰ ਮਰਜ਼ੀ ਦਿੱਤੀ ਸੀਗੀ। ਆਪਾਂ ਪਹਿਲਾਂ ਮਾਰਕਸ 14 ਵਿੱਚੋਂ ਪੜਾਂਗੇ, ਉਹਦੀ 36 ਆਇਤ। ਇਹ ਮਾਰਕਸ ਚੈਪਟਰ 14 ਵਰਸ 36। ਮਾਰਕਸ 14ਵਾਂ ਚੈਪਟਰ ਤੇ 36ਵੀਂ ਆਇਤ। ਅਤੇ ਉਹਨਾਂ ਆਖਿਆ, ਅੱਬਾ, हे ਪਿਤਾ, ਤੇ ਤੋਂ ਸਭ ਕੁਝ ਹੋ ਸਕਦਾ ਹੈ, ਇਹ ਪਿਆਲਾ ਮੇਰੇ ਕੋਲੋਂ ਹਟਾ ਦੇ, ਤਾਂ ਵੀ ਉਹ ਨਾ ਹੋਵੇ ਜਿਹੜਾ ਮੈਂ ਚਾਹੁੰਦਾ ਹਾਂ, ਪਰ ਉਹ ਜਿਹੜਾ ਤੂੰ ਚਾਹੁੰਦਾ ਹੈ। ਆਮੇਨ। ਆਮੇਨ। ਜਦੋਂ ਯਿਸੂ ਮਸੀਹ ਨੇ ਕ੍ਰਾਸ ਉੱਤੇ ਜਾਣਾ ਸੀ, ਪਰਮੇਸ਼ਰ ਉਹਨੂੰ ਸਭ ਕੁਝ ਦਿਖਾ ਲਿਆ ਬਈ ਕਿੱਦਾਂ ਤੇਰੇ ਬੈਕ ਛਿੱਲੀ ਜਾਣੀ ਹੈ, ਕਿੱਦਾਂ ਤੇਰੀ ਕ੍ਰਾਸ ਉੱਤੇ ਜੀਵਨ ਜਾਣਾ। ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਵੀ ਦੱਸਿਆ ਸੀ, ਕਹਿੰਦਾ ਸੀ ਵੀ ਮੈਨੂੰ ਕ੍ਰਾਸ ਉੱਤੇ ਮਾਰ ਦੇਣਾ, ਤੇ ਉਹਨਾਂ ਨੂੰ ਸਮਝ ਹੀ ਲੱਗਦੀ ਹੁੰਦੀ ਸੀਗੀ, ਪਰ ਉਹ ਕਹਿੰਦਾ ਸੀ ਮੈਂ 3 ਦਿਨਾਂ ਬਾਅਦ ਫੇਰ ਜੀ ਉੱਠਣਾ ਹੈ। ਤੇ ਪਰ ਇੱਥੇ ਉਹ ਯਿਸੂ ਮਸੀਹ ਨੂੰ ਪਰਮੇਸ਼ਰ ਦਿਖਾਇਆ। ਬਾਈਬਲ ਦੱਸਦੀ ਹੈ ਬਈ ਜਦੋਂ ਪਰਮੇਸ਼ਰ ਦਿਖਾ ਲਿਆ, ਇੰਨਾ ਔਖਾ ਸੀਗਾ, ਯਿਸੂ ਮਸੀਹ ਦਾ ਪਸੀਨਾ ਖੂਨ ਦੀ ਤਵਕੇ ਨਿਕਲਦੇ ਸੀਗੇ। ਪਰ ਇਹ ਵੀ ਟੈਂਪਟੇਸ਼ਨ ਸੀਗਾ, ਉਹ ਜਦੋਂ ਮਰਜੀ ਨਹੀਂ ਕਹਿ ਸਕਦਾ ਸੀ। ਯਿਸੂ ਮਸੀਹ ਕ੍ਰਾਸ ਤੋਂ ਜਾਣ ਤੋਂ ਪਹਿਲਾਂ ਉਹ ਕਹਿੰਦਾ ਜੇ ਮੈਂ ਲੜਨਾ ਹੁੰਦਾ, ਮੈਂ ਕਹਿੰਦਾ ਇਸ ਵੇਲੇ ਪ੍ਰਾਰਥਨਾ ਕਰ ਸਕਦਾ ਸੀ ਤੇ ਪਰਮੇਸ਼ਰ ਨੇ 12 ਫੌਜਾਂ ਸਵਰਗਦੂਤਾਂ ਦੀਆਂ ਭੇਜ ਦੇਣੀਆਂ ਸੀ, ਪਰ ਉਹਨੇ ਚੂਜ਼ ਕੀਤਾ। ਕੀ ਚੂਜ਼ ਕੀਤਾ? ਕਹਿੰਦਾ ਪਰਮੇਸ਼ਰ ਜੀ ਤੁਹਾਡੀ ਮਰਜ਼ੀ ਪੂਰੀ ਹੋਵੇ। ਜੇ ਇਕੱਲਾ ਇਸ ਰਾਸਤੇ ਨਾਲ ਜਗਦੀਸ਼ ਸੇਵ ਹੋ ਸਕਦਾ, ਜੇ ਇਕੱਲਾ ਇਸ ਰਾਸਤੇ ਨਾਲ ਤੁਸੀਂ ਸੇਵ ਹੋ ਸਕਦੇ, ਮੁਕਤੀ ਪਾ ਸਕਦੇ ਆ, ਫਿਰ ਜੀਸਸ ਕਹਿੰਦਾ ਮੈਂ ਮਰਨ ਨੂੰ ਤਿਆਰ ਹਾਂ, ਮੈਂ ਆਪਣਾ ਜੀਵਨ ਨੂੰ ਤਿਆਰ ਹਾਂ। ਜੋ ਵੀ ਤੁਸੀਂ ਤਿਆਰ ਕੀਤਾ ਆ, ਜੋ ਵੀ ਸਜ਼ਾ ਜਗਦੀਸ਼ ਨੂੰ ਮਿਲਣੀ ਸੀਗੀ, ਜੋ ਵੀ ਸਜ਼ਾ ਤੁਹਾਨੂੰ ਮਿਲਣੀ ਸੀਗੀ, ਯਿਸੂ ਮਸੀਹ ਕਹਿੰਦਾ ਮੈਂ ਉਹ ਝੱਲ ਲੈਣਾ। ਸੋ ਮੁੜ ਕੇ ਫੇਰ ਜਿਹੜੇ ਐਡਮ ਦੀ ਔਲਾਦ ਆ, ਉਹ ਮੁੜ ਕੇ ਫੇਰ ਤੇਰੇ ਬੱਚੇ ਬਣ ਜਾਣ, ਮੁੜ ਕੇ ਫੇਰ ਤੇਰੇ ਬੇਟੇ ਬੇਟੀਆਂ ਬਣ ਜਾਣ। ਯਿਸੂ ਮਸੀਹ ਨੇ ਵਿਲਿੰਗਲੀ, ਜਦੋਂ ਉਹਨੂੰ ਦੱਸਦਾ ਸੀਗਾ ਕੀ ਹੋਣਾ ਆ, ਜਿਹੜੇ ਮਰਜ਼ੀ ਟਾਈਮ ਦੇ ਵਿੱਚ ਉਹ ਪ੍ਰੇ ਕਰ ਸਕਦਾ ਸੀ, ਜਦੋਂ ਉਹਦੇ ਛੈਂਟੇ ਵੀ ਪੈਂਦੇ ਸੀਗੇ, ਜਦੋਂ ਉਹਦੇ ਖੂਨ ਵੀ ਵਗਦਾ ਸੀਗਾ, ਉਹ ਪਰਮੇਸ਼ਰ ਨੂੰ ਕਹਿ ਸਕਦਾ ਸੀ ਹੁਣ ਆਪਣੀਆਂ ਫੌਜਾਂ ਭੇਜ ਦੇ, ਮੈਨੂੰ ਰੈਸਕਿਊ ਕਰ ਲਓ, ਤੇ ਉਹਨੇ ਆ ਜਾਣਾ ਸੀ। ਪਰ ਹਰੀਕ ਲਾਸਟ ਮਿਨਟ ਤੱਕ ਵੀ ਯਿਸੂ ਮਸੀਹ ਨੇ ਆਪਣੇ ਪਿਤਾ ਦੀ ਮਰਜ਼ੀ ਪੂਰੀ ਕੀਤੀ। ਕਹਿੰਦਾ ਨਾਟ ਮਾਈ ਵਿਲ ਬਟ ਯੋਰ ਵਿਲ ਬੀ ਡਨ। ਮੇਰੀ ਮਰਜ਼ੀ ਨਹੀਂ, ਪਰ ਤੁਹਾਡੀ ਮਰਜ਼ੀ ਪੂਰੀ ਹੋਈ। ਸੋ ਪ੍ਰੇਜ਼ ਦ ਲਾਰਡ। ਪਰਮੇਸ਼ਰ ਨੇ ਯਿਸੂ ਮਸੀਹ ਨੂੰ ਭੇਜਿਆ ਸੀ, ਉਹਨੇ ਸਾਡੇ ਵਾਸਤੇ ਬਹੁਤ ਵੱਡੇ ਕੰਮ ਕੀਤੇ ਆ। ਅਸੀਂ ਕਿੱਦਾਂ ਕਹਿ ਸਕਦੇ ਅਸੀਂ ਨਹੀਂ ਕਰਨਾ ਹੈਗਾ? ਅਸੀਂ ਕਿੱਦਾਂ ਨਹੀਂ ਕਹਿ ਸਕਦੇ ਉਹਨੂੰ, ਜਦੋਂ ਉਹਨੇ ਸਾਡੇ ਇੰਨੇ ਵੱਡੇ ਕੰਮ ਕੀਤੇ ਆ। ਇਹ ਪਹਿਲੇ ਦਿਨ ਤੋਂ ਹੀ, ਜਦੋਂ ਯਿਸੂ ਮਸੀਹ ਸੇਵਾ ਕਰਨ ਲੱਗਾ ਆ, ਯਹੂਨਾ ਬੈਪਟਿਜ਼ਮ ਦੇਣ ਵਾਲੇ ਨੇ ਪਹਿਲੇ ਦਿਨ ਤੋਂ ਹੀ ਦੱਸਿਆ ਸੀਗਾ ਬਈ ਇਹਨੇ ਮਰਨ ਵਾਲਾ, ਇਹ ਇੱਕ ਭੇਡ ਦਾ ਮੇਮਣਾ ਆ ਜਿਹਨੇ ਆਪਣੀ ਬਲੀ ਦੇਣੀ ਆ। ਜਿਹੜੇ ਚੇਲੇ ਸੀਗੇ ਉਹ ਮਗਰੋਂ ਉਹਨਾਂ ਨੂੰ ਚੇਤਾ ਆਉਂਦਾ ਹੈ, ਉਹ ਕਹਿੰਦਾ ਸੀ, ਪਰ ਉਸ ਵੇਲੇ ਉਹਨਾਂ ਨੂੰ ਸੁਣਦਾ ਸੀ, ਉਹਨਾਂ ਨੂੰ ਪਤਾ ਸੀ ਕੀ ਕਹਿ ਰਿਹਾ, ਪਰ ਉਹਨਾਂ ਨੂੰ ਪਤਾ ਨਹੀਂ ਸੀ ਵੀ ਰੀਅਲੀ ਕੀ ਹੋ ਰਿਹਾ ਇੱਥੇ। ਕਿ ਆਪਾਂ ਪੜ੍ਹਦੇ ਹਾਂ ਯਹੂਨਾ ਦਾ ਪਹਿਲਾ ਚੈਪਟਰ, ਜੌਨ ਚੈਪਟਰ 1 verse 29। ਹਾਂਜੀ 129। ਹਾਂਜੀ, ਯਹੂਨਾ ਦੀ ਇੰਜੀਲ, ਉਹਦਾ ਪਹਿਲਾ ਚੈਪਟਰ ਤੇ ਉਹਦੀ 29ਵੀਂ ਆਇਤ। ਜੌਨ ਗੋਸਪਲ ਫਸਟ ਚੈਪਟਰ 29 ਵਰਸ। ਦੂਜੇ ਦਿਨ ਯਿਸੂ ਨੂੰ ਆਪਣੀ ਵੱਲ ਆਉਂਦਾ ਵੇਖ ਕੇ ਉਸਨੇ ਆਖਿਆ, ਵੇਖੋ ਪਰਮੇਸ਼ਰ ਦਾ ਲੇਲਾ, ਜਿਹੜਾ ਜਗਤ ਦਾ ਪਾਪ ਚੁੱਕ ਲਈ ਜਾਂਦਾ। ਆਮੇਨ। ਯਿਸੂ ਮਸੀਹ ਜਿਹੜਾ ਪਰਮੇਸ਼ਰ ਦਾ ਮੇਮਣਾ ਸੀ, ਕਰਕੇ ਜਦੋਂ ਆਪਾਂ ਬਲੀ ਦਿੰਦੇ ਹੁੰਦੇ ਸੀ, ਯਾਦ ਕਰਦੇ ਹੁੰਦੇ ਸੀ ਕਿਸੇ ਨੇ ਆ ਕੇ ਮੰਨਣਾ ਹੈ,
ਤੇ ਉਹ ਮੇਮਣਾ ਬਣਿਆ। ਹਮ, ਉਹਨੇ ਸਾਡੇ ਵਾਸਤੇ ਬਲੀ ਲੈਣੀ ਸੀਗੀ। ਯਹੂਨਾ ਨੇ ਪਹਿਲਾਂ ਹੀ ਦੱਸਤਾ ਸੀਗਾ। ਹਮ, ਹਾਲੇ 3 ਸਾਲਾਂ ਨੂੰ ਜਾ ਕੇ ਹੋਣਾ ਸੀ, ਪਰ ਉਹਨੇ ਪਹਿਲਾਂ ਹੀ ਦੱਸਤਾ ਸੀਗਾ। ਫਿਰ ਜਦੋਂ ਕ੍ਰਾਸ ਉੱਤੇ ਸੀਗਾ ਜੀਸਸ, ਹਮ, ਤੇ ਉਹਦੇ ਉੱਤੇ ਪਾਪ ਸਾਰੇ ਲੱਦੇ ਗਏ। ਹਮ, ਪਰਮੇਸ਼ਰ ਪਾਪ ਵੱਲ ਨੂੰ ਦੇਖ ਨਹੀਂ ਸਕਦਾ ਹੈਗਾ। ਹਮ, ਪਹਿਲੀ ਵਾਰੀ ਆਪਣੇ ਜੀਵਨ ਦੇ ਵਿੱਚ ਉਹ ਜਿਹੜਾ ਪਰਮੇਸ਼ਰ ਸੀਗਾ, ਉਹ ਪਰਮੇਸ਼ਰ ਨੇ ਯਿਸੂ ਮਸੀਹ ਤੋਂ ਮੂੰਹ ਮੋੜ ਲਿਆ, ਹਮ, ਉਹ ਤੋਂ ਦੂਰ ਹੋ ਗਿਆ। ਜਿੱਦਾਂ ਅਸੀਂ ਸੈਪਰੇਟਡ ਹੋਏ ਹਾਂ ਪਰਮੇਸ਼ਰ ਤੋਂ, ਉੱਥੇ ਯਿਸੂ ਮਸੀਹ ਪਰਮੇਸ਼ਰ ਤੋਂ ਸੈਪਰੇਟਡ ਹੋ ਗਿਆ। ਤੇ ਫਿਰ ਯਿਸੂ ਮਸੀਹ ਜਿਹਨੇ ਕਦੇ ਵੀ ਐਕਸਪੀਰੀਅੰਸ ਕੀਤਾ ਨਹੀਂ ਸੀ, ਪਰਮੇਸ਼ਰ ਪਿਤਾ ਤੋਂ ਬਗੈਰ ਕਦੇ 1 ਮਿੰਟ ਵੀ ਰਿਹਾ ਨਹੀਂ ਸੀਗਾ, ਹਮ, ਹੁਣ ਉਹ ਸਵਾਲ ਪੁੱਛਦਾ ਆ। ਮਥੀ ਦੀ ਕਿਤਾਬ ਉਹਦਾ 27ਵਾਂ ਚੈਪਟਰ ਉਹਦੀ 46 ਆਇਤ ਦੇ ਵਿੱਚ। ਹਾਂਜੀ, ਮੈਥਿਊ ਚੈਪਟਰ 27 ਵਰਸ 46। ਇੱਥੇ ਇੱਦਾਂ ਲਿਖਿਆ, ਮਤੀ ਚੈਪਟਰ 27 ਤੇ ਉਹਦੀ 46ਵੀਂ ਆਇਤ ਵਿੱਚ, ਅਰਤੀਏਕ ਪਹਿਰ ਯਿਸੂ ਨੇ ਉੱਚੀ ਆਵਾਜ਼ ਨਾਲ ਪੁਕਾਰਿਆ ਕਿ ਐਲੀ ਐਲੀ ਲਮਾ ਸਬਕਤਾਨੀ, ਜਿਹਦਾ ਅਰਥ ਇਹ ਹੈ ਕਿ ਹੇ ਮੇਰੇ ਪਰਮੇਸ਼ਰ ਤੇ ਮੈਨੂੰ ਕਿਉਂ ਛੱਡ ਦਿੱਤਾ। ਆਮੇਨ। Amen. And about the 9th hour, Jesus cried out with a loud voice, saying, Eli, Eli, lambachi. That is, in English, my God, why have you forsaken me? ਹਮ, ਕਾਹਤੇ ਤੂੰ ਮੈਨੂੰ ਛੱਡ ਗਿਆ। ਜਿਹੜਾ ਉਹਦੀਆਂ ਬੈਕ ਛਿੱਲੀ ਹੋਈ ਸੀਗੀ, ਜਿਹੜੇ ਉਹਦੇ ਕੁੱਟਮਾਰ ਮੇਖਾਂ ਲਾਈਆਂ ਸੀਗੀਆਂ, ਉਹਦਾ ਦੁੱਖ ਉਹਦਾ ਇੰਨਾ ਨਹੀਂ ਸੀਗਾ ਜਿੰਨਾ ਜਦੋਂ ਪਰਮੇਸ਼ਰ ਉਹਨੂੰ ਛੱਡ ਗਿਆ ਸੀ। ਹਮ, ਪਰਮੇਸ਼ਰ ਨੇ ਕੋਈ ਉਹ 'ਤੇ ਦੋਸ਼ ਨਹੀਂ ਲਾਇਆ ਕਿਸੇ 'ਤੇ ਹਮ, ਜਦੋਂ ਉਹਦੇ ਕੁੱਟ ਪੈਂਦੀ ਸੀ, ਪਰ ਇੱਥੇ ਉਹਨੇ ਜ਼ਰੂਰ ਪਰਮੇਸ਼ਰ ਨੂੰ ਸਵਾਲ ਪੁੱਛਿਆ, ਬਈ ਕਾਹਤੇ ਤੂੰ ਮੈਨੂੰ ਛੱਡ ਗਿਆ। ਉਹਦਾ ਰੀਜ਼ਨ ਸੀਗਾ, ਉਹ ਕੀ ਸੀਗਾ? ਉਸ ਟਾਈਮ ਵਾਸਤੇ ਸਾਡੇ ਪਾਪ, ਤੁਹਾਡੇ ਪਾਪ, ਮੇਰੇ ਪਾਪ ਯਿਸੂ ਮਸੀਹ ਉੱਤੇ ਲੱਦ ਹੋ ਗਿਆ ਸੀ। ਹੁਣ ਅਸੀਂ ਮੁਕਤੀ ਪਾ ਸਕਦੇ ਹਾਂ। ਹੁਣ ਸਾਡਾ ਰਸਤਾ ਮੁੜ ਕੇ ਫੇ ਜਿੱਦਾਂ ਐਡਮ ਦਾ ਪਰਮੇਸ਼ਰ ਦੇ ਨਾਲ ਸੀਗਾ, ਸਾਡਾ ਮੁੜ ਕੇ ਫੇ ਉਹਨਾਂ ਬਣ ਸਕਦਾ। ਪਰਮੇਸ਼ਰ ਦਾ ਜਿਹੜਾ ਪਲਾਨ ਸੀਗਾ ਉਹ ਮੁੜ ਕੇ ਫੇ ਪੂਰਾ ਹੋ ਗਿਆ ਆ। ਹੁਣ ਪਰਮੇਸ਼ਰ ਸਾਨੂੰ ਸੱਦ ਰਿਹਾ ਆ, ਕਹਿੰਦਾ ਵੀ ਤੁਸੀਂ ਮੁੜ ਕੇ ਮੇਰੇ ਕੋਲ ਆ ਸਕਦੇ ਆ। ਕੀਮਤ ਇੱਕ ਦਿੱਤੀ ਗਈ ਆ, ਪਰ ਸਾਨੂੰ ਫੈਸਲਾ ਕਰਨ ਦੀ ਜ਼ਰੂਰਤ ਆ। ਅਸੀਂ ਉਹਦੇ ਵਾਸਤੇ ਅਸੀਂ ਕੀ ਕਰਨਾ ਹੈ? ਅਸੀਂ ਉਹਦੀ ਕੀਮਤ ਜਿਹੜੀ ਦਿੱਤੀ ਹੋਈ ਆ ਉਹ ਕਬੂਲ ਕਰਨੀ ਕਿ ਨਹੀਂ? ਇੱਕ ਕਹਾਣੀ ਦੱਸੀ ਜਾਂਦੀ, ਜਿਹੜੀ ਸੱਚੀ ਕਹਾਣੀ ਸੀ। 2 ਭਰਾ ਸੀਗੇ, ਉਹ ਚੰਗੀ ਪੜ੍ਹਾਈ ਉਹਨੇ ਕੀਤੀ, ਤੇ ਜਿਹੜਾ ਵੱਡਾ ਸੀਗਾ ਉਹ ਪੜ੍ਹ ਕੇ ਵਕੀਲ ਲੱਗ ਗਿਆ, ਤੇ ਚੰਗਾ ਸਕਸੈਸਫੁਲ ਵਕੀਲ ਸੀਗਾ ਉਹ। ਤੇ ਜਿਹੜਾ ਉਹਦਾ ਛੋਟਾ ਭਰਾ ਸੀ ਉਹ ਵੀ ਚੰਗਾ ਪੜ੍ਹ ਕੇ ਉਹ ਵੀ ਵਕੀਲ ਲੱਗ ਗਿਆ, ਤੇ ਉਹ ਦੋਏ ਚੰਗੇ ਵਧੀਆ ਵਕੀਲ ਆ। ਪਰ ਜਿਹੜਾ ਵੱਡਾ ਭਰਾ ਸੀਗਾ ਉਹ ਸ਼ਰਾਬ ਪੀਣ ਲੱਗ ਪਿਆ। ਸ਼ਰਾਬ ਦੇ ਨਾਲ ਹੌਲੀ ਹੌਲੀ ਉਹ ਡਿੱਗਣ ਲੱਗ ਪਿਆ। ਬਿਜ਼ਨਸ ਉਹਦੀ ਘਟ ਗਈ ਕਰਕੇ ਬਾਹਲੀ ਵਾਰੀ ਉਹਨੇ ਸ਼ਰਾਬੀ ਹੋਣਾ। ਤੇ ਇੱਕ ਦਿਨ ਬਹੁਤ ਸ਼ਰਾਬੀ ਹੋਇਆ ਤੇ ਖਰਾਬ ਖੱਪ ਪਾਉਂਦਾ ਆ, ਤੇ ਪੁਲਿਸ ਉਹਨੂੰ ਫੜ ਕੇ ਲੈ ਗਈ। ਦੂਸਰੇ ਦਿਨ ਉਹ ਕੋਰਟ ਵਿੱਚ ਜਾਣਾ ਆ, ਤੇ ਪੁਲਿਸ ਨੇ ਉੱਤੇ ਦੋਸ਼ ਲਾਇਆ ਬਈ ਇਹ ਸ਼ਰਾਬ ਪੀ ਕੇ ਖਰਾਬੀ ਕਰਦਾ ਸੀਗਾ। ਇੱਕ ਬਹੁਤ ਅਜੀਬ ਗੱਲ ਹੋਈ, ਜਦੋਂ ਉਹ ਕੋਰਟ ਵਿੱਚ ਲੈ ਕੇ ਗਏ, ਜਿਹੜਾ ਜੱਜ ਸੀਗਾ ਉਹਦਾ ਭਰਾ ਸੀਗਾ ਜਿਹੜਾ ਉੱਥੇ ਬੈਠਾ ਆ ਜੱਜ ਦੀ ਜਗ੍ਹਾ ਦੇ ਵਿੱਚ। ਸਾਰੇ ਲੋਕੀ ਦੇਖਦੇ ਆ ਬਈ ਇਹਨੇ ਫੈਸਲਾ ਸਹੀ ਕਰੂਗਾ ਕਿ ਆਪਣੇ ਭਰਾ ਦੇ ਨਾਲ ਰਵਾਇਤ ਕਰ ਦੂਗਾ। ਦੇਖਦੇ ਪੁਲਿਸ ਨੇ ਆਪਣਾ ਕੇਸ ਦੱਸਿਆ, ਤੇ ਉਹਨੇ ਫੈਸਲਾ ਕੀਤਾ। ਉਹ ਕਹਿੰਦਾ ਵੀ ਜਿਹੜਾ ਸਾਰਿਆਂ ਨੂੰ ਸਖਤੀ ਮੈਂ ਇਹਨੂੰ ਦੇ ਸਕਦਾ ਸਜ਼ਾ ਉਹ ਇਹ ਆ ਬਈ ਇਹਨੂੰ $500 ਫਾਈਨ ਦੇਣਾ ਪੈਣਾ। ਪਰ ਉਹਦੇ ਕੋਲ ਇੱਕ ਪੈਸਾ ਵੀ ਨਹੀਂ ਸੀਗਾ। ਜੇ ਉਹ ਨਹੀਂ ਪੈਸੇ ਦਿੰਦਾ ਤੇ ਉਹਨੂੰ 6 ਮਹੀਨੇ ਸਜ਼ਾ ਜਾਣਾ ਪੈਣਾ। ਤੇ ਉਹ ਫਿਰ ਜੱਜ ਜਿਹੜਾ ਸੀਗਾ ਉਹ ਆਪਣੀ ਕੁਰਸੀ ਤੋਂ ਉੱਠਦਾ ਆ, ਆਪਣਾ ਜੱਜਮੈਂਟ ਦਾ ਕੋਟ ਲਾ ਕੇ ਰੱਖ ਦਿੰਦਾ ਆ, ਤੇ ਆਪਣੀ ਚੈੱਕ ਬੁੱਕ ਕੱਢਦਾ ਆ, ਤੇ ਉਹ 500 ਦਾ ਚੈੱਕ ਲਿਖ ਕੇ ਆਪਣੇ ਭਰਾ ਨੂੰ ਫੜਾਉਂਦਾ ਹੈ। ਸੱਚੀ
ਸਾਡੇ ਵਾਸਤੇ ਵੀ ਇਦਾਂ ਆ। ਇੱਕ ਕੀਮਤ ਦੇਣ ਦੀ ਜ਼ਰੂਰਤ ਸੀਗੀ, ਪਰ ਅਸੀਂ ਦੇ ਨਹੀਂ ਸਕਦੇ ਸੀਗੇ। ਪਰ ਸਾਡੇ ਵੱਡੇ ਭਰਾ ਨੇ, ਯਿਸੂ ਮਸੀਹ ਨੇ ਸਾਡੀ ਉਹ ਕੀਮਤ ਦੇਤੀ ਆ। ਸਾਨੂੰ ਉਹਨੇ ਫ੍ਰੀ ਕਰ ਦਿੱਤਾ ਹੈ। ਅਸੀਂ ਅੱਜ ਕਬੂਲ ਕਰ ਸਕਦੇ ਹਾਂ। ਜਦੋਂ ਚੈੱਕ ਉਹਦੇ ਹੱਥ ਫੜਾਇਆ ਸੀਗਾ, ਉਹ ਨਹੀਂ ਕਹਿ ਸਕਦਾ ਸੀ ਜਾਂ ਹਾਂ ਕਹਿ ਸਕਦਾ ਸੀ। ਅੱਜ ਪਰਮੇਸ਼ਰ ਵੀ ਸਾਨੂੰ ਕਹਿ ਰਿਹਾ ਹੈ, ਯਿਸੂ ਮਸੀਹ ਨੇ ਕੀਮਤ ਪੇ ਕਰ ਦਿੱਤੀ ਹੈ। ਸਾਨੂੰ ਉਹ ਅੱਜ ਕਹਿ ਰਿਹਾ ਹੈ। ਆਪਾਂ ਯਹੂਨਾ 3:16 ਦੇ ਵਿੱਚੋਂ ਪੜ੍ਹਿਆ ਸੀ, For God so loved the world that he gave his only begotten Son, that whosoever believes on him shall not perish but have eternal life. Amen. If you will believe in him, ਜੇ ਤੁਸੀਂ ਉਹ ਤੇ ਭਰੋਸਾ ਰੱਖੋਗੇ, ਤੁਸੀਂ ਵੀ ਸਦਾ ਦਾ ਜੀਵਨ ਪਾ ਸਕਦੇ ਹੋ। ਮੈਂ 2 ਮਿੰਟਾਂ ਨੂੰ ਤੁਹਾਡੇ ਵਾਸਤੇ ਪ੍ਰੇ ਕਰਨੀ ਹੈ, ਪਰ 2 ਮਿੰਟ ਆਪਾਂ ਕਵਾਂਗੇ, ਸੁਰਿੰਦਰ ਕੁਛ ਕਹੂਗੀ ਤਾਂ ਆਪਾਂ ਫਿਰ ਪ੍ਰੇ ਕਰਾਂਗੇ। ਹਾਂਜੀ, ਪ੍ਰਾਈਜ਼ ਦ ਲਾਰਡ। ਕਿ ਅੱਜ ਵੀ ਯਿਸੂ ਮਸੀਹ ਪਿਤਾ, ਜਿੱਦਾਂ ਮੈਂ ਪਹਿਲਾਂ ਕਿਹਾ ਸੀ, ਪਿਤਾ ਪਰਮੇਸ਼ਰ ਨੇ ਯਿਸੂ ਮਸੀਹ ਦੇ ਰਾਹੀਂ ਸਾਡੇ 'ਤੇ ਕਿਰਪਾ ਕੀਤੀ ਹੈ ਅਤੇ ਉਹ ਧੀਰਜ ਵੀ ਰੱਖਦਾ ਹੈ ਸਾਡੇ ਨਾਲ। ਸਾਨੂੰ ਮੌਕੇ ਵੀ ਦਿੰਦਾ ਹੈ ਕਿ ਬਾਰ-ਬਾਰ ਜਦੋਂ ਅਸੀਂ ਗਲਤ ਹੋ ਜਾਂਦੇ ਹਾਂ, ਫਿਰ ਉਹ ਚੇਤੇ ਕਰਾਉਂਦਾ ਹੈ, ਧੀਰਜ ਰੱਖਦਾ ਹੈ। ਅਤੇ ਮੈਂ ਸੱਚੀ ਪ੍ਰਭੂ ਦੀ ਬਹੁਤ ਵਡਿਆਈ ਕਰਦੀ ਹਾਂ। ਪਰ ਇੱਕ ਮੇਰਾ ਖਾਸ ਸੁਨੇਹਾ ਇਹ ਵੀ ਆ ਕਿ ਟੈਂਪਟੇਸ਼ਨ ਪਹਿਲਾਂ ਤੋਂ ਹੀ ਇਸ ਦੁਨੀਆ ਦੇ ਵਿੱਚ ਆ ਗਈ, ਐਡਮ ਤਾਂ ਈਵ ਦੇ ਟਾਈਮ 'ਤੇ, ਅਤੇ ਉਹ ਯਿਸੂ ਮਸੀਹ ਦੇ ਟਾਈਮ 'ਤੇ ਵੀ ਆਈ ਅਤੇ ਅੱਜ ਵੀ ਆਈ ਹੈ। ਅੱਜ ਵੀ ਰੋਜ਼ ਆਪਾਂ ਨੂੰ ਫੈਸਲੇ ਕਰਨੇ ਪੈਂਦੇ, ਬਹੁਤ ਅਖਿਆਈ ਹੁੰਦੀ ਕਈ ਵਾਰੀ ਸੱਚੀ ਗੱਲ ਵਾ। ਜੇ ਪਰਮੇਸ਼ਰ ਸਾਡੇ ਨਾਲ ਨਹੀਂ ਜਾਂ ਅਸੀਂ ਉਹਦੇ ਨਾਲ ਨਹੀਂ ਹੈਗੇ ਤਾਂ ਸਾਨੂੰ ਉਸ ਟੈਂਪਟੇਸ਼ਨ 'ਚੋਂ ਨਿਕਲਣਾ ਬਹੁਤ ਔਖਾ ਹੈ। ਕਰਕੇ ਵੈਰੀ ਦਾ ਇਹੀ ਕੰਮ ਆ ਕਿ ਉਹ ਇਨਸਾਨ ਨੂੰ ਡੇਗ ਦੇਵੇ। ਵੈਰੀ ਦਾ ਇਹ ਕੰਮ ਆ ਕਿ ਉਹ ਜਿਹੜੇ ਸਵਰਗਾਂ ਦਾ ਪਿਤਾ ਆ, ਜਿਹਦੇ ਨਾਲ ਉਹਨੇ ਸਾਨੂੰ ਰੱਖਣਾ ਆ, ਉਹ ਤੋਂ ਅਲੱਗ ਕਰ ਦੇਵੇ। ਪਰ ਪਿਤਾ ਦਾ ਪਲਾਨ ਇਹ ਆ ਕਿ ਜਿਨ੍ਹਾਂ ਨੂੰ ਉਹਨੇ ਆਪਣੇ ਸਰੂਪ ਦੇ ਉੱਤੇ ਬੱਚਿਆਂ ਨੂੰ ਬਣਾਇਆ ਆ, ਉਹ ਉਹਦੇ ਘਰ ਵਿੱਚ ਰਹਿਣ। ਪਰ ਇਸ ਕਰਕੇ ਇੱਕ ਲੜਾਈ ਆ, ਪਰ ਉਸ ਲੜਾਈ ਦੀ ਕੀਮਤ ਤਾਂ ਯਿਸੂ ਮਸੀਹ ਨੇ ਦੇ ਦਿੱਤੀ ਆ। ਪਰ ਫਿਰ ਵੀ ਸਾਨੂੰ ਲੜਾਈ ਲੜਨੀ ਪੈਂਦੀ ਹੈ ਜਿੱਦਾਂ ਯਿਸੂ ਮਸੀਹ ਨੂੰ ਲੜਨੀ ਪਈ ਸੀ। ਪਰ ਉਹ ਕਿੱਦਾਂ? ਆਪਣੇ ਆਪ ਵਿੱਚ ਅਸੀਂ ਕੁਛ ਵੀ ਨਹੀਂ, ਸਾਡੇ ਨਾਲੋਂ ਸ਼ੈਤਾਨ ਬਹੁਤ ਜ਼ਿਆਦਾ ਸ਼ਕਤੀ ਵਾਲਾ ਆ। ਪਰ ਪਰਮੇਸ਼ਰ ਦੀ ਕਿਰਪਾ ਦੱਸਦੀ ਆ, ਪਰਮੇਸ਼ਰ ਦਾ ਵਚਨ ਦੱਸਦਾ ਕਿ ਉਹ ਜ਼ਿਆਦਾ ਸ਼ਕਤੀ ਵਾਲਾ ਆ ਜਿਹੜਾ ਸਾਡੇ ਅੰਦਰ ਵੱਸਦਾ ਆ। ਜੇ ਯਿਸੂ ਮਸੀਹ ਪਵਿੱਤਰ ਆਤਮਾ ਜੀ ਅੱਜ ਸਾਡੇ ਵਿੱਚ ਵੱਸਦੇ ਆ ਤਾਂ ਫਿਰ ਅਸੀਂ ਵੈਰੀ ਦੇ ਨਾਲ ਸਾਹਮਣਾ ਕਰ ਸਕਦੇ ਹਾਂ। ਆਮੇਨ। ਕਿਉਂਕਿ ਫਿਰ ਉਹ ਕਹਿੰਦਾ ਤੁਸੀਂ ਜ਼ਿਆਦਾ ਸ਼ਕਤੀ ਵਾਲੇ ਆ ਜਿਹੜਾ ਇਸ ਦੁਨੀਆ 'ਚ ਵੱਸਦਾ ਉਹਦੇ ਨਾਲ। ਕਾਹਤੇ? ਅਸੀਂ ਆਪਣੇ ਆਪ ਵਿੱਚ ਨਹੀਂ, ਪਰ ਪਰਮੇਸ਼ਰ ਦੇ ਵਿੱਚ। ਪਿਤਾ ਪਰਮੇਸ਼ਰ ਨੇ ਜਿਹੜਾ ਇਕਲੌਤਾ ਪੁੱਤਰ ਦਿੱਤਾ, ਜਿਹੜਾ ਪਵਿੱਤਰ ਆਤਮਾ ਦਿੱਤਾ, ਜਦੋਂ ਅਸੀਂ ਉਹਨੂੰ ਕਬੂਲ ਕਰ ਲੈਂਦੇ ਹਾਂ ਫਿਰ ਅਸੀਂ ਜ਼ਿਆਦਾ ਸ਼ਕਤੀ ਵਾਲੇ ਬਣਦੇ ਹਾਂ। ਫਿਰ ਅਸੀਂ ਬਚਨਾਂ ਦੇ ਨੌਲੇਜ ਦੇ ਨਾਲ, ਜੇ ਸਾਨੂੰ ਬਚਨ ਨਹੀਂ ਪਤਾ ਤਾਂ ਅਸੀਂ ਕੁਛ ਨਹੀਂ ਕਰ ਸਕਦੇ। ਸੋ ਇਸ ਕਰਕੇ ਬਚਨਾਂ ਦੇ ਨਾਲ ਫਿਰ ਅਸੀਂ ਸ਼ੈਤਾਨ ਦਾ ਸਾਹਮਣਾ ਕਰਨਾ ਹੈ ਅਤੇ ਉਹਨੂੰ ਹਰਾਉਣਾ ਹੈ। ਕਿਉਂਕਿ ਯਿਸੂ ਮਸੀਹ ਨੇ ਅੱਜ ਦੇ ਜਿਹੜਾ ਆਪਾਂ ਦੇਖਿਆ, ਜਿੰਨੀਆਂ ਵੀ ਟੈਂਪਟੇਸ਼ਨਸ ਆਈਆਂ ਉਹਨੇ ਪ੍ਰਭੂ ਦੇ ਕੋਲ ਲੈ ਕੇ ਗਿਆ, ਪਰ ਜਦੋਂ ਸ਼ੈਤਾਨ ਨਾਲ ਲੜਨਾ ਪਿਆ ਉਹਨੇ ਪ੍ਰਭੂ ਦਾ ਬਚਨ ਬੋਲਿਆ। ਅਤੇ ਅਮੇਜ਼ਿੰਗ ਆ, ਉਹ ਵੀ ਉਸ ਵੇਲੇ ਬਚਨਾਂ ਨੂੰ, ਓਲਡ ਟੈਸਟਮੈਂਟ ਨੂੰ ਪੜ੍ਹਦੇ ਸੀਗੇ, ਤਾਂ ਹੀ ਉਹਨਾਂ ਨੂੰ ਨੌਲੇਜ ਆਈ ਸੀਗੀ। ਸੋ ਜਦੋਂ ਅਸੀਂ ਯਿਸੂ ਮਸੀਹ ਨੂੰ ਪਾ ਲੈਂਦੇ ਹਾਂ, ਆਪਾਂ ਘਰ ਨਹੀਂ ਬੈਠਣਾ, ਵਿਹਲੇ ਹੋ ਗਏ ਆ, ਸਾਰਾ ਕੁਛ ਹੋ ਗਿਆ ਠੀਕ, ਯਿਸੂ ਮਸੀਹ ਨੇ ਕੀਮਤ ਦਿੱਤੀ ਹੈ। ਜ਼ਰੂਰ ਉਹਨਾਂ ਨੇ ਸਾਰਾ ਕੁਛ ਪੂਰਾ ਕਰ ਦਿੱਤਾ ਹੈ, ਚੁਕਾ ਦਿੱਤਾ ਆ। ਪਹਿਲੀ ਚੀਜ਼ ਸਾਨੂੰ ਉਹਨਾਂ ਨੂੰ ਕਬੂਲ ਕਰਨਾ ਪੈਂਦਾ, ਦੂਸਰੀ ਚੀਜ਼ ਸਾਨੂੰ ਉਹਦੇ ਬਚਨਾਂ ਦੀ ਨੌਲੇਜ ਹੋਣੀ ਪੈਂਦੀ ਆ, ਤਾਂ ਕਿ ਜਿੰਨਾ ਚਿਰ ਅਸੀਂ ਇਸ ਦੁਨੀਆ ਦੇ ਵਿੱਚੋਂ ਅਸੀਂ ਆਪਣੇ ਆਪ ਨੂੰ ਵੈਰੀ ਦੇ ਛਲ ਛਿਦਰਾਂ ਤੋਂ ਬਚਾ ਕੇ ਕਿੱਦਾਂ ਰੱਖਣਾ ਹੈ। ਵੈਰੀ ਚਾਹੁੰਦਾ ਆ ਕਿ ਉਹ ਸਾਨੂੰ ਪਾੜ ਖਾਵੇ, ਪਰ ਪਰਮੇਸ਼ਰ ਚਾਹੁੰਦਾ ਆ ਕਿ ਅਸੀਂ ਉਹਦੇ ਧੀਆਂ ਪੁੱਤ ਉਹਦੀ ਕਿਰਪਾ ਦੇ ਥੱਲੇ ਬਣੇ ਰਹੀਏ। ਪਰ ਚੋਣ ਸਾਨੂੰ ਕਰਨੀ ਪੈਂਦੀ ਹੈ। ਅਤੇ ਇਕੱਲਾ ਇੱਥੇ ਨਹੀਂ, ਜਿਹੜਾ ਵੀ ਆਪਾਂ ਹੁਣ ਮੁਕਾਬਲਾ ਵੀ ਕਰ ਲੈਣਾ ਆ ਪ੍ਰਭੂ ਦੇ ਬਚਨਾਂ ਦੇ ਰਾਹੀਂ ਅਤੇ ਮੁਕਤੀ ਵੀ ਪਾ ਲੈਣੀ ਆ, ਅਤੇ ਫਿਰ ਉਦੋਂ ਬਾਅਦ ਜਿਹੜਾ ਯਿਸੂ ਮਸੀਹ ਨੇ ਕੰਮ ਕੀਤਾ ਉਹ ਸਾਨੂੰ ਵੀ ਕਰਨਾ ਪੈਣਾ ਹੈ।
ਫਿਰ ਅਸੀਂ ਇਸ ਦੁਨੀਆ ਦੇ ਉੱਤੇ ਰਾਜ ਕਰਨਾ ਆ ਤੇ ਲੋਕਾਂ ਨੂੰ ਬਚਾਉਣਾ ਆ। ਆਮੇਨ। ਪਾਪ ਦੇ ਉੱਤੇ ਅਸੀਂ, ਬੈਰੀ ਦੀ ਸ਼ਕਤੀ ਉੱਤੇ ਅਸੀਂ ਰਾਜ ਕਰਨਾ ਹੈ ਤੇ ਆਪਣੇ ਭੈਣ ਭਰਾਵਾਂ ਨੂੰ ਉਹਨਾਂ ਤੋਂ ਕੱਢ ਕੇ ਲਿਆਉਣਾ ਉਸ ਕੈਦ ਵਿੱਚੋਂ, ਜਿੱਦਾਂ ਯਿਸੂ ਮਸੀਹ ਨੇ ਸਾਨੂੰ ਕੱਢ ਕੇ ਲਿਆਂਦਾ ਹੈ। ਸੋ ਇਸ ਕਰਕੇ ਆਪਾਂ ਇਸ ਬਚਨ ਨੂੰ ਮੁੜ ਕੇ ਸੋਚਣਾ ਆ ਕਿ ਪਰਮੇਸ਼ਰ ਨੇ ਇਸ ਦੁਨੀਆ ਦੇ ਵਿੱਚ ਸਾਨੂੰ ਕਿਉਂ ਭੇਜਿਆ ਹੈ ਤੇ ਕੀ ਕਰਦੇ ਹਾਂ ਅਸੀਂ। ਅੱਜ ਅਸੀਂ ਆਪਣੇ ਆਪ ਨੂੰ ਦੇਖ ਸਕਦੇ ਹਾਂ ਤੇ ਅਸੀਂ ਦੇਖ ਸਕਦੇ ਹਾਂ ਕਿ ਜਦੋਂ ਸਾਡੇ ਤੇ ਟੈਂਪਟੇਸ਼ਨ ਆਉਂਦੀ ਹੈ, ਜਦੋਂ ਬਹੁਤ ਔਖਾ ਲੱਗਦਾ, ਅਸੀਂ ਕਿੱਧਰ ਨੂੰ ਜਾਂਦੇ ਹਾਂ। ਸੱਚੀ ਔਖਾ ਹੁੰਦਾ ਹੈ, ਮੈਂ ਆਪ ਤੁਹਾਡੇ ਨਾਲ ਸਹਿਮਤ ਹਾਂ। ਪਰ ਪਰਮੇਸ਼ਰ ਦਾ ਵਚਨ ਇਹੀ ਦੱਸਦਾ ਕਿ ਯਿਸੂ ਮਸੀਹ ਨੇ ਜਦੋਂ ਉਹ ਅਲੱਗ ਹੋ ਗਿਆ ਸੀ ਪਿਤਾ, ਜਦੋਂ ਸਾਡੇ ਪਾਪਾਂ ਦੀ ਸਜ਼ਾ ਉਹਦੇ ਤੇ ਲੱਦੀ ਸੀ, ਪਾਪ ਲੱਦੇ ਸੀ, ਜੇ ਪਿਤਾ ਉਹਦੇ ਕੋਲੋਂ ਮੁੱਖ ਮੋੜ ਸਕਦੇ ਆ ਤੇ ਸਾਡੇ ਕੋਲੋਂ ਵੀ, ਜਦ ਕਿਉਂਕਿ ਪਰਮੇਸ਼ਰ ਪਾਪ ਨੂੰ ਨਹੀਂ ਦੇਖ ਸਕਦਾ। ਇਸ ਕਰਕੇ ਸਾਨੂੰ ਪਾਪ ਤੋਂ ਰਹਿਤ ਹੋਣਾ ਪੈਣਾ। ਉਹ ਸਿਰਫ ਯਿਸੂ ਮਸੀਹ ਦਾ ਖੂਨ ਸਾਨੂੰ ਸਾਫ਼ ਕਰ ਸਕਦਾ, ਉਹਦੀ ਕੁਰਬਾਨੀ ਸਾਨੂੰ ਸਾਫ਼ ਕਰ ਸਕਦੀ ਹੈ। ਸੋ ਆਪਾਂ ਕਿਸੇ ਦੇ ਵੀ ਵਿਰੁੱਧ ਨਹੀਂ ਹੈਗੇ, ਕਿਉਂਕਿ ਯਿਸੂ ਮਸੀਹ 3:16 ਦੇ ਵਿੱਚ ਲਿਖਿਆ ਹੈ ਬਚਨ ਦੇ ਵਿੱਚ, ਜੂਨਾਂ ਦੇ ਵਿੱਚ ਆਪਾਂ ਪੜ੍ਹਿਆ ਕਿ ਪਰਮੇਸ਼ਰ ਨੇ ਆਪਣਾ ਇਕਲੌਤਾ ਪੁੱਤਰ ਤਾਂ ਭੇਜਿਆ ਕਿ ਉਹ ਸਾਰੀ ਦੁਨੀਆ ਨੂੰ ਪਿਆਰ ਕਰਦਾ ਹੈ ਤੇ ਉਹਨੇ ਸਾਰਿਆਂ ਦੀ ਸਜ਼ਾ ਚੱਕੀ। ਜਿੰਨੇ ਉੱਤੇ ਨੀਚਾ ਕਰਨਗੇ ਤੇ ਉਹ ਬਚਾਏ ਜਾਣਗੇ। ਆਮੇਨ। ਸੋ ਕੋਈ ਵੀ ਜਾਤ ਪਾਤ ਨਹੀਂ, ਕੋਈ ਕੁਛ ਨਹੀਂ ਹੈਗਾ, ਇਨਸਾਨੀਅਤ ਦੀ ਗੱਲ ਹੁੰਦੀ ਹੈ। ਪਰਮੇਸ਼ਰ ਇਨਸਾਨ ਨੂੰ ਪਿਆਰ ਕਰਦਾ ਹੈ। ਸੋ ਆਪਾਂ ਉਹਦੇ ਵੱਲ ਨੂੰ ਬਣੇ ਰਹਿਣਾ ਹੈ, ਉਹਦੇ ਵਿੱਚ ਬਣੇ ਰਹਿਣਾ ਤੇ ਟੈਂਪਟੇਸ਼ਨਾਂ ਤੋਂ ਦੇਖਣਾ ਕਿ ਅਸੀਂ ਕਿੱਧਰ ਨੂੰ ਮੁੜ ਕੇ ਜਾਣਾ, ਕੀ ਕਰਨਾ ਹੈ। ਆਮੇਨ। ਸੋ ਜ਼ਰੂਰ ਤੁਸੀਂ ਇਹਦੇ ਵਿੱਚੋਂ ਸਿੱਖਿਆ ਹੋਗਾ, ਮੈਂ ਵੀ ਸਿੱਖਿਆ ਕਰਕੇ ਮੈਂ ਵੀ ਤੁਹਾਡੇ ਵਾਂਗਰੇ ਟੈਂਪਟੇਸ਼ਨਸ ਦੇ ਵਿੱਚ ਡਿੱਗਦੀ ਹਾਂ। ਪਰ ਪ੍ਰਭੂ ਦੀ ਕਿਰਪਾ ਆ ਕਿ ਉਹ ਸਾਨੂੰ ਰਾਹ ਦੱਸਦਾ ਕਿ ਅਸੀਂ ਕਿੱਦਾਂ ਨਿਕਲ ਸਕਦੇ ਹਾਂ। ਹਾਂਜੀ। ਆਮੇਨ। ਆਜੋ ਆਪਾਂ ਪ੍ਰੇ ਕਰੀਏ। ਜੇ ਤੁਸੀਂ ਅੱਜ ਯਿਸੂ ਮਸੀਹ ਨੂੰ ਆਪਣੇ ਜੀਵਨ ਵਿੱਚ ਸੱਦਣਾ ਚਾਹੁੰਦੇ, ਪਾਪਾਂ ਦੀ ਮਾਫੀ ਚਾਹੁੰਦੇ ਆ, ਜੋ ਯਿਸੂ ਮਸੀਹ ਨੇ ਕੀਮਤ ਦਿੱਤੀ ਸੀਗੀ, ਅਸੀਂ ਮੁੜ ਕੇ ਫੇਰ ਰਿਸਟੋਰਡ ਹੋ ਜਾਈਏ ਪਰਮੇਸ਼ਰ ਦੇ ਨਾਲ, ਤੁਸੀਂ ਅੱਜ ਹੋ ਸਕਦੇ ਹੋ। ਅੱਜ ਫੇਰ ਤੁਸੀਂ ਮਾਫੀ ਮੰਗ ਕੇ ਤੇ ਤੁਸੀਂ ਪਰਮੇਸ਼ਰ ਦੇ ਬੇਟੇ ਬੇਟੀਆਂ ਬਣ ਸਕਦੇ ਹੋ। ਮੈਂ ਹੁਣ ਪ੍ਰੇ ਕਰਨੀ, ਤੁਸੀਂ ਮੇਰੇ ਨਾਲ ਫੇਰ ਪ੍ਰੇ ਕਰ ਸਕਦੇ। ਫਿਰ ਮੈਂ ਬਿਮਾਰਾਂ ਵਾਸਤੇ ਪ੍ਰੇ ਕਰਨੀ ਹੈ ਤੇ ਉਹ ਬਹੁਤ ਮਿਰੇਕਲ ਸੁਣੀਆਂ ਕਰਕੇ ਯਿਸੂ ਮਸੀਹ ਦੀ ਮਾਰ ਖਾਣ ਨਾਲ ਅਸੀਂ ਨੋਏ ਕੀਤੇ ਗਏ, ਬਹੁਤ ਇਹਨੇ ਠੀਕ ਹੋਣ ਲੱਗ ਪੈਣਾ। ਤਾਂ ਆ ਜਾਓ ਆਪਾਂ ਪਹਿਲਾਂ ਉਹਨਾਂ ਵਾਸਤੇ ਪ੍ਰੇ ਕਰਦੇ ਹਾਂ ਜਿਹੜੇ ਅੱਜ ਯਿਸੂ ਮਸੀਹ ਨੂੰ ਪਾਉਣਾ ਚਾਹੁੰਦੇ ਆ। ਤੇ ਜੇ ਤੁਸੀਂ ਲਿੰਕ ਕਿਸੇ ਨੂੰ ਨਹੀਂ ਭੇਜੀ, ਜ਼ਰੂਰ ਲਿੰਕ ਮਗਰੋਂ ਭੇਜਣੀ, ਘੱਟੋ ਘੱਟ 4-5 ਜਾਣਿਆਂ ਨੂੰ ਭੇਜਣੀ ਵੀ ਉਹ ਵੀ ਪਰਮੇਸ਼ਰ ਨਾਲ ਆਪਣਾ ਰਸਤਾ ਠੀਕ ਕਰ ਸਕਣ। ਆ ਜਾਓ ਆਪਾਂ ਪ੍ਰੇ ਕਰੀਏ। ਥੈਂਕ ਯੂ ਫਾਦਰ। ਸਵਰਗੀ ਪਿਤਾ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ ਕਰਕੇ ਤੁਸੀਂ ਆਪਣੇ ਬੱਚਿਆਂ ਦੀ ਮਦਦ ਕਰਦੇ ਹਾਂ। ਤਾਂ ਸਵਰਗੀ ਪਿਤਾ, ਅਸੀਂ ਬਹੁਤ ਤੁਹਾਡੇ ਧੰਨਵਾਦੀ ਹਾਂ। ਐਡਮ ਨੇ ਸਾਨੂੰ ਤੁਹਾਡੇ ਤੋਂ ਜੁਦਾ ਕਰ ਲਿਆ ਸੀ, ਪਰ ਯਿਸੂ ਮਸੀਹ ਨੇ ਮੁੜ ਕੇ ਫੇਰ ਸਾਡੀ ਕੀਮਤ ਦੇਤੀ, ਅਸੀਂ ਮੁੜ ਕੇ ਫੇਰ ਤੁਹਾਡੇ ਬੇਟੇ ਬੇਟੀਆਂ ਬਣ ਸਕੇ। ਤਾਂ ਸਵਰਗੀ ਪਿਤਾ, ਜਿੰਨੇ ਵੀ ਮੇਰੇ ਭੈਣ ਭਰਾ ਇਸ ਵੇਲੇ ਸੁਣਦੇ ਆ, ਜਿਨ੍ਹਾਂ ਦੇ ਦਿਲਾਂ ਨੂੰ ਜੋ ਟੱਚ ਕੀਤਾ ਆ, ਉਹ ਇਸ ਵੇਲੇ ਬਲੀਵ ਕਰਦੇ, ਉਹਨਾਂ ਦੇ ਦਿਲ ਦੇ ਵਿੱਚ ਆਉਂਦਾ ਬਈ ਉਹ ਮੁੜ ਕੇ ਫੇਰ ਤੁਹਾਡੇ ਬੇਟੇ ਬੇਟੀਆਂ ਬਣਨਾ ਚਾਹੁੰਦੇ ਆ। ਸਵਰਗੀ ਪਿਤਾ, ਉਹਨਾਂ ਦੀ ਕਿਰਪਾ ਕਰੋ, ਉਹਨਾਂ ਨੂੰ ਆਪਣੇ ਵੱਲ ਨੂੰ ਖਿੱਚੋ। ਜਦੋਂ ਉਹ ਤੁਹਾਡੇ ਕੋਲ ਪ੍ਰੇ ਕਰਦੇ, ਤੁਸੀਂ ਉਹਨਾਂ ਨੂੰ ਕਬੂਲ ਕਰ ਲਓ, ਉਹਨਾਂ ਦੇ ਪਾਪ ਮਾਫ ਕਰ ਦਿਓ, ਉਹਨਾਂ ਨੂੰ ਮੁੜ ਕੇ ਫੇਰ ਆਪਣੇ ਬੇਟੇ ਬੇਟੀਆਂ ਬਣਾ ਲਓ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੇਨ। ਤਾਂ ਸਵਰਗੀ ਪਿਤਾ, ਅਸੀਂ ਉਹਨਾਂ ਵਾਸਤੇ ਪ੍ਰੇ ਕਰਦੇ ਹਾਂ ਜਿਹੜੇ ਇਸ ਵੇਲੇ ਸਿਹਤ ਵਿੱਚ ਠੀਕ ਨਹੀਂ ਹੈਗੇ, ਪਰ ਉਹਨਾਂ ਨੂੰ ਮਿਰੇਕਲ ਦੀ ਲੋੜ ਆ। ਜਾਂ ਸਵਰਗੀ ਪਿਤਾ, ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਪ੍ਰੋਬਲਮਸ ਆਈ ਆ ਪਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਕੀ ਕਰਨ, ਸਵਰਗੀ ਪਿਤਾ ਅਸੀਂ ਚਾਹੁੰਦੇ ਤੁਸੀਂ ਮਿਰੈਕਲਸਲੀ ਉਹਨਾਂ ਨੂੰ ਸੇਵ ਕਰਨਾ। ਤਾਂ ਸਵਰਗੀ ਪਿਤਾ, ਇਸ ਕਰਕੇ ਅਸੀਂ ਉਹਨਾਂ ਵਾਸਤੇ ਪ੍ਰੇ ਕਰਦੇ ਹਾਂ ਯਿਸੂ ਮਸੀਹ ਦੇ ਨਾਂ ਦੇ ਵਿੱਚ। ਕੈਂਸਰਸ ਇਸ ਵੇਲੇ ਮਰ ਜਾਣ। ਤਾਂ ਸਵਰਗੀ ਪਿਤਾ, ਜਿਹੜੇ ਇਸ ਵੇਲੇ ਦਿਲ ਦੀਆਂ ਬਿਮਾਰੀਆਂ ਉਹ ਠੀਕ ਹੋਣ ਲੱਗ ਪੈਣ, ਜਾਂ ਖੂਨ ਦੀ ਬਿਮਾਰੀਆਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਠੀਕ ਹੋਣ ਲੱਗ ਪੈਣ। ਸਵਰਗੀ ਪਿਤਾ, ਜਾਂ ਹੋਰ ਕੋਈ ਕਿਡਨੀਜ਼ ਜਾਂ ਲਿਵਰ ਜਾਂ ਹੋਰ ਕੋਈ ਲੱਤ ਜਾਂ ਪੈਰਾਂ ਦੇ ਵਿੱਚ ਕੋਈ ਪ੍ਰੋਬਲਮ ਹੈ, ਸਵਰਗੀ ਪਿਤਾ ਯਿਸੂ ਮਸੀਹ ਦੇ ਨਾਂ ਦੇ ਵਿੱਚੋਂ ਠੀਕ ਹੋਣ ਲੱਗ ਪੈਣ। ਸਵਰਗੀ ਪਿਤਾ, ਜਿੰਨੀਆਂ ਵੀ ਢੂਈਆਂ ਦੁਖਦੀਆਂ, ਅਸੀਂ ਯਿਸੂ ਮਸੀਹ ਦੇ ਨਾਲ ਹੁਕਮ ਦਿੰਦੇ ਹਾਂ ਐਸੇ ਵੇਲੇ ਉਹ ਠੀਕ ਹੋਣ ਲੱਗ ਪੈਣ। ਸਵਰਗੀ ਪਿਤਾ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਯਿਸੂ ਮਸੀਹ ਦੇ ਨਾਂ ਦੇ ਵਿੱਚ ਕਰਦੇ ਹਾਂ। ਆਮੇਨ। 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 ਹਾਂਜੀ, ਜਿੱਦਾਂ ਆਪਾਂ ਕਹਿੰਦੇ ਹੁੰਦੇ ਆ, ਜੇ ਯਿਸੂ ਮਸੀਹ ਨਹੀਂ ਆਏ
ਤਾਂ ਆਪਾਂ ਸਵਰਗਾਂ ਦੇ ਵਿੱਚ ਸੌਰੀ ਫਿਰ ਆਪਾਂ ਸੰਡੇ ਨੂੰ 3:30 ਵਜੇ ਮਿਲਣਾ Amen. ਤੇ ਫਰਾਈਡੇ ਨੂੰ ਫਿਰ 3:30 ਵਜੇ ਮਿਲਣਾ। ਪਰ ਜੇ ਯਿਸੂ ਮਸੀਹ ਆਏ ਤਾਂ ਆਪਾਂ ਉਹਦੇ ਨਾਲ ਜਾਣ ਨੂੰ ਤਿਆਰ ਰਹਿਣਾ ਹੈ। Amen. ਜਿੱਥੇ ਵੀ ਅਸੀਂ ਗਲਤ ਹਾਂ ਹੁਣੇ ਮਾਫੀ ਮੰਗ ਕੇ ਪਰਮੇਸ਼ਰ ਨਾਲ ਆਪਣਾ ਰਿਸ਼ਤਾ ਸਹੀ ਕਰ ਲਈਏ ਤੇ ਆਪਾਂ ਉਹਦੇ ਨਾਲ ਜਾਣ ਲਈ ਤਿਆਰ ਹੋਈਏ। ਤੇ ਉਦੋਂ ਤੱਕ ਤੁਸੀਂ ਬਲੈਸ ਹੋਵੋ। ਕਾਹਦੇ ਲਈ? ਤੁਸੀਂ ਦੂਜਿਆਂ ਨੂੰ ਬਲੈਸ ਕਰਨਾ ਹੈ। Amen. ਬਲੈਸਡ ਟੂ ਬੀ ਬਲੈਸ ਅਦਰ। ਆਪ ਬਰਕਤਾਂ ਲਵੋ ਤੇ ਦੂਜਿਆਂ ਨੂੰ ਬਰਕਤਾਂ ਉਹਦੇ ਵਿੱਚੋਂ ਦਿਓ। ਆਮੇਨ। Amen. ਸੋ ਉਦੋਂ ਤੱਕ ਆਪਾਂ ਸਾਰਿਆਂ ਨੂੰ ਜੈ Jai ਮਸੀਹ। Masihi. Jai ਗॉड Masihi. ਬਲੈਸ। Bless you.